ਆਵਾਜ਼ ਸੁਣਦੀ ਤੁਹਾਨੂੰ? ਹਾਂਜੀ ਰਿਕਾਰਡਿੰਗ ਹੋ ਰਹੀ ਹੈ ਹੁਣ। ਹੋ ਰਹੀ। ਪਰਮਜੀਤ ਜੀ, ਤੁਸੀਂ ਅਗਰ ਤੁਹਾਡੇ ਕੋਲ ਹੁਕਮਨਾਮਾ ਅੱਜ ਦਾ ਪਿਆ ਹੋਇਆ ਤੇ ਹੁਕਮਨਾਮੇ ਦੇ ਉੱਪਰ ਦਾ ਜਿਹੜਾ ਹੈਡਿੰਗ ਉਹਨੂੰ ਪੜੋਗੇ? ਹਾਂਜੀ, ਸੂਹੀ ਮਹਿਲਾ ਚੌਥਾ ਘਰ ਦੂਜਾ। ਇਹਦਾ ਮਤਲਬ ਸਮਝਾਓਗੇ? ਰਾਗ ਸੂਹੀ ਮਹਿਲਾ ਚੌਥਾ ਗੁਰੂ ਰਾਮਦਾਸ ਜੀ ਘਰ ਤਾਲ ਜੀ ਗਾਇਆ ਜਾਂਦਾ ਤੇ ਘਰ ਦੋ ਇਸ ਦਾ ਤਾਲ ਜੀ ਗਾਇਆ ਜਾਂਦਾ। ਬਿਲਕੁਲ ਠੀਕ ਹੈ ਕਿ ਅੱਜ ਦਾ ਹੁਕਮਨਾਮਾ ਰਾਗ ਸੂਹੀ ਦਾ ਔਰ ਗੁਰੂ ਰਾਮਦਾਸ ਜੀ ਦਾ ਇਹ ਅੱਜ ਦਾ ਹੁਕਮਨਾਮਾ ਔਰ ਘਰ ਜਿਹੜਾ ਤਾਲ ਹੈ ਉਹ ਘਰ ਦੂਸਰਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹਦੇ ਉੱਪਰ ਹੈ। ਸੋ ਜਿਸ ਤਰ੍ਹਾਂ ਅਸੀਂ ਨਾਰਮਲੀ ਕਰਦੇ ਹੁੰਦੇ ਹਾਂ, ਹੁਕਮਨਾਮਾ ਪੜ੍ਹਨ ਤੋਂ ਪਹਿਲਾਂ ਜਿਹੜੇ ਗੁਰੂ ਸਾਹਿਬ ਦਾ ਇਹ ਹੈ ਉਹਨਾਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਔਰ ਇੱਕ ਕੋਈ ਹੋਰ ਅਸੀਂ ਗੁਰੂ ਸਾਹਿਬ ਚੁਣਾਂਗੇ ਜਾਂ ਉਹਨਾਂ ਦੇ ਬਾਕੀ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਦੇ ਬਾਰੇ ਵੀ ਕੁਝ ਡਿਸਕਸ ਕਰਾਂਗੇ। ਉਹਦੇ ਬਾਅਦ ਅਸੀਂ ਫਿਰ ਹੁਕਮਨਾਮੇ ਦੀ ਟ੍ਰਾਂਸਲੇਸ਼ਨ ਤੁਹਾਡੇ ਕੋਲੋਂ ਕਰਵਾਵਾਂਗੇ। ਤੇ ਗੁਰਦੀਪ ਜੀ, ਅਗਰ ਅਸੀਂ ਤੁਹਾਡੇ ਤੋਂ ਸ਼ੁਰੂ ਕਰੀਏ ਹੁਣ, ਕਿ ਗੁਰੂ ਰਾਮਦਾਸ ਜੀ ਦੇ ਬਾਰੇ ਜਿੰਨੇ ਵੀ ਤੁਹਾਨੂੰ ਵਾਕਫੀਅਤ ਹੈ ਤੁਸੀਂ ਦੱਸ ਸਕਦੇ ਹੋ ਕੁਝ? ਮੈਂ ਪੁੱਛਦਾ ਤੁਹਾਨੂੰ, ਤੁਸੀਂ ਦੱਸੀ ਜਾਓ। ਹਾਂਜੀ, ਆਫ ਕੋਰਸ। ਉਹਨਾਂ ਦੇ ਜਨਮ ਸਥਾਨ? ਮਾਤਾ ਕੀ ਸਰਾਏ, ਸੌਰੀ, ਲਾਹੌਰ। ਕੋਈ ਸਪੈਸੀਫਿਕ ਜਗ੍ਹਾ ਵੀ ਦੱਸ ਸਕਦੇ ਹੋ? ਚੂਨਾ ਮੰਡੀ ਲਾਹੌਰ। ਚੂਨਾ ਮੰਡੀ ਲਾਹੌਰ। ਡੇਟ ਆਫ ਤੇ ਨਹੀਂ ਤੁਹਾਨੂੰ ਪਤਾ ਹੋਣੀ, ਚਲੋ ਉਹਨੂੰ ਰਹਿਣ ਦਿਓ। ਪੇਰੈਂਟਸ ਡੇਟ ਆਫ ਬਰਥ ਇਜ਼ 1534। 1534, ਵੈਰੀ ਗੁੱਡ। ਉਹਨਾਂ ਦੇ ਘਰੋਂ ਉਹਨਾਂ ਦੀ ਵਾਈਫ ਦਾ ਨਾਮ? ਮਾਤਾ ਭਾਨੀ। ਬੱਚੇ, ਉਹਨਾਂ ਦੇ ਬੱਚਿਆਂ ਦੇ ਬਾਰੇ ਕੁਝ ਦੱਸ ਸਕਦੇ ਹੋ? ਉਹਨਾਂ ਦੇ ਬੱਚੇ ਗੁਰੂ ਅਰਜਨ ਜੀ, ਬਾਬਾ ਮਹਾਦੇਵ ਤੇ ਬਾਬਾ ਪ੍ਰਿਥੀ ਚੰਦ। ਜਦੋਂ ਅਸੀਂ ਥੋੜਾ ਜਿਹਾ ਇਹਨੂੰ ਵਿਸਤਾਰ ਨਾਲ ਦੇਖਾਂਗੇ ਤੇ ਤੁਸੀਂ ਸਾਰੇ ਪਲੀਜ਼ ਨੋਟ ਕਰੋ ਕਿ ਗੁਰੂ ਘਰ ਦੇ ਵਿੱਚ ਫਿਜ਼ੀਕਲ ਜਿਹੜੀ ਵਾਇਲੈਂਸ ਹੋਈ ਹੈ ਉਹ ਇੱਕ ਤੇ ਦਾਤੂ ਨੇ ਕੀਤੀ ਸੀ ਜਿਹਨੇ ਗੁਰੂ ਅਮਰਦਾਸ ਜੀ ਨੂੰ ਜਾ ਕੇ ਲੱਤ ਮਾਰੀ ਸੀ, ਪਰ ਉਹ ਇੱਕੋ ਹੀ ਇਨਸੀਡੈਂਟ ਸੀ। ਔਰ ਉਹਦੇ ਬਾਅਦ ਮਾਤਾ ਖੇਵੀ ਨੇ ਸ਼ਾਇਦ ਕੰਟਰੋਲ ਕਰ ਲਿਆ ਔਰ ਉਹਦੇ ਬਾਅਦ ਕੋਈ ਐਸੀ ਹੋਰ ਵਾਰਦਾਤ ਨਹੀਂ ਹੈ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ। ਫਿਰ ਜਦੋਂ ਤੁਸੀਂ ਹੁਣ ਗੁਰੂ ਅਮਰਦਾਸ ਜੀ ਤੇ ਆਉਂਦੇ ਹੋ ਤੇ ਉਹਨਾਂ ਦੇ ਬੱਚਿਆਂ ਦੇ ਵਿੱਚ ਤੁਸੀਂ ਕੁਛ ਨਹੀਂ ਲੱਭਦੇ। ਠੀਕ ਹੈ, ਤੁਸੀਂ ਕਹਿੰਦੇ ਹੋ ਕਿ ਮੋਹਨ ਨੇ ਪੋਥੀਆਂ ਰੱਖ ਲਈਆਂ, ਮੋਹਨ ਨੇ ਪੋਥੀਆਂ ਨਹੀਂ ਦਿੱਤੀਆਂ, ਪਰ ਉਹ ਹਿਸਟਰੀ ਵਿੱਚ ਕਰੈਕਟ ਹੈ ਜਾਂ ਇਨਕਰੈਕਟ ਹੈ ਕਿਸੇ ਨੂੰ ਨਹੀਂ ਪਤਾ। ਪਰ ਅੱਜ ਦਾ ਜਿਹੜਾ ਹੁਣ ਤੁਸੀਂ ਗੁਰੂ ਰਾਮਦਾਸ ਜੀ ਦਾ ਜੀਵਨ ਜਿਹੜਾ ਕਰ ਰਹੇ ਹੋ, ਮੈਂ ਇੱਥੇ ਤੁਹਾਨੂੰ ਅੰਡਰਲਾਈਨ ਕਰਨਾ ਚਾਹੁੰਦਾ ਕਿ ਜੇ ਤੁਸੀਂ ਗੁਰੂ ਰਾਮਦਾਸ ਜੀ ਦਾ ਜੀਵਨ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਨਾਲ ਮਿਲਾ ਕੇ ਪੜ੍ਹੋਗੇ, ਦੋਨਾਂ ਨੂੰ ਐਟ ਏ ਪੈਰਲਲ ਔਰ ਜਾਂ ਕਲੋਜ਼ਲੀ ਉਹਨੂੰ ਸਟੱਡੀ ਕਰੋਗੇ, ਤੇ ਸਭ ਤੋਂ ਵੱਡਾ ਦੁਸ਼ਮਣ ਗੁਰੂ ਘਰ ਦਾ ਤੁਹਾਨੂੰ ਪ੍ਰਿਥੀ ਚੰਦ ਲੱਗੇਗਾ। ਕਿਉਂਕਿ ਜਿਹੜਾ ਟਾਈਮ ਪੀਰੀਅਡ ਹੈ, ਜਿਸ ਟਾਈਮ ਪੀਰੀਅਡ ਦੇ ਵਿੱਚ ਉਹਨੇ ਗੁਰੂ ਸਾਹਿਬ ਨੂੰ ਤੰਗ ਕੀਤਾ, ਗੁਰੂ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਬਣਾਉਣਾ, ਔਰ ਉਸ ਤੋਂ ਪਹਿਲਾਂ ਦੇਖੋ, ਜੇ ਤੁਹਾਡੇ ਵਿੱਚ ਕਿਸੇ ਨੂੰ ਵੀ ਪਤਾ ਤੇ ਤੁਸੀਂ ਦੱਸ ਸਕਦੇ ਹੋ, ਗੁਰੂ ਘਰ ਦੇ ਵਿੱਚ ਜਦੋਂ ਹੁਣ ਮਾਇਆ ਆਉਣੀ ਸ਼ੁਰੂ ਹੋਈ, ਉਹ ਟਾਈਮ ਪੀਰੀਅਡ ਸੀ ਗੁਰੂ ਅਮਰਦਾਸ ਦਾ। ਤੇ ਗੁਰੂ ਅਮਰਦਾਸ ਜੀ ਨੇ ਫਿਰ ਉਹਨੂੰ ਫਾਈਨੈਂਸ਼ੀਅਲ ਕੰਟਰੋਲ ਵਾਸਤੇ, ਜੇ ਤੁਹਾਨੂੰ ਸਾਰਿਆਂ ਨੂੰ ਪਤਾ, ਮੇਰੇ ਖਿਆਲ ਤੁਸੀਂ ਪੜ੍ਹ ਚੁੱਕੇ ਹੋ, ਉਹਨਾਂ ਨੇ ਜਿਹੜੀਆਂ ਪੋਸਟ ਬਣਾਈਆਂ ਉਹਨਾਂ ਨੂੰ ਤੁਸੀਂ ਮੰਜੀਆਂ ਕਹਿੰਦੇ ਸੋ। ਮੰਜੀ ਜਾਂ ਫਿਰ ਲੇਡੀਜ਼ ਵਾਸਤੇ ਉਹਨਾਂ ਨੇ ਪੀੜੀ ਕਿਹਾ, ਤੇ ਜਿੱਥੇ ਮੈਨ ਕੰਟਰੋਲ ਕਰਦੇ ਸਨ ਉਹਨਾਂ ਨੇ ਉਹਨੂੰ ਮੰਜੀ ਕਿਹਾ। ਇਹਨਾਂ ਦਾ ਰੋਲ ਸਿਰਫ ਇੰਨਾ ਸੀ ਕਿ ਦੇਖੋ, ਗੁਰੂ ਅਮਰਦਾਸ ਜੀ ਗੋਇੰਦਵਾਲ ਨੇ, ਬਹੁਤਾ ਉਹਨਾਂ ਨੇ ਟਰੈਵਲ ਨਹੀਂ ਕੀਤਾ। ਸੰਗਤਾਂ ਜਿਹੜੀ, ਪਰ ਗੁਰੂ ਨਾਨਕ ਦੇਵ ਜੀ ਥਰੂ ਆਊਟ ਇੰਡੀਆ ਜਾਂ ਇੰਡੀਆ ਤੋਂ ਬਾਹਰ ਉਹ ਗਏ ਔਰ ਆਪਣੀ ਗੁਰਬਾਣੀ ਦਾ, ਆਪਣੀ ਜੋ ਵੀ ਉਹਨਾਂ ਦੀ ਟ੍ਰੇਨਿੰਗ ਸੀ, ਜੋ ਵੀ ਉਹਨਾਂ ਦੇ ਉਪਦੇਸ਼ ਸਨ, ਉਹ ਜਗ੍ਹਾ ਜਗ੍ਹਾ ਉਹਨਾਂ ਦੇ ਬੂਟੇ ਉਹਨਾਂ ਨੇ ਲਗਾਏ। ਹੁਣ ਬਹੁਤ ਸਾਰੇ ਲੋਕ ਸਨ ਜਿਹੜੇ, ਜਾਂ ਉਹਨਾਂ ਦੇ ਬੱਚੇ ਸਨ ਜਿਹੜੇ ਚਾਹੁੰਦੇ ਸਨ ਵੀ ਗੁਰੂ ਨਾਨਕ ਤੋਂ ਬਾਅਦ ਕੌਣ ਹੈ ਗੁਰੂ ਹੈ, ਅਸੀਂ ਉਹਨਾਂ ਨੂੰ ਮਿਲਣਾ। ਸੋ ਗੋਇੰਦਵਾਲ ਕਾਫੀ ਲੋਕਾਂ ਦਾ ਆਣਾ ਸੀ,
ਪਰ ਉਹਨਾਂ ਦਾ ਫਿਰ ਗੁਰੂ ਅਮਰਦਾਸ ਜੀ ਨੂੰ ਵਜ਼ੀਰ ਸਿੰਘ ਜੀ ਇਹ ਕਹਿਣਾ ਸੀ ਕਿ ਅਸੀਂ ਤੇ ਆ ਗਏ ਹਾਂ, ਪਰ ਸਾਡੇ ਬਹੁਤ ਐਸੇ ਨੇ ਬੱਚੇ ਨੇ ਜਾਂ ਬਜ਼ੁਰਗ ਨੇ ਜਿਹੜੇ ਟਰੈਵਲ ਨਹੀਂ ਕਰ ਸਕਦੇ, ਸੋ ਤੁਹਾਨੂੰ ਉੱਥੇ ਕੋਈ ਇੰਤਜ਼ਾਮ ਕਰਨਾ ਚਾਹੀਦਾ ਜਿਹੜਾ ਗੁਰੂ ਨਾਨਕ ਸਾਹਿਬ ਦੇ ਉਪਦੇਸ਼, ਗੁਰੂ ਨਾਨਕ ਸਾਹਿਬ ਦੀ ਬਾਣੀ ਉੱਥੇ ਵੀ ਆ, ਲੋਕਲੀ ਵੀ ਦੱਸੇ। ਉਹਨੂੰ ਪੂਰਾ ਕਰਨ ਵਾਸਤੇ ਫਿਰ ਗੁਰੂ ਅਮਰਦਾਸ ਜੀ ਨੇ ਇੱਕ ਸਕੀਮ ਬਣਾਈ ਸੀ। ਉਦੋਂ ਕਹਿੰਦੇ ਨੇ ਕਿ ਅਕਬਰ ਨੇ ਵੀ ਪੂਰੇ ਹਿੰਦੁਸਤਾਨ ਨੂੰ ਐਡਮਿਨਿਸਟ੍ਰੇਸ਼ਨ ਦੇ ਲਈ 22 ਹਿੱਸਿਆਂ 'ਚ ਵੰਡਿਆ ਸੀ, ਤੇ ਗੁਰੂ ਅਮਰਦਾਸ ਜੀ ਨੇ ਵੀ 22 ਮੰਜੀਆਂ ਬਣਾਈਆਂ। ਮੰਜੀਆਂ ਮੀਨਸ ਬੈਂਕ ਬਣਾਏ, ਬੈਂਕ ਕਹਿ ਲਓ, ਇੱਕ ਮਤਲਬ ਕੋਈ ਸੇਵਾ ਲਾਤੀ ਲੋਕਾਂ ਦੀ ਬਾਈ ਡਿਫਰੈਂਟ ਜ਼ਿਲ੍ਹਿਆਂ ਵਿੱਚ, ਬਾਈ ਡਿਫਰੈਂਟ ਪਾਰਟਸ ਆਫ ਇੰਡੀਆ ਵਿੱਚ, ਕਿ ਤੁਹਾਡਾ ਕੰਮ ਕੀ ਹੈ ਕਿ ਲੋਕਲ ਜਿਹੜੇ ਨੇ ਉਹਨਾਂ ਨੂੰ ਗੁਰਮਤਿ ਦਾ ਪ੍ਰਚਾਰ ਕਰਨਾ। ਜੇ ਉਹਨਾਂ ਨੇ ਕੋਈ ਆਫਰਿੰਗ ਕਰਨੀ ਹੈ, ਗੁਰੂ ਘਰ ਨੂੰ ਕੁਝ ਦੇਣਾ ਹੈ, ਉਹ ਇਕੱਠਾ ਕਰਨਾ। ਤੇ ਟਵਾਈਸ ਇਨ ਅ ਈਅਰ, ਦੀਵਾਲੀ ਤੇ ਵਿਸਾਖੀ, ਫਿਰ ਉਹ ਗੋਇੰਦਵਾਲ ਸਾਹਿਬ ਆਉਣਗੇ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾਂ ਗੁਰੂ ਸਾਹਿਬ ਦੇ ਖਜ਼ਾਨੇ ਵਿੱਚ ਉਹ ਸਭ ਜਮ੍ਹਾਂ ਕਰਾ ਦੇਣਗੇ। ਇਹ ਹੁਣ ਕੰਮ ਵੱਧ ਗਿਆ, ਸੰਗਤ ਵੀ ਵੱਧ ਰਹੀ ਸੀ, ਗੁਰੂ ਨਾਨਕ ਦਾ ਉਪਦੇਸ਼ ਵੀ ਵੱਧ ਰਿਹਾ ਸੀ, ਲੋਕਾਂ ਨੂੰ ਬਾਈ ਵਰਡ ਆਫ ਮਾਊਥ ਇਹ ਪਤਾ ਲੱਗ ਰਿਹਾ ਸੀ। ਹੁਣ ਗੁਰੂ ਰਾਮਦਾਸ ਜੀ ਦਾ ਵੇਲਾ ਆਇਆ ਤੇ ਕੰਮ ਹੋਰ ਵੱਧ ਗਿਆ। ਤੇ ਗੁਰੂ ਰਾਮਦਾਸ ਜੀ ਨੇ ਦੇਖੋ, ਜਿਹੜੇ ਤੁਸੀਂ ਸਾਰੇ MBA ਵਗੈਰਾ ਕਰ ਚੁੱਕੇ ਹੋ, ਤੁਹਾਨੂੰ ਇਹ ਪਤਾ ਵੀ ਤੁਸੀਂ ਆਪਣੇ ਆਫਿਸ ਵਿੱਚ ਵੀ ਅਗਰ ਐਫੀਸ਼ੀਐਂਸੀ ਵਧਾਉਣੀ ਹੈ ਤੇ ਤੁਸੀਂ ਆਪਣੇ EMPLOYEES ਨੂੰ ਨਾ ਕੋਈ ਅੱਛਾ ਡੈਜ਼ਿਗਨੇਸ਼ਨ ਦਿਓ। ਗੁਰੂ ਰਾਮਦਾਸ ਜੀ ਨੇ ਹੀ ਕੀਤਾ। ਗੁਰੂ ਰਾਮਦਾਸ ਜੀ ਨੇ ਇਹ ਜਿਹੜਾ ਮੰਜੀਆਂ ਵਾਲਾ ਸੀ ਇਹਨੂੰ ਵਧਾ ਕੇ ਮਸੰਦ, ਹਾਂਜੀ ਮਸੰਦ ਉਹਨਾਂ ਨੇ ਮਸੰਦ ਦਾ ਵਰਡ ਦਿੱਤਾ। ਉਹਨਾਂ ਨੇ ਮਸੰਦ ਥਾਪ ਦਿੱਤੇ। ਮਸੰਦ ਐਕਚੁਅਲੀ ਮਤਲਬ ਸੀ ਨੋਬਲ ਪਰਸਨ, ਜਿਸ ਤਰ੍ਹਾਂ ਸਿੰਘ ਦਾ ਮਤਲਬ ਸੀ ਨਾ ਨਾਈਟ, ਬਹਾਦਰ, ਸੋ ਮਸੰਦ ਦਾ ਮਤਲਬ ਸੀ ਨੋਬਲ ਪਰਸਨ। ਉਹਨਾਂ ਨੂੰ ਕਿਹਾ ਕਿ, ਪਰ ਲੇਕਿਨ ਵਜ਼ੀਰ ਜੀ ਉਹਨਾਂ ਨੇ ਮੰਜੀਆਂ ਨੂੰ ਡਿਸੋਲਵ ਨਹੀਂ ਕੀਤਾ, ਮੰਜੀਆਂ ਦੇ ਉੱਪਰ ਮਸੰਦ ਲਗਾਏ। ਔਰ ਮਸੰਦ ਚੂੰਕਿ ਟੂਰਿੰਗ ਸਨ, ਸੋ ਜਿੱਥੇ ਜਿੱਥੇ ਮੰਜੀਆਂ ਵਾਲੇ ਲੋਕ ਨਹੀਂ ਸੀ ਪਹੁੰਚ ਸਕਦੇ ਉੱਥੇ ਮਸੰਦ ਜਾਂਦੇ ਸਨ। ਔਰ ਸ਼ੁਰੂ ਦੇ ਵਿੱਚ ਨਵਤੇਜ ਆਮ ਤੌਰ ਤੇ ਲਾਈਫ ਵਿੱਚ ਇਹੀ ਹੁੰਦਾ, ਜਦੋਂ ਤੋਂ ਨਵੇਂ ਤੁਹਾਨੂੰ ਕੋਈ ਚੀਜ਼ ਮਿਲੇ ਔਰ ਤੁਸੀਂ ਗੁਰੂ ਦੇ ਸ਼ਰਧਾਲੂ ਹੋਵੋ ਤੇ ਤੁਸੀਂ ਬੜੀ ਓਨੈਸਟਲੀ, ਸਿੰਸੀਅਰਲੀ, ਟਰੂਥਫੁਲੀ ਕੰਮ ਕਰਦੇ ਹੋ। ਜੇ ਤੁਸੀਂ ਇਤਿਹਾਸ ਪੜ੍ਹੋ ਮਸੰਦਾਂ ਦਾ ਕਿ ਸ਼ੁਰੂ ਵਿੱਚ ਮਸੰਦ they were so sincere to ਗੁਰੂ ਜੀ। ਔਰ ਹੁਣ ਉਹਨਾਂ ਨੇ ਕੀ ਕਰਨਾ ਕਿ ਉਹਨਾਂ ਕੋਲੋਂ ਮੰਜੀਆਂ ਦੇ ਜਿਹੜੇ ਲੀਡਰ ਸਨ ਉਹ ਲੋਕਲ ਪ੍ਰਚਾਰ ਕਰਦੇ ਸਨ, ਮਸੰਦ ਓਵਰਆਲ ਪ੍ਰਚਾਰ ਕਰਦੇ ਸਨ। ਔਰ ਉਹ ਪੈਸਾ ਲਿਆ ਕੇ ਗੋਇੰਦਵਾਲ, ਪਹਿਲੇ ਦੋ ਸਾਲ ਤੇ ਗੁਰੂ ਰਾਮਦਾਸ ਗੋਇੰਦਵਾਲ ਸਨ, ਫਿਰ ਉਹ ਤੋਂ ਬਾਅਦ ਅੰਮ੍ਰਿਤਸਰ ਆ ਗਏ। ਹੁਣ ਇੱਥੇ ਆ ਕੇ ਪ੍ਰੋਬਲਮ ਸ਼ੁਰੂ ਹੁੰਦੀ ਹੈ। ਗੁਰੂ ਰਾਮਦਾਸ ਜੀ ਪ੍ਰਿਥੀ ਚੰਦ ਨੂੰ ਇਹ ਡਿਊਟੀ ਦੇ ਦਿੰਦੇ ਨੇ ਕਿ ਇਹ ਜਿਹੜੇ ਆਉਣਗੇ ਮਸੰਦ ਉਹਨਾਂ ਦੇ ਨਾਲ ਤੂੰ ਡੀਲ ਕਰਨੀ ਹੈ। ਹੋ ਸਕਦਾ ਪ੍ਰਿਥੀ ਚੰਦ ਸ਼ੁਰੂ ਵਿੱਚ ਠੀਕ ਹੋਵੇ, ਲੇਕਿਨ ਕਹਿੰਦੇ ਨੇ ਨਾ ਪੈਸਾ ਸਾਰਿਆਂ ਨੂੰ ਕਰਪਟ ਕਰ ਦਿੰਦਾ। ਜਿਸ ਵੇਲੇ ਗੁਰੂ ਘਰ 'ਚ ਪੈਸਾ ਜ਼ਿਆਦਾ ਆਉਣਾ ਸ਼ੁਰੂ ਹੋਇਆ ਔਰ ਬੰਦਾ ਆਪ ਕਰਪਟ ਨਹੀਂ ਹੁੰਦਾ, ਅਗਲੇ ਨੂੰ ਵੀ ਕਰਪਟ ਕਰਦਾ। ਕੈਸ਼ ਡੀਲਿੰਗ, ਜਿਹੜਾ ਅਗਲਾ ਬੰਦਾ ਕੈਸ਼ ਲੈ ਕੇ ਆਉਂਦਾ ਨਾ ਤੁਹਾਡੇ ਵਾਸਤੇ, ਤੁਸੀਂ ਕਹਿੰਦੇ ਲੈ ਕਿੰਨੇ ਪੈਸੇ ਲਿਆਏ, 100, 10 ਤੂੰ ਰੱਖ ਲਾ, ਤੇ 10 ਮੈਂ ਰੱਖਦਾ ਤੇ 80 ਜਮ੍ਹਾਂ ਕਰਾ ਦਿੰਦੇ ਹਾਂ। ਤੁਸੀਂ ਅਗਲੇ ਨੂੰ ਵੀ ਕਰਪਟ ਕਰਦੇ ਹੋ, ਆਪ ਵੀ ਕਰਪਟ ਹੁੰਦੇ ਹੋ। ਇਹ ਪੈਸਾ ਚੀਜ਼ ਹੀ ਐਸੀ ਹੈ। ਦੈਟ ਇਜ਼ ਵਾਟ ਪ੍ਰਿਥੀ ਚੰਦ ਡਿਡ। ਔਰ ਦੂਜੀ ਤੁਹਾਨੂੰ ਸਭ ਤੋਂ ਵੱਡੀ, ਅੱਛਾ ਇਹ ਗੱਲ ਹੌਲੀ ਹੌਲੀ ਚੱਲ ਰਹੀ ਸੀ। 6-7 ਸਾਲ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਰਹੇ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ, ਲੇਕਿਨ ਉਹਨਾਂ ਨੂੰ ਇਸ ਗੱਲ ਦੀ ਭਿਣਕ ਪੈ ਗਈ ਸੀ ਕਿ ਪ੍ਰਿਥੀ ਚੰਦ ਇਜ਼ ਡੂਇੰਗ ਦਿਸ। ਹਾਲੀ ਵਾਇਲੈਂਸ ਨਹੀਂ ਆਈ, ਹਾਲੀ ਇਹ ਪ੍ਰਿਥੀ ਚੰਦ ਇਹ ਗੁਰੂ ਘਰ ਦੇ ਵਿੱਚ ਇੱਕ ਖਜ਼ਾਨੇ ਵਿੱਚ ਇੱਕ ਸਭ ਕੁਝ ਕਰ ਰਿਹਾ। ਹੁਣ ਗੱਲ ਆਈ ਜਦੋਂ ਤੁਹਾਨੂੰ ਪਤਾ ਉਹ 1580 ਦੀ ਗੱਲ ਹੈ ਔਰ ਜੋਤੀ ਜੋਤ ਸਮਾਉਂਦੇ ਨੇ 1581 'ਚ। 1950 ਵਿੱਚ ਲਾਹੌਰ ਤੋਂ ਸੱਦਾ ਆਇਆ, ਜਦੋਂ ਗੁਰੂ ਸਾਹਿਬ ਨੇ ਪ੍ਰਿਥੀ ਚੰਦ ਨੂੰ ਕਿਹਾ ਤੂੰ ਮੇਰਾ ਵੱਡਾ ਪੁੱਤਰ ਹੈ, ਤੂੰ ਲਾਹੌਰ ਜਾ, ਮੈਨੂੰ ਰਿਪਰੈਜ਼ੈਂਟ ਕਰ ਵਿਆਹ ਤੇ। ਹੁਣ ਜਿਹੜਾ ਪੈਸੇ ਰਿਸੀਵ ਕਰਦਾ ਸੀ, ਪੈਸੇ ਰੱਖਦਾ ਸੀ, ਲੈਂਦਾ ਸੀ, ਉਹ ਕਿਉਂ ਜਾਏਗਾ? ਸੋ ਉਹਨੇ ਕਿਹਾ ਜੀ ਮੈਂ ਤਾਂ ਬਹੁਤ ਬਿਜ਼ੀ ਹਾਂ, ਮੈਂ ਤਾਂ ਨਹੀਂ ਜਾ ਸਕਦਾ। ਫਿਰ ਉਹ ਤੁਹਾਨੂੰ ਅਗਲੀ ਸਾਰੀ ਸਾਖੀ ਹੁੰਦੀ ਹੈ। ਉਹਨਾਂ ਨੇ ਗੁਰੂ ਅਰਜਨ ਨੂੰ ਭੇਜਿਆ। ਫਿਰ ਉਹਦੇ ਬਾਅਦ ਤੁਹਾਨੂੰ ਪ੍ਰਤੱਖ ਨਜ਼ਰ ਆਉਂਦਾ ਕਿ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਉਦੋਂ ਅਰਜਨ ਹੀ ਸਨ ਹਾਲੀ, ਉਹਨਾਂ ਨੇ ਚਿੱਠੀਆਂ ਭੇਜੀਆਂ, ਇਹਨੇ ਲੁਕਾ ਲਈਆਂ
और वो जिस वे गुरु रामदास जी ਨੂੰ गुरु अर्जन आंदे ने ਇਹਨੂੰ ਪੁੱਛਦੇ ਨੇ ਪ੍ਰਿਥੀ ਚੰਦ ਨੂੰ ਕਿ ਜੇ ਤੇਰੇ ਕੋਲ ਕੁਝ ਹੈ ਤੇ ਦੱਸ ਦੇ। ਇਹ ਗੁਰੂ ਸਾਹਿਬ ਦੇ ਸਾਹਮਣੇ ਝੂਠ ਬੋਲਦਾ ਔਰ ਫਿਰ ਇਹਦੀ ਤਲਾਸ਼ੀ ਲਿੱਤੀ ਜਾਂਦੀ ਹੈ ਤੇ ਇਹਦੇ ਕੋਲੋਂ ਉਹ ਚਿੱਠੀਆਂ ਨਿਕਲਦੀਆਂ। ਔਰ ਤੁਹਾਨੂੰ ਪਤਾ ਚੋਰੀ ਇੱਕ ਐਸੀ ਚੀਜ਼ ਹੈ ਕਿ ਚੋਰ ਫੜਿਆ ਜਾਏ ਨਾ ਫਿਰ ਉਹ ਤੜਫਦਾ ਬਹੁਤ ਹੈ। ਜਿਸ ਵੇਲੇ ਹੀ ਐਕਚੁਅਲੀ ਕੌਟ ਉਦੋਂ ਕਹਿੰਦੇ ਨੇ ਉਹਨੇ ਬਹੁਤ ਫਜ਼ੂਲ ਉੱਥੇ ਸੀਨ ਕ੍ਰੀਏਟ ਕੀਤਾ। ਗੁਰੂ ਸਾਹਿਬ ਨੂੰ ਵੀ ਉਹਨੇ ਬਹੁਤ ਬੁਰਾ ਭਲਾ ਕਿਹਾ, ਬਾਕੀਆਂ ਨੂੰ ਵੀ ਕਿਹਾ ਕਿ ਮੈਨੂੰ ਸ਼ੁਰੂ ਤੋਂ ਹੀ ਪਤਾ ਸੀ ਕਿ ਗੁਰੂ ਅਰਜਨ ਵਾਲ ਪੁਆਇੰਟ ਆਊਟ ਕਰਕੇ ਕਿ ਸਭ ਕੁਝ ਇਹੀ ਹੈ ਤੁਹਾਡਾ, ਮੈਂ ਤਾਂ ਕੁਝ ਹੈ ਹੀ ਨਹੀਂ, ਇਹ ਉਹ ਫਲਾ ਕਾਫੀ ਕੁਝ ਉਹਨੇ ਬੁਰਾ ਭਲਾ ਕਿਹਾ। ਤੁਹਾਨੂੰ ਪਤਾ ਗੁਰੂ ਸਾਹਿਬ ਦਾ ਇੱਕ ਸ਼ਬਦ ਵੀ ਹੈਗਾ ਕਿ ਜਿਹੜਾ ਕਹਿੰਦੇ ਨੇ ਪੁੱਤਰ ਨੂੰ ਕਿਉਂ ਤੂੰ ਲੜਦਾ, ਹਾਂਜੀ ਕਿਉਂ ਤੂੰ ਆਪਣੇ ਫਾਦਰ ਨਾਲ ਲੜਦਾ, ਕਿਉਂਕਿ ਪੈਰਾਂ ਤੇ ਆਣਾ ਜਾਣਾ ਲੇਕਿਨ ਰਿਲੇਸ਼ਨ ਜਿਹੜੇ ਨੇ ਉਹ ਤਾਂ ਵਾਹਿਗੁਰੂ ਨੇ ਬਣਾਏ ਨੇ। ਐਨੀਵੇ ਅੱਗੇ ਤੇ ਇਤਿਹਾਸ ਵੀ ਤੁਹਾਨੂੰ ਨਹੀਂ ਲੱਭਦਾ ਲੇਕਿਨ ਤੁਹਾਨੂੰ ਮਹਿਸੂਸ ਹੁੰਦਾ ਕਿ ਉਹਨੇ ਗੁਰੂ ਰਾਮਦਾਸ ਜੀ ਦਾ ਤੇ ਬਾਕੀ ਘਰ ਵਾਲਿਆਂ ਦਾ ਜੀਣਾ ਇੰਨਾ ਮੁਸ਼ਕਿਲ ਕਰ ਦਿੱਤਾ ਸੀ ਕਿ ਫਿਰ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਨੂੰ ਬੁਲਾਇਆ ਔਰ ਭਾਈ ਗੁਰਦਾਸ ਨੂੰ ਬੁਲਾਇਆ ਔਰ ਉਹਨਾਂ ਨੇ ਕਿਹਾ ਕਿ ਮੈਂ ਨਹੀਂ, ਭਾਈ ਗੁਰਦਾਸ ਹਾਲੇ ਨਹੀਂ ਹੈਗੇ, ਬਾਬਾ ਬੁੱਢਾ ਨੂੰ ਬੁਲਾਇਆ ਔਰ ਬਾਕੀ ਸਿੰਘਾਂ ਨੂੰ ਬੁਲਾਇਆ ਕਿ ਮੈਂ ਵਕਤ ਆ ਗਿਆ ਕਿ ਮੈਂ ਗੁਰੂਸ਼ਿਪ ਦੇ ਦਿਆਂ, ਪਰ ਇੱਥੇ ਜੋ ਇਹ ਪ੍ਰਿਥੀ ਚੰਦ ਕਰ ਰਿਹਾ ਇੱਥੇ ਮੁਮਕਿਨ ਨਹੀਂ ਹੈ। ਔਰ ਇੱਕ ਜਸਵੀਰ ਜੀ ਨਾ ਤੁਸੀਂ ਅਗਰ ਸਿੱਖ ਇਤਿਹਾਸ ਪੜ੍ਹੋਗੇ ਕਿ ਹਰ ਗੁਰੂ ਸਾਹਿਬ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ਸੀ ਕਿ ਜੋਤੀ ਜੋਤ ਸਮਾਨ ਆਉਣਾ ਹੈ। ਐਂਡ ਗੁਰੂ ਰਾਮਦਾਸ ਇਜ਼ ਓਨਲੀ 47, ਕੋਈ ਏਜ ਉਹਨਾਂ ਦੀ ਹੈ ਹੀ ਨਹੀਂ। ਸੋ ਉਹ ਗੁਰੂ ਅਰਜਨ ਉਦੋਂ ਅਰਜਨ ਸਨ ਤੇ ਬਾਕੀ ਸਿੱਖਾਂ ਨੂੰ ਬਾਬਾ ਬੁੱਢਾ ਨੂੰ ਲੈ ਕੇ ਕਿੱਥੇ ਆ ਜਾਂਦੇ ਨੇ? ਗੋਇੰਦਵਾਲ ਸਾਹਿਬ ਆ ਜਾਂਦੇ ਨੇ। ਗੋਇੰਦਵਾਲ ਆ ਕੇ ਉਹ ਕਹਿੰਦੇ ਨੇ ਅਗਸਤ ਵਿੱਚ ਆਉਂਦੇ ਨੇ ਸ਼ਾਇਦ ਉੱਥੇ ਤੇ 27 ਜਾਂ 28 ਅਗਸਤ ਨੂੰ ਉਹ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਥਾਪਦੇ ਨੇ। 1 ਸਤੰਬਰ ਨੂੰ ਉਹ ਜੋਤੀ ਜੋਤ ਸਮਾ ਜਾਂਦੇ ਨੇ। ਪ੍ਰਿਥੀ ਚੰਦ ਨੂੰ ਪਤਾ ਲੱਗਦਾ, ਉਹ ਉਸੇ ਵੇਲੇ ਕੁਛ ਮਸੰਦ ਚ ਹਾਲੀ ਤੱਕ ਤੇ ਮਸੰਦ ਉਹਦੇ ਨਾਲ ਨੇ, ਮਸੰਦਾਂ ਨੂੰ ਤਾਂ ਕੁਛ ਨਹੀਂ ਪਤਾ। ਉੱਥੇ ਉਹ ਡਿਕਲੇਅਰ ਕਰ ਦਿੰਦਾ ਕਿ ਗੁਰੂ ਸਾਹਿਬ ਅਨਾਉਂਸ ਕਰ ਗਏ ਨੇ ਕਿ ਮੈਂ ਗੁਰੂ ਹਾਂ। ਔਰ ਕੁਝ ਮਸੰਦ ਜਿਹੜੇ ਬਿਲਕੁਲ ਉਹਦੇ ਚੇਲੇ ਚਾਟੜੇ ਹੋਣਗੇ ਉਹਨਾਂ ਨੂੰ ਲੈ ਕੇ ਉਹ ਫਟਾਫਟ ਗੋਇੰਦਵਾਲ ਸਾਹਿਬ ਪਹੁੰਚਦਾ ਹੈ। ਔਰ ਤੁਹਾਨੂੰ ਪਤਾ ਖੈਰ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਿਸ ਵੇਲੇ ਕੋਈ ਕਿਸੇ ਦੇ ਘਰ ਡੈਥ ਹੁੰਦੀ ਤੇ ਵੱਡੇ ਬੱਚੇ ਨੂੰ ਪੱਗ ਪਾਉਂਦੇ ਨੇ। ਹਾਂਜੀ ਬਾਬਾ ਬੁੱਢੇ ਨੂੰ ਪਤਾ ਸੀ ਇੱਥੇ ਸੀਨ ਕ੍ਰੀਏਟ ਕਰਨਾ ਪ੍ਰਿਥੀ ਚੰਦ ਨੇ। ਉਹਨਾਂ ਨੇ 2 ਪੱਗਾਂ ਮੰਗਾਈਆਂ, ਇੱਕ ਪੱਗ ਉਹਨਾਂ ਨੇ ਪਾਈ ਪ੍ਰਿਥੀ ਚੰਦ ਨੂੰ ਤੇ ਦੂਜੀ ਪੱਗ ਉਹਨਾਂ ਨੇ ਪਾਈ ਗੁਰੂ ਅਰਜਨ ਨੂੰ ਐਜ਼ ਏ ਗੁਰੂਸ਼ਿਪ ਦੀ। ਔਰ ਇਹਨੇ ਸੀਨ ਇਹ ਕ੍ਰੀਏਟ ਕੀਤਾ ਫਿਜ਼ੀਕਲੀ ਉਹ ਪੱਗ ਗੁਰੂ ਅਰਜਨ ਕੋਲੋਂ ਖੋਲੀ। ਇਹ ਕਿਹੜੀ ਬੁੱਕ ਵਿੱਚ ਲੱਭੇਗਾ ਭਾਈ ਸਾਹਿਬ ਇਹ ਚੀਜ਼ਾਂ ਹਿਸਟੋਰੀਕਲ? ਪੜੋਗੇ ਤੇ ਸਭ ਲੋਕ ਬੜੀਆਂ ਕਿਤਾਬਾਂ ਨੇ। ਫਿਰ ਹੁਣ ਟਾਈਮ ਇਹ ਅਕਤੂਬਰ ਦੀ ਗੱਲ ਆ, ਹੁਣ ਅਕਤੂਬਰ 1581 ਸਭ ਜਿਸ ਵੇਲੇ ਪੋਸਟ ਕ੍ਰਿਮੇਸ਼ਨ ਦੇ ਸਾਰੇ ਰਾਈਟਸ ਹੋ ਗਏ ਤੇ ਫਿਰ ਗੁਰੂ ਸਾਹਿਬ ਨੇ ਆਪਸ ਉੱਥੇ ਵੀ ਗੱਲਾਂ ਛੁਪਦੀਆਂ ਨਹੀਂ ਸੀ ਨਾ, ਗੱਲਾਂ ਨਿਕਲ ਜਾਂਦੀਆਂ ਸੀ ਤੇ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਅੰਮ੍ਰਿਤਸਰ ਸਾਹਿਬ ਵਾਪਸ ਜਾਣਾ ਪੈਣਾ। ਇਸ ਤੋਂ ਪਹਿਲਾਂ ਕਿ ਗੁਰੂ ਅਰਜਨ ਗੁਰੂ ਚੱਲਣ, ਪ੍ਰਿਥੀ ਚੰਦ ਨੇ ਛੂਟ ਲਗਾਈ, ਅੰਮ੍ਰਿਤਸਰ ਪਹੁੰਚ ਕੇ ਚਾਰੋਂ ਪਾਸੇ ਅੰਮ੍ਰਿਤਸਰ ਨੂੰ ਘੇਰ ਲਿਆ। ਆਪਣੇ ਮਸੰਦ ਦਰਵਾਜ਼ੇ ਹੋਣਗੇ ਉਦੋਂ ਮੈਨੂੰ ਤਾਂ ਹੁਣ ਯਾਦ ਨਹੀਂ ਵਾਲੀ, ਮੈਂ ਅੰਮ੍ਰਿਤਸਰ ਦਾ ਜੰਮ ਪਾਲਾ, ਮੇਰੇ ਖਿਆਲ ਗੇਟ ਹਰ ਜਗ੍ਹਾ ਹੁੰਦੇ ਸਨ, ਮੋਰੀ ਗੇਟ ਫਲਾਣਾ ਗੇਟ ਇਹੋ ਜਿਹੇ ਨਾਂ ਹੁੰਦੇ ਸਨ ਹਰ ਸ਼ਹਿਰ ਦੇ। ਉਹਨਾਂ ਗੇਟਸ ਦੇ ਉੱਤੇ ਉਹਨੇ ਆਪਣੇ ਆਪਣੇ ਮਸੰਦ ਲਾਤੇ। ਉਦੋਂ ਤੱਕ ਮਸੰਦਾਂ ਨੂੰ ਪਤਾ ਸੀ ਕਿ ਸ਼ਾਇਦ ਪ੍ਰਿਥੀ ਚੰਦ ਹੀ, ਜਿਹੜੇ ਲੋਕਲ ਰਹਿ ਗਏ ਸਨ, ਜਿਹੜੇ ਨਾਲ ਗਏ ਸਨ, ਉਹਨਾਂ ਨੂੰ ਪਤਾ ਲੱਗਿਆ ਕਿ ਇਹ ਗੁਰੂ ਨਹੀਂ ਹੈਗਾ। ਪਰ ਉਹ ਚੂੰਕਿ ਵਿਕ ਚੁੱਕੇ ਸਨ ਪ੍ਰਿਥੀ ਚੰਦ ਦੇ ਅੱਗੇ, ਉਹਨੇ ਆ ਕੇ ਅੰਮ੍ਰਿਤਸਰ ਨੂੰ ਘੇਰ ਲਿਆ। ਗੁਰੂ ਸਾਹਿਬ ਉੱਥੇ ਪਹੁੰਚਦੇ ਨੇ। ਗੁਰੂ ਸਾਹਿਬ ਉਹ ਹੁਣ ਪਿਛਲੀ ਵਾਰੀ ਮੈਂ ਤੁਹਾਨੂੰ ਕੁਐਸਚਨ ਪੁੱਛਿਆ ਸੀ ਹਰਿਮੰਦਰ ਸਾਹਿਬ ਬਣਨ ਤੋਂ ਪਹਿਲਾਂ ਕੀਰਤਨ ਕਿੱਥੇ ਹੁੰਦਾ ਹੋਏਗਾ, ਤਾਂ ਨੈਚੁਰਲੀ ਗੁਰੂ ਸਾਹਿਬ ਦੇ ਜਿਹੜੇ ਆਪਣੇ ਮਹਲ ਸਨ ਉਹਨਾਂ ਵਿੱਚ ਕੋਈ ਨਾ ਕੋਈ ਜਗ੍ਹਾ ਐਸੀ ਜ਼ਰੂਰ ਸੀ ਜਿੱਥੇ ਕੀਰਤਨ ਹੁੰਦਾ ਸੀ। ਗੁਰੂ ਸਾਹਿਬ ਉੱਥੇ ਪਹੁੰਚੇ, ਉਹਨਾਂ ਨੇ ਦੇਖਿਆ ਕਿ ਸੰਗਤ ਸਾਰੀ ਜਿਹੜੀ ਹੈ, ਜਿੱਥੇ ਵੀ ਪ੍ਰਿਥੀ ਚੰਦ ਨੇ ਕੈਂਪ ਲਾਇਆ, ਸਾਰੀ ਸੰਗਤ ਜਿਹੜੀ ਬਾਹਰੋਂ ਆ ਰਹੀ ਹੈ ਉਹ ਉੱਥੇ ਜਾ ਰਹੀ ਹੈ। ਪਰ ਗੁਰੂ ਸਾਹਿਬ ਨੇ ਆਪਣਾ ਲੰਗਰ ਸ਼ੁਰੂ ਕੀਤਾ, ਆਪਣਾ ਕੀਰਤਨ ਸ਼ੁਰੂ ਕੀਤਾ। ਹੁਣ ਕਹਿੰਦੇ ਨੇ ਕਿ ਨਵਤੇਜ ਜੀ ਪ੍ਰਿਥੀ ਚੰਦ ਇੰਨਾ ਚਲਾਕ ਸੀ,
ਉਹ ਬਾਹਰੋਂ ਸੰਗਤ ਜਿਹੜੀ ਆਉਂਦੀ ਸੀ, ਉਹ ਜਿਹੜੇ ਮਸੰਦ ਸਨ ਉੱਥੇ, ਉਹ ਇਹ ਕਹਿ ਕੇ ਕਿ ਅਸੀਂ ਦੇਖੋ ਗੁਰੂ ਸਾਹਿਬ ਦੇ ਮਸੰਦ ਹਾਂ, ਉਹ ਪੈਸੇ ਉੱਥੋਂ ਲੈ ਲੈਂਦੇ ਸਨ ਤੇ ਲੰਗਰ ਉਹਨਾਂ ਨੂੰ ਛਕਣ ਗੁਰੂ ਅਰਜਨ ਦੇਵ ਜੀ ਦੇ ਲੰਗਰ ਤੇ ਭੇਜ ਦਿੰਦੇ ਸੀ। ਪੈਸੇ ਤੋਂ ਬਿਨਾਂ ਤੇ ਕੁਝ ਨਹੀਂ ਚੱਲਿਆ ਕਦੇ ਜੀਵਨ 'ਚ। ਲੰਗਰ ਮਸਤਾਨਾ ਹੋ ਗਿਆ, ਮਤਲਬ ਲੰਗਰ ਥੁੜ ਗਿਆ। ਹੁਣ ਸਾਰੇ ਘਬਰਾ ਗਏ। ਫਿਰ ਬਾਬਾ ਬੁੱਢਾ ਨੇ ਭਾਈ ਗੁਰਦਾਸ ਉਦੋਂ ਆਗਰੇ ਸਨ, ਆਗਰੇ ਉਹਨਾਂ ਨੂੰ ਸੁਣਿਆ ਭੇਜਿਆ। ਸ਼ਾਇਦ ਉਹ ਜ਼ਿਆਦਾ ਇਨਫਲੂਐਂਸ਼ੀਅਲ ਸਨ ਆਊਟਰ ਪਬਲਿਕ ਵਿੱਚ। ਬਾਬਾ ਬੁੱਢਾ ਜਿਹੜੇ ਸਨ ਇਨਰ ਸਰਕਲ ਵਿੱਚ ਸਨ। ਭਾਈ ਗੁਰਦਾਸ ਆਏ, ਇਹਨਾਂ ਨੇ ਮੀਟਿੰਗ ਕੀਤੀ। ਇਹਨਾਂ ਨੇ ਵੀ ਆਪਣੇ ਕਾਫੀ ਬੰਦੇ ਇਕੱਠੇ ਕੀਤੇ, ਨੌਜਵਾਨ ਇਕੱਠੇ ਕੀਤੇ ਤੇ ਉਹਨਾਂ ਪੋਸਟਾਂ ਤੇ ਪਹੁੰਚ ਗਏ ਜਿੱਥੇ ਪ੍ਰਿਥੀ ਚੰਦ ਨੇ ਆਪਣੇ ਬੰਦੇ ਰੱਖੇ ਸਨ। ਇਹ ਵੀ ਉੱਥੇ ਬੈਠ ਗਏ। ਸੋ ਇਹਨਾਂ ਨੇ ਫਿਰ ਹੌਲੀ ਹੌਲੀ ਪ੍ਰਚਾਰ ਕੀਤਾ ਕਿ ਅਸਲੀ ਗੁਰੂ ਕੌਣ ਹੈ। ਜਿਸ ਵੇਲੇ ਮਸੰਦਾਂ ਨੂੰ ਵੀ ਪਤਾ ਲੱਗਿਆ, ਜਿਹੜੇ ਬਾਕੀ ਮਸੰਦ ਸਨ, ਕਿ ਪ੍ਰਿਥੀ ਚੰਦ ਗੁਰੂ ਨਹੀਂ ਹੈ। ਹੁਣ ਤੁਹਾਨੂੰ ਹੁਣ ਇੱਥੇ ਸੋਚਣ ਦੀ ਗੱਲ ਆ ਬੜੀ ਇੰਪੋਰਟੈਂਟ, ਕਿੰਨਾ ਕੁ ਪੈਸਾ ਇਹ ਪ੍ਰਿਥੀ ਚੰਦ ਨੇ ਲਿਆ ਹੋਣਾ ਕਿ ਫਿਰ ਉਹ ਸਾਰੇ ਮਸੰਦ ਗੁਰੂ ਅਰਜਨ ਵੱਲ ਆ ਗਏ। ਇਸ ਤੋਂ ਬਾਅਦ ਦੇਖੋ ਜੋ ਹੁਣ ਬਬਲੀ ਨੇ ਇੱਕ ਸਵਾਲ ਪੁੱਛਿਆ ਕਿ ਕਿਹੜੀ ਕਿਹੜੀ ਹਿੱਸੀ ਬੁੱਕ ਹੈ, ਕਿ ਇੱਥੋਂ ਤੱਕ ਤੇ ਗੁਰੂ ਅਰਜਨ ਤਕਲੀਫ ਵਿੱਚ ਨੇ। ਪਹਿਲਾਂ ਇਵਨ ਡਿਊਰਿੰਗ ਹਿਸ ਫਾਦਰ ਜੋ ਪ੍ਰਿਥੀ ਚੰਦ ਸੀਨ ਕ੍ਰੀਏਟ ਕਰਦਾ ਰਿਹਾ, ਫਿਰ ਉਹਦੇ ਬਾਅਦ ਉਹਨਾਂ ਦੇ ਫਾਦਰ ਦੀ ਡੈਥ, ਫਿਰ ਉਹਦੇ ਬਾਅਦ 1-2 ਸਾਲ ਅੰਮ੍ਰਿਤਸਰ ਦਾ ਘਿਰਾਓ। ਪਰ ਹੁਣ ਜਦੋਂ ਉਹਨਾਂ ਨੇ ਗੁਰੂ ਮੰਨ ਲਿਆ ਤੇ ਇੱਕ ਟ੍ਰਿਕ ਹੁਣ ਹੋਰ ਚੱਲੀ ਵਜ਼ੀਰ ਜੀ, ਕਿ ਉੱਥੇ ਜਿਹੜੇ ਕੀਰਤਨ ਕਰਨ ਵਾਲੇ ਸਨ ਸੱਤ ਤੇ ਬਲਵੰਡ, ਇਹਨੇ ਪ੍ਰਸੀਏ ਨੇ ਉਹਨਾਂ ਨੂੰ ਵੀ ਚੁੱਕ ਦਿੱਤਾ। ਗਲਤ ਕਹਾਣੀ ਦੱਸਿਆ ਕਿ ਤੁਹਾਨੂੰ ਪਤਾ ਵੀ ਉਹਨਾਂ ਦੀ ਬੇਟੀ ਦੀ ਸ਼ਾਦੀ ਆਈ, ਉਹਨਾਂ ਨੇ ਗੁਰੂ ਸਾਹਿਬ ਤੋਂ ਪੈਸੇ ਮੰਗੇ। ਗੁਰੂ ਸਾਹਿਬ ਕੋਲ ਜਿੰਨੇ ਹੋਣਗੇ ਉਦੋਂ ਉਹਨਾਂ ਨੇ ਦੇ ਦਿੱਤੇ। ਇਹਨੇ ਜਾ ਕੇ ਸੱਤ ਬਲਵੰਡ ਨੂੰ ਬੁਲਾਇਆ, ਕੀਰਤਨ ਤੁਸੀਂ ਕਰਦੇ ਹੋ, ਪੈਸੇ ਤੁਹਾਡੇ ਕਰਕੇ ਆਉਂਦੇ ਨੇ ਤੇ ਗੁਰੂ ਸਾਹਿਬ ਨੇ ਤੇ ਤੁਹਾਨੂੰ ਕੁਝ ਵੀ ਨਹੀਂ ਦਿੱਤਾ, ਤੁਸੀਂ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਇਹ ਤੋਂ ਡਬਲ ਮਾਲ ਦੇ ਦਿਆਂਗਾ। ਉਹ ਵੀ ਤੁਹਾਡੇ ਮੇਰੇ ਵਰਗੇ ਬੰਦੇ ਹੀ ਸਨ ਨਾ, ਉਹ ਗੁਰੂ ਸਾਹਿਬ ਨੂੰ ਛੱਡ ਗਏ। ਇਹ ਉਹਦਾ ਆਖਰੀ ਤੀਰ ਸੀ। ਪਰ ਫਿਰ ਗੁਰੂ ਸੰਗਤ ਕੋਈ ਸੱਤ ਤੇ ਬਲਵੰਡ ਕਰਕੇ ਥੋੜੀ ਆਉਂਦੀ ਸੀ, ਉਹ ਤੇ ਆਉਂਦੀ ਸੀ ਗੁਰੂ ਸਾਹਿਬ ਤੇ। ਫਿਰ ਕਹਿੰਦੇ ਨੇ ਗੁਰੂ ਸਾਹਿਬ ਨੇ ਸਰੰਦਾ ਆਪ ਵਜਾਇਆ, ਆਪ ਉਹਨਾਂ ਨੇ ਕੀਰਤਨ ਕੀਤਾ, ਸੰਗਤ ਉੱਥੇ ਜਾਣੀ ਸ਼ੁਰੂ ਹੋ ਗਈ। ਫਿਰ ਸੱਤ ਬਲਵੰਡ ਨੂੰ ਪਤਾ ਲੱਗਾ ਵੀ ਉਹਨਾਂ ਨੇ ਕਿੰਨੀ ਮੂਰਖਤਾ ਕੀਤੀ ਹੈ। ਤਾਂ ਕਹਿਣ ਦਾ ਮੇਰਾ ਮਤਲਬ ਇਹ ਹੈ, ਦੇਖੋ ਇਸ ਘਟਨਾ ਤੋਂ ਬਾਅਦ ਗੁਰਦੀਪ ਜੀ ਗੁਰੂ ਸਾਹਿਬ ਸੰਤੋਖ ਸਰ ਬਣਾਉਂਦੇ। ਮੈਨੂੰ ਕਿਸੇ ਨੇ ਪੁੱਛਿਆ, ਮੈਂ ਉਹਨੂੰ ਕਿਹਾ ਦੇਖ, ਉਹਨਾਂ ਨੇ ਸੰਤੋਖ ਸਰ ਬਣਾਇਆ। ਉਸ ਤੋਂ ਬਾਅਦ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਧਰੀ। ਉਹਦੇ ਬਾਅਦ ਉਹਨਾਂ ਨੇ ਤਰਨਤਾਰਨ ਸਾਹਿਬ ਵਸਾਇਆ। ਉਹਦੇ ਬਾਅਦ ਉਹਨਾਂ ਨੇ ਕਰਤਾਰਪੁਰ ਸਾਹਿਬ ਵਸਾਇਆ। ਉਹਦੇ ਬਾਅਦ ਉਹਨਾਂ ਨੇ ਗੋਬਿੰਦਪੁਰਾ ਵਸਾਇਆ। ਉਹਦੇ ਬਾਅਦ ਉਹਨਾਂ ਨੇ ਛੱਟਾ ਸਾਹਿਬ ਵਸਾਇਆ। ਇੱਕ ਸ਼ਹਿਰ ਬਣਾਉਣ ਤੇ ਕਿੰਨੇ ਕੋ ਪੈਸੇ ਲੱਗਦੇ ਨੇ। ਤੇ ਹੁਣ ਇਹਦਾ ਮਤਲਬ ਹੈ ਉਸ ਘਟਨਾ ਤੋਂ ਬਾਅਦ ਪ੍ਰਿਥੀ ਚੰਦ ਫੇਲ ਹੋ ਚੁੱਕਾ ਸੀ। ਮਾਇਆ ਸਾਰੀ ਗੁਰੂ ਸਾਹਿਬ ਕੋਲ ਆਈ। ਤੇ ਹਰੀ ਰਾਮ ਗੁਪਤਾ ਲਿਖਦਾ ਆਪਣੀ ਕਿਤਾਬ ਵਿੱਚ, ਇਹਨੇ ਪੁੱਛਿਆ ਤੇ ਬਬਲੀ ਨੇ, ਕਿ ਉਹ ਫਿਰ ਕਹਿੰਦੇ ਨੇ ਗੁਰੂ ਸਾਹਿਬ ਐਕਚੁਅਲੀ ਲੈਡ ਏ ਰਾਇਲ ਲਾਈਫ। ਉਹਨਾਂ ਨੇ ਕਿਹਾ ਕਿ ਇੱਕ ਵੇਲਾ ਆ ਗਿਆ ਕਿ ਮੈਂ ਸੰਗਤਾਂ ਨੂੰ ਦੱਸਾਂ ਕਿ ਅੱਛੀ ਜ਼ਿੰਦਗੀ ਔਰ ਗੁਰਮਤ ਕੋਈ ਦੋ ਚੀਜ਼ਾਂ ਨਹੀਂ ਹੈ। ਤੁਸੀਂ ਅੱਛੇ ਕੱਪੜੇ ਪਾ ਕੇ ਵੀ ਪਾਠ ਕਰ ਸਕਦੇ ਹੋ, ਅੱਛੇ ਵੱਡੇ ਘਰਾਂ 'ਚ ਰਹਿ ਕੇ ਵੀ ਤੁਸੀਂ ਗੁਰੂ ਨਾਨਕ ਦੇ ਨਾਲ ਜੁੜੇ ਰਹਿ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਤੁਸੀਂ ਫਟੇ ਪੁਰਾਣੇ ਕੱਪੜੇ ਪਾ ਕੇ, ਯੋਗੀਆਂ ਵਾਲੇ ਕੱਪੜੇ ਪਾ ਕੇ ਹੀ ਗੁਰੂ ਨਾਨਕ ਨੂੰ ਮਿਲਣਾ। ਦਿਸ ਐਂਡ ਹੀ ਲੈਡ ਏ ਰਾਇਲ ਲਾਈਫ। ਇਹਦੇ ਬਾਅਦ ਦੋ ਘਟਨਾਵਾਂ ਨੇ, ਫਿਰ ਦੈਨ ਵਿਲ ਕਮ ਬੈਕ ਟੂ ਗੁਰੂ ਰਾਮਦਾਸ। ਪ੍ਰਿਥੀ ਚੰਦ ਨੇ, ਜੇ ਤੁਹਾਨੂੰ ਯਾਦ ਹੋਣਾ, ਇਹ ਵੀ ਵਜ਼ੀਰ ਜੀ ਤੁਸੀਂ ਸ਼ਬਦ ਪੜ੍ਹਿਆ ਹੋਣਾ, ਸੁਲਹੀ ਖਾਨ ਨੂੰ ਭੇਜਿਆ। ਜਿਹੜਾ ਗੁਰੂ ਸਾਹਿਬ ਨੇ ਕਿਹਾ ਸੁਲਹੀ ਹੁਆ ਨਾਪਾਕ, ਉਹਨੂੰ ਭੇਜਿਆ। ਉਹ ਰੈਵਨਿਊ ਅਫਸਰ ਸੀ। ਦੇਖੋ ਚਲਾਕੀ, ਦੇਖੋ ਕੀ ਹੈ ਚਲਾਕੀ ਪਰਮਜੀਤ ਜੀ। ਇਹ ਹੈ ਕਿ ਸੁਲਹੀ ਖਾਨ ਦੇ ਰੈਵਨਿਊ ਆਫਿਸਰ ਕਿ ਗੁਰੂ ਸਾਹਿਬ ਲਗਾਨ ਨਹੀਂ ਦਿੰਦੇ, ਗੁਰੂ ਸਾਹਿਬ ਰੈਂਟ ਨਹੀਂ ਦਿੰਦੇ ਅੰਮ੍ਰਿਤਸਰ ਦਾ। ਤੂੰ ਜਾ ਕੇ ਪੈਸੇ ਲਾਇਆ ਉਹਨਾਂ ਕੋਲੋਂ, ਸਾਰੇ ਪੈਸੇ ਆਪ ਵਰਤ ਰਹੇ ਨੇ। ਇੰਨਾ ਪੈਸਾ ਆ ਰਿਹਾ ਉੱਤੇ, ਇਨਕਮ ਟੈਕਸ ਕਹਿ ਲਓ, ਉਸ ਵੇਲੇ ਜੋ ਵੀ ਉਸ ਨੂੰ ਟੈਕਸ ਸੀ। ਬਾਕੀ ਹਿੰਦੂ ਰਾਜੇ ਤੇ ਦਿੰਦੇ ਸਨ ਨਾ। ਪਰ ਸੁਲਹੀ ਖਾਨ ਕਹਿੰਦੇ ਨੇ ਜਦੋਂ ਚੱਲਿਆ, ਉਹ ਘੋੜੇ ਦੇ ਉੱਤੇ ਸਵਾਰ ਸੀ। ਕਿਸੇ ਭੱਠਾ ਆਇਆ ਇੱਕ, ਉਸ ਭੱਠੇ ਦੇ ਕੋਲੋਂ ਲੰਘਣ ਲੱਗਾ। ਉਹ ਘੋੜੇ ਨੂੰ ਪਤਾ ਨਹੀਂ ਕੀ ਹੋਇਆ, ਉਹਨੇ ਭੱਠੇ ਵਿੱਚ ਜਾ ਛਲਾਂਗ ਲਗਾਈ ਤੇ ਘੋੜਾ ਤੇ ਸੁਲਹੀ ਖਾਨ ਦੋਨੇ ਸੜ ਗਏ। ਸੋ ਲੇਕਿਨ ਇਸ ਤੋਂ ਬਾਅਦ ਮੈਂ ਠਹਿਰ ਜਾਵਾਂਗਾ, ਕਿਉਂਕਿ ਇਹ ਸਭ ਕੁਝ ਕਰਨ ਤੋਂ ਬਾਅਦ ਫਿਰ 4 ਸਾਲ ਗੁਰੂ ਸਾਹਿਬ
ਰਾਮਸਰ ਰਹੇ, ਰਾਮਸਰ ਬਣਾਇਆ, ਗੁਰੂ ਗ੍ਰੰਥ ਸਾਹਿਬ ਦੀ ਪੀੜ ਬਣਾਈ, ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ। ਪਰ ਉਹਦੇ 2 ਸਾਲਾਂ ਬਾਅਦ ਜਿਸ ਵੇਲੇ ਅਕਬਰ ਦੀ ਡੈਥ ਹੋ ਜਾਂਦੀ ਹੈ ਤੇ ਜਹਾਂਗੀਰ ਗੱਦੀ ਤੇ ਬੈਠਦਾ, ਨਾਓ ਇਜ਼ ਦੀ ਅਪਰਚੁਨਿਟੀ ਫॉर ਪ੍ਰਿਥੀ ਚੰਦ ਕਿ ਉਹਨੇ ਫਿਰ ਸਾਰੇ ਮੁਗਲ ਦੁਸ਼ਮਣ, ਉਹਨਾਂ ਵਿੱਚ ਹੁਣ ਕਈ ਹੋਰ ਵੀ ਰਲ ਗਏ ਸਨ, ਇਕੱਠੇ ਕੀਤੇ, ਜਹਾਂਗੀਰ ਦਾ ਕੰਨ ਭਰੇ। ਐਜ਼ ਏ ਰਿਜ਼ਲਟ ਫਿਰ ਤੁਹਾਨੂੰ ਪਤਾ ਕਿ ਗੁਰੂ ਸਾਹਿਬ ਵਾਸ ਅਰੈਸਟਡ ਐਂਡ ਹੀ ਵਾਸ ਟਾਰਚਰਡ ਟੂ ਡੈਥ। ਔਰ ਇਹ ਸਭ ਕੁਝ ਜਿਹੜਾ ਸੀ ਟਾਈਮ ਪੀਰੀਅਡ ਦੇਖੋ, ਗੁਰੂ ਰਾਮਦਾਸ ਜੀ ਦੇ ਜੀਵਨ ਤੋਂ ਲੈ ਕੇ ਕਿੰਨੇ ਸਾਲ ਰਹੇ ਨੇ ਗੁਰੂ ਅੰਗਦ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਪਰਮਜੀਤ ਨੂੰ ਪਤਾ 25 ਸਾਲ, 25 ਸਾਲ 18 ਤੋਂ ਲੈ ਕੇ 43 ਤੱਕ 25 ਉਹਦੀ ਦੁਸ਼ਮਣੀ ਨਹੀਂ ਹਟੀ। ਔਰ ਤੁਹਾਨੂੰ ਪਤਾ ਕਿ ਉਹਦੇ ਵਿੱਚ ਜਿਸ ਵੇਲੇ ਗੁਰੂ 6ਵੀਂ ਪਾਤਸ਼ਾਹੀ ਦਾ ਜਨਮ ਵੀ ਹੁੰਦਾ, ਗੁਰੂ ਹਰਗੋਬਿੰਦ ਸਾਹਿਬ ਦਾ, ਤੇ ਕਿੰਨੇ ਅਟੈਂਪਟ ਕਰਦਾ ਪ੍ਰਿਥੀ ਚੰਦ ਪਲੱਸ ਹਿਸ ਵਾਈਫ ਕਰਮੋ ਟੂ ਇਹਨਾਂ ਮਾਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੋਇਜ਼ਨ ਕੀਤਾ। ਪੋਇਜ਼ਨਸ ਰੇਕ ਦਿੰਦਾ, ਉਹ ਦਾਈ ਨੂੰ ਭੇਜਦਾ, ਉਹ ਜਿਹੜਾ ਇੱਕ ਬ੍ਰਾਹਮਣ ਸੀ ਉਹਨੂੰ ਭੇਜਦਾ। ਬ੍ਰਾਹਮਣ ਤਾਂ ਵੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਨੂੰ। ਸੋ ਇਹ ਆਇਆ ਸੀ ਪ੍ਰਿਥੀ ਚੰਦ ਦਾ, ਉਹਨਾਂ ਨੇ ਕਿਹਾ ਸੀ ਪ੍ਰਿਥੀ ਚੰਦ ਦਾ ਬੇਟਾ। ਮੈਂ ਭਾਵੇਂ ਪ੍ਰਿਥੀ ਚੰਦ ਵੀ ਅੱਗੇ ਰਾਮ ਰਾਏ ਵੀ ਆਏਗਾ, ਫਿਰ ਤੇਰਮਲ ਵੀ ਆਏਗਾ। ਸੋ ਇਹ ਕੁਛ ਜਿਹੜਾ ਸਿੱਖ ਇਤਿਹਾਸ ਦੇ ਵਿੱਚ ਕਈ ਐਸੇ ਤੁਹਾਨੂੰ ਜ਼ਖਮ ਨੇ ਇੱਥੇ ਜਿਹੜੇ ਤੁਹਾਨੂੰ ਚੈਨ ਨਹੀਂ ਲੈਣ ਦਿੰਦੇ, ਜਿਹੜੇ ਤੁਹਾਨੂੰ ਬਹੁਤ ਡਿਸਟਰਬ ਕਰਦੇ ਨੇ। ਐਨੀਵੇ ਅੱਗੇ ਇਹ ਦੱਸੋ ਕਿ ਪਰਮਜੀਤ ਦੱਸੇਗੀ, ਕੌਣ ਦੱਸੇਗਾ ਕਿ ਗੁਰੂ ਰਾਮਦਾਸ ਜੀ ਲਾਹੌਰ ਕਿੰਨੀ ਦੇਰ ਰਹੇ ਨੇ? ਲਾਹੌਰ 7 ਸਾਲ। ਵੈਲ ਡਨ। ਉਹਦੇ ਬਾਅਦ ਕਿੱਥੇ ਗਏ? 7 ਉਸ ਸਾਲ ਤੋਂ ਬਾਅਦ ਬਸ ਕੇ ਗਏ ਸੀ, ਬਸ ਕੇ ਗਏ ਸੀ। ਨਾਨੀ ਸੀ 5 ਸਾਲ ਬਸਰ ਕੇ ਜੀ ਨਾਨੀ ਸੀ ਉੱਥੇ 5 ਸਾਲ ਰਹੇ ਸੀ, ਉਹਨਾਂ ਦੀ ਨਾਨੀ ਜੀ ਅਸਰ ਕੇ ਕੌਣ ਸੀ ਪੁੱਤਰ ਮੇਰੇ? ਨਾਨੀ ਜੀ ਸੀ। ਓਕੇ, ਉੱਥੇ ਕਿੰਨੇ ਸਾਲ ਰਹੇ? ਉੱਥੇ 5 ਸਾਲ ਰਹੇ। 5 ਸਾਲ ਉਹਦੇ ਬਾਅਦ ਉਸ ਤੋਂ ਬਾਅਦ ਫਿਰ ਖਡੂਰ ਸਾਹਿਬ ਗਏ ਸੀਗੇ, ਉੱਥੇ ਗੋਇੰਦਵਾਲ ਗਏ ਸੀਗੇ, ਗੋਇੰਦਵਾਲ ਸਾਹਿਬ ਖਡੂਰ ਸਾਹਿਬ ਗਏ ਸੀਗੇ। ਖਡੂਰ ਸਾਹਿਬ ਜਦੋਂ ਗਏ ਨੇ, ਉੱਥੇ 6 ਸਾਲ ਰਹੇ ਸੀ। ਰਾਈਟ। ਉਸ ਤੋਂ ਬਾਅਦ ਤੇ ਗੋਇੰਦਵਾਲ। ਉਸ ਤੋਂ ਬਾਅਦ ਉਹ ਗੋਬਿੰਦਵਾਲ ਗਏ ਸੀਗੇ ਤੇ ਉੱਥੇ ਉਹਨਾਂ ਨੇ 22 ਸਾਲ ਸੇਵਾ ਕੀਤੀ ਸੀ ਗੁਰੂ ਅਮਰਦਾਸ ਜੀ ਦੀ। That is very good answer, very good answer. ਤੇ ਉਸ ਤੋਂ ਬਾਅਦ ਉਹ ਗਏ ਸੀ ਅੰਮ੍ਰਿਤਸਰ, ਜਦੋਂ ਉਹਨਾਂ ਨੂੰ ਗੁਰੂਸ਼ਿਪ ਮਿਲੀ ਸੀ ਤੇ ਉੱਥੇ ਉਹ 7 ਸਾਲ ਰਹੇ ਸੀ। ਜਸਟ ਬਿਫੋਰ ਉਹਨਾਂ ਦੀ ਜੋਤ ਸੀ, ਉਹ ਵਾਪਸ ਗੋਬਿੰਦਵਾਲ ਆਏ ਸੀਗੇ। ਬਿਲਕੁਲ ਠੀਕ ਹੈ। Well done, well done. This every year you have done very well. ਅੱਛਾ, ਹੁਣ ਅਗਰ ਅਸੀਂ ਹੁਕਮਨਾਮਾ ਪੜ੍ਹੀਏ ਤੇ ਇੱਕ ਸਟੈਂਡਾ ਜਿਹੜਾ ਉਹਦਾ ਤੁਸੀਂ ਟ੍ਰਾਂਸਲੇਸ਼ਨ ਕਰੋਗੇ। ਮਹਿੰਦਰ ਜੀ, ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ? ਹਾਂਜੀ। ਓਕੇ। ਗੁਰਮਤ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਗੁਰੂ ਦੀ ਨਗਰੀ ਇਹਨਾਂ ਨੂੰ ਕਿਹਾ ਆਪਣੇ ਮਨ ਨੂੰ ਖੋਜੇ ਉਹ ਜਿਹੜਾ ਨਾਮ ਦਾ ਪਦਾਰਥ ਅਸੀਂ ਪਾ ਲਿਆ, ਆਪਣੇ ਮਨ ਨੂੰ ਖੋਜ ਕੇ ਨਾਮ ਦਾ ਪਦਾਰਥ ਪਾ ਲਿਆ। ਮਨ ਨੂੰ ਖੋਜਣ ਦਾ ਮਤਲਬ ਹੈ ਤੁਸੀਂ ਕੀ ਕਹਿ ਰਹੇ ਹੋ ਕਿ ਗੁਰਮਤ ਜਿਹੜੀ ਨਗਰੀ ਹੈ, ਨਗਰੀ ਨੂੰ ਤੁਸੀਂ ਮਨ ਕਿਹਾ? ਹਾਂਜੀ, ਆਪਣੇ ਮਨ ਦਾ ਮਤਲਬ ਦੱਸ ਸਕਦੇ ਹੋ? ਨਹੀਂ, ਮਨ ਦਾ ਮਤਲਬ ਨਹੀਂ ਦੱਸ। ਨਵਤੇਜ? ਮਨ ਇੱਕ ਇੰਟਰਚੇਂਜੇਬਲੀ ਯੂਜ਼ ਕੀਤਾ ਗਿਆ ਹੈ ਕਿ ਮਤਲਬ ਕਿ ਮਨ ਅਸੀਂ ਮਾਈਂਡ ਨੂੰ ਵੀ ਕਹਿ ਸਕਦੇ, ਅਸੀਂ ਕਈ ਥਾਂ ਤੇ ਮਨ ਨੂੰ ਆਤਮਾ ਵੀ ਕਿਹਾ ਗਿਆ, ਕਈਆਂ ਨੂੰ ਕਈ ਥਾਂ ਤੇ ਜਸਟ ਫਿਜ਼ਿਕ। ਇਟਸ ਨਾਟ ਐਨ ਆਰਗਨ ਨਹੀਂ ਹੈ ਕੋਈ, ਪਰ ਮਾਈਂਡ ਜਿੱਥੇ ਅਸੀਂ ਆਪਣੀ ਮੈਮਰੀਜ਼ ਵਗੈਰਾ ਸਟੋਰ ਕਰਦੇ ਹੈਗੇ ਆ। ਠੀਕ ਹੈ, ਬਿਲਕੁਲ ਠੀਕ ਹੈ। ਤੁਸੀਂ ਆਪਣੇ ਸਰੀਰ ਨੂੰ ਵੀ ਕਹਿ ਸਕਦੇ ਹੋ ਕਿ ਨਹੀਂ? ਕਹਿ ਸਕਦੇ ਹੋ ਕਿਉਂਕਿ ਤੁਹਾਡੀ ਆਤਮਾ, ਤੁਹਾਡਾ ਮਨ ਸਭ ਸਰੀਰ ਚ ਹੈ ਨਾ, ਤੁਹਾਡੀ ਫਿਜ਼ੀਕਲ ਬੋਡੀ ਚ ਹੈ। ਜਸਵੀਰ? ਮਨ ਤਾਂ ਆਇਆ ਨਹੀਂ ਜੀ, ਇਹ ਹੈ ਨਗਰੀ। ਹਾਂ, ਮਨ ਨਹੀਂ ਹੈ, ਨਗਰੀ ਸਰੀਰ। ਨਗਰ ਆਉਂਦਾ, ਸਰੀਰ ਨਗਰ। ਹਾਂਜੀ। ਗੁਰਮਤ ਨਗਰੀ ਖੋਜ ਖੁਜਾਈ, ਗੁਰੂ ਦੀ ਮੱਤ ਨਾਲ ਮੈਂ ਆਪਣੇ ਸਰੀਰ ਨੂੰ ਖੋਜ ਕੇ ਦੇਖਿਆ ਹੈ। ਇਹ ਬਿਲਕੁਲ ਠੀਕ ਉਹਨੇ ਕਿਹਾ, ਸਾਧਨਾ ਕੀਤੀ ਹੈ। ਹੁਣ ਅਗਰ ਤੁਸੀਂ ਮਹਿੰਦਰ, ਨਵਤੇਜ ਤੇ ਵਜ਼ੀਰ ਸਿੰਘ ਜੀ ਦੀ ਟ੍ਰਾਂਸਲੇਸ਼ਨ ਨੂੰ ਇਕੱਠੇ ਕਰੋ ਕਿ ਤੁਸੀਂ ਇਹੀ ਕਹਿ ਰਹੇ ਹੋ ਕਿ ਪਰਮਾਤਮਾ ਦੀ ਖੋਜ ਹੈ, ਪਰਮਾਤਮਾ ਨੂੰ ਤੁਸੀਂ ਲੱਭਣਾ ਹੈ। ਤੁਸੀਂ ਪਰਮਾਤਮਾ ਨੂੰ ਕਿੱਥੋਂ ਲੱਭੋਗੇ? ਜੰਗਲਾਂ 'ਚ ਲੱਭੋਗੇ, ਪਹਾੜਾਂ 'ਚ ਲੱਭੋਗੇ। ਗੁਰੂ ਰਾਮਦਾਸ ਜੀ ਇਹ ਕਹਿ ਰਹੇ ਨੇ ਕਿ ਮੈਂ ਪਰਮਾਤਮਾ ਨੂੰ
ਮੇਰੇ ਜਿਹੜਾ ਗੁਰੂ ਸੀ ਉਹਨਾਂ ਦਾ ਗੁਰੂ ਅਮਰਦਾਸ ਵੀ ਹੋ ਸਕਦੇ ਨੇ, ਉਹਨਾਂ ਦਾ ਗੁਰੂ ਵਾਹਿਗੁਰੂ ਆਪ ਵੀ ਹੋ ਸਕਦਾ। ਉਹਦੀ ਮਤ ਦੇ ਨਾਲ, ਉਹਦੀ ਸਿੱਖਿਆ ਦੇ ਨਾਲ ਮੈਂ ਆਪਣੇ ਅੰਦਰੋਂ ਹੀ ਆਪਣੇ ਆਪ ਚੋਂ ਹਾਂਜੀ ਖੋਜ ਕੀਤੀ ਆਪਣੇ ਅੰਦਰ। ਖੋਜ ਜਾਏਗਾ। ਹੁਣ ਜਿਹੜਾ ਆਪਣਾ ਅੰਦਰ ਹੈ ਉਹ ਮਹਿੰਦਰ ਤੋਂ ਸ਼ੁਰੂ ਕਰਕੇ ਨਵਤੇਜ ਤੱਕ ਆ ਜਾਓ, ਕਿਉਂਕਿ ਤੁਹਾਡੀ ਇਹ ਜਿਹੜੀ ਫਿਜ਼ੀਕਲ ਬਾਡੀ ਹੈ ਤੇ ਕੁਝ ਵੀ ਨਹੀਂ ਹੈ ਨਾ, ਇਹ ਤੇ ਇੱਕ ਢਾਂਚਾ ਹੈ ਤੇ ਹੱਡੀਆਂ ਨੇ, ਇਹਦੇ ਅੰਦਰ ਹੀ ਤੁਹਾਡੀ ਰੂਹ ਹੈ, ਇਹਦੇ ਅੰਦਰ ਹੀ ਤੁਹਾਡਾ ਬ੍ਰੇਨ ਹੈ, ਇਹਦੇ ਅੰਦਰ ਹੀ ਤੁਹਾਡੇ ਬਾਕੀ ਵਰਕਿੰਗ ਆਰਗਨਸ ਨੇ, ਔਰ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਜਿੱਥੇ ਤੁਸੀਂ ਜਿੱਥੋਂ ਸੋਚਦੇ ਹੋ, ਜਿੱਥੇ ਤੁਸੀਂ ਸਟੋਰ ਕਰਦੇ ਹੋ, ਜਿੱਥੋਂ ਤੁਸੀਂ ਲੱਭਦੇ ਹੋ ਕਿ ਪਰਮਾਤਮਾ ਨੂੰ ਖੋਜਣ ਵਾਸਤੇ, ਲੱਭਣ ਵਾਸਤੇ ਤੁਹਾਡੇ ਅੰਦਰ ਕਿਹੜਾ ਆਰਗਨ ਵਰਕ ਕਰਦਾ, ਉਹਦੀ ਗੱਲ ਉਹ ਕਰ ਰਹੇ ਨੇ ਕਿ ਜਿਸ ਵੇਲੇ ਉਹਨਾਂ ਨੇ ਠੀਕ ਹੈ ਗੁਰੂ ਨਗਰੀ ਮੀਨ ਤੁਹਾਡਾ ਬਾਡੀ ਦੇ ਅੰਦਰ ਇਹ ਨਗਰ ਵਸਿਆ। ਦੇਖੋ ਨਗਰ ਤੇ ਫਿਰ ਵੀ ਮਕਾਨਾਂ ਦਾ ਹੋਏਗਾ ਨਾ, ਨਗਰ ਦੇ ਅੰਦਰ ਕੌਣ ਰਹਿੰਦਾ ਉਹਨੇ ਲੱਭਿਆ, ਤੇ ਨਗਰ ਦੇ ਅੰਦਰ ਕੌਣ ਹੈ? ਤੁਹਾਡੇ ਹਾਰਟ ਹੈ, ਬਾਹਰ ਨਹੀਂ ਭਟਕਿਆ ਖੋਜਣ ਵਾਸਤੇ। ਹਾਂਜੀ, ਆਪਣੇ ਨਾਲ ਆਪਣੇ ਆਪ ਨੂੰ ਕਨਸੈਂਟਰੇਟ ਕਰਕੇ ਆਪਣੇ ਆਪ 'ਚ ਬੈਠ ਗਿਆ। ਠੀਕ, ਬਿਲਕੁਲ ਠੀਕ। ਗੋਇੰਗ ਆਊਟਸਾਈਡ, ਕਿਧਰੇ ਜੰਗਲਾਂ ਜਾ ਕਿਧਰੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ, ਆਪਣੇ ਅੰਦਰ ਦੇਖੋ। ਜਸਵੀਰ, ਇਹਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਕਹਿ ਸਕਦੇ ਹਾਂ ਕਿ ਇਹ ਚੋਂ ਖੋਜ ਕੇ ਅਸੀਂ ਆਪਣੇ ਪਰਮਾਤਮਾ ਨੂੰ ਪਾਇਆ। ਦੇਖ ਮੈਂ ਪਹਿਲਾਂ ਕਿਹਾ ਸੀ ਦਵਿੰਦਰ ਲੈਸਨ ਸ਼ੁਰੂ ਕਰਨ ਤੋਂ ਪਹਿਲਾਂ, ਜਿਸ ਵੇਲੇ ਅਸੀਂ ਗੁਰਬਾਣੀ ਤੇ ਆਵਾਂਗੇ ਨਾ, ਤੇ ਗੁਰਬਾਣੀ ਦੇ ਤੁਸੀਂ ਜਿੰਨੀ ਮਰਜ਼ੀ ਟ੍ਰਾਂਸਲੇਸ਼ਨਾਂ ਕਰ ਲਓ, ਔਰ ਕੋਈ ਵੀ ਟ੍ਰਾਂਸਲੇਸ਼ਨ ਗਲਤ ਨਹੀਂ ਹੈ, ਪਰ ਕੋਈ ਇੱਕ ਟ੍ਰਾਂਸਲੇਸ਼ਨ ਐਸੀ ਵੀ ਹੋਏਗੀ ਜਿਹੜੀ ਤੁਹਾਨੂੰ ਲਿਟਰਲ ਮੀਨਿੰਗ ਹਰ ਚੀਜ਼ ਦਾ ਦੱਸੇਗੀ, ਔਰ ਉਹ ਲਿਟਰਲ ਮੀਨਿੰਗ ਤੁਹਾਨੂੰ ਵਜ਼ੀਰ ਸਿੰਘ ਨੇ ਦੱਸਿਆ ਕਿ ਇੱਥੇ ਵਰਡ ਹੈ ਨਗਰੀ, ਆ ਜਿਹੜੀ ਤੁਹਾਡਾ ਸਰੀਰ ਇਹ ਨਗਰੀ ਹੈ, ਇਹ ਬੋਡੀ ਹੈ, ਇਹਦੇ ਠੀਕ ਹੈ। ਉਹਦਾ ਫਿਰ ਥੋੜੀ ਜਿਹੀ ਖੋਜ ਨਵਤੇਜ ਤੇ ਮਹਿੰਦਰ ਨੇ ਕੀਤੀ ਹੈ ਕਿ ਨਗਰੀ ਦੇ ਅੰਦਰ ਕੀ ਹੈ, ਲੇਕਿਨ ਇੱਥੇ ਹਾਲੀ ਕੋਈ ਰੈਫਰੈਂਸ ਪੋਚੀ ਸਾਹਿਬ ਦਾ ਜਾਂ ਸ਼ਬਦ ਗੁਰੂ ਦਾ ਉਹ ਨਹੀਂ ਆਇਆ। ਅਸੀਂ ਆਪਣੇ ਅੰਦਰੋਂ ਸ਼ਬਦ ਗੁਰੂ ਨੂੰ ਲੱਭਿਆ, ਆਪਣੇ ਹਾਰਟ ਵਿੱਚੋਂ ਉੱਥੋਂ ਵਾਹਿਗੁਰੂ ਨੂੰ ਲੱਭਿਆ, ਉਹਦੀ ਸਿੱਖਿਆ ਲੱਭੀ ਹੈ। ਜਸਵੀਰ ਜੀ ਕਰੋਗੇ ਅਗਲਾ? ਮੇਰੇ ਮਨ ਹਰ ਸਾਂਤ ਵਸਾਈ। ਜਦੋਂ ਮੈਂ ਆਪਣੇ ਮਨ ਨੂੰ ਦੇ ਵਿੱਚ ਇਸ ਨਾਮ ਦਾ ਖਜ਼ਾਨਾ ਲੱਭ ਲਿਆ, ਮੈਨੂੰ ਸ਼ਾਂਤੀ ਹੋ ਗਈ। ਹਰ ਜਿਹੜਾ ਵਰਡ ਆਉਂਦਾ ਉਹ ਵਾਹਿਗੁਰੂ ਵਾਸਤੇ ਆਉਂਦਾ, ਕਿ ਵਾਹਿਗੁਰੂ ਨੇ ਮੇਰੇ ਅੰਦਰ ਫਿਰ ਸ਼ਾਂਤੀ ਵਸਾਈ ਹੈ। ਵਾਹਿਗੁਰੂ ਨੇ ਮੇਰੇ ਅੰਦਰ ਮੈਨੂੰ ਜਿਹੜੀ ਮੇਰੀ ਦੁਬਿਧਾ ਸੀ, ਜਾਂ ਜਿਹੜਾ ਮਨ ਅਸ਼ਾਂਤ ਸੀ, ਜਿਹੜੀ ਮੈਨੂੰ ਹਰ ਵੇਲੇ ਕੋਈ ਨਾ ਕੋਈ ਤਕਲੀਫ ਆਉਂਦੀ ਸੀ, ਜਾਂ ਮੇਰੇ ਅੰਦਰ ਹਰ ਵੇਲੇ ਅਸ਼ਾਂਤੀ ਵਸਦੀ ਸੀ, ਉਹ ਮੈਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਘਟੀ ਹੈ। ਗੁਰਦੀਪ, ਹਰ ਗੁਣ ਗਾਵਾਂ ਜੀਵਾ ਮੇਰੀ ਮਾਈ। ਨਹੀਂ, ਰਾव ਦੀ ਲਾਈਨ ਮਿਸ ਹੋ ਗਈ। ਤਿਸਨਾ ਅਗਨ ਬੁਝੀ ਕਿਨ ਅੰਤਰ। ਸੌਰੀ, ਤਿਸਨਾ ਅਗਨ ਬੁਝੀ ਖਿਨ ਅੰਤਰ, ਗੁਰ ਮਿਲੀਏ ਸਭ ਭੁੱਖ ਗਵਾਈ। ਗੁਰੂ ਨੂੰ ਮਿਲ ਕੇ ਤੇ ਸਾਰੇ ਆਪਣੇ ਦੁੱਖ ਭੁੱਖ ਆਪਣੇ ਸਾਰੇ ਦੂਰ ਹੋ ਜਾਂਦੇ ਆ, ਤੇ ਜਿਹੜੀ ਆਪਣੀ ਤ੍ਰਿਸ਼ਨਾ ਜਿਹੜੀ ਆਗਿਆ ਤ੍ਰਿਸ਼ਨਾ ਦੀ ਉਹ ਬੁੱਝ ਜਾਂਦੀ ਆ। ਅੱਛਾ, ਹੁਣ ਤੁਸੀਂ ਟ੍ਰਾਂਸਲੇਸ਼ਨ ਤੇ ਕੀਤੀ ਹੈ, ਟ੍ਰਾਂਸਲੇਸ਼ਨ ਬਿਲਕੁਲ 100% ਠੀਕ ਹੈ, ਪਰ ਤੁਸੀਂ ਮੈਨੂੰ ਇਹ ਦੱਸੋ ਕਿ ਕੀ ਇੱਥੇ ਕਰਕੇ ਤੁਸੀਂ ਕਹਿੰਦੇ ਭੁੱਖ ਮਿਟ ਜਾਂਦੀ, ਕਾਹਦੀ ਭੁੱਖ ਮਿਟ ਜਾਂਦੀ ਆ? ਜਿੱਦਾਂ ਵੀ ਕਾਮ ਤੋਂ ਲੋਭ ਹੰਕਾਰ ਦੀ, ਜਿਹੜੇ ਸਰੀਰ ਨੂੰ ਜਿਹੜੇ ਦੁੱਖ ਦਿੰਦੇ ਆ, ਕਿਸ ਚੀਜ਼ ਨੂੰ, ਜਿੱਦਾਂ ਸੌਰੀ ਮਾਇਆ ਦੀ ਤ੍ਰਿਸ਼ਨਾ ਕਹਿ ਸਕਦੇ ਹੋ, ਮਾਇਆ ਦੀ ਭੁੱਖ। ਨਹੀਂ, ਮੇਰਾ ਕੁਐਸਚਨ ਇਹ ਹੈ, ਪਹਿਲਾਂ ਗੁਰਦੀਪ ਜਵਾਬ ਦੇਗਾ, ਫਿਰ ਬਾਕੀ ਜਿਹਨੇ ਦੇਣਾ ਉਹ ਹੱਥ ਖੜਾ ਵੀ ਕਰ ਸਕਦਾ। ਕੀ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਅਗਰ ਆਪਣੇ ਟੀਚਰ ਨੂੰ ਮਿਲਦੇ ਹੋ, ਆਪਣੇ ਗੁਰੂ ਨੂੰ ਮਿਲਦੇ ਹੋ, ਤੇ ਉਹਦੇ ਮਿਲਣ ਦੇ ਨਾਲ ਹੀ ਤੁਹਾਡੀ ਇਹ ਭੁੱਖ ਮਿਟ ਜਾਏਗੀ ਤ੍ਰਿਸ਼ਨਾ? ਹਾਂਜੀ, ਸਿਰਫ ਮਿਲਦਾ, ਜਿੱਦਾਂ ਆਪਣੇ ਜਿੱਦਾਂ ਹੁੰਦਾ ਵੀ ਕਿਸ ਚੀਜ਼ ਦੀ ਲੋੜ ਹੋਵੇ, ਯੂ ਵਾਂਟ ਸਮਥਿੰਗ like I want this, I want that, ਵੀ ਉੱਥੇ ਜਾਏ ਉਹ ਕਰੀਏ, you have like a thirst for knowledge, so ਗੁਰੂ ਨੂੰ ਮਿਲ ਕੇ ਉਹ ਸੋਚੀ ਪਾ ਕੇ then that thirst of wanting, you know, everything, ਉਹ ਬੁੱਝ ਜਾਂਦੀ ਆ। ਸੋ ਅਗਰ ਮੈਂ ਹੁਣ ਤੁਹਾਨੂੰ ਇੱਕ ਪ੍ਰੈਕਟੀਕਲ ਐਗਜ਼ਾਮਪਲ ਲਗਾ, ਸਪੋਜ਼ ਇਸ ਕਲਾਸ ਦੇ ਮੋਨੀਟਰ ਜਾਂ ਇਸ ਕਲਾਸ ਦੇ ਸਭ ਤੋਂ ਬੁੱਧੀਮਾਨ ਸਰਦਾਰ ਵਜ਼ੀਰ ਸਿੰਘ ਜੀ ਨੇ, ਤੁਸੀਂ ਉਹਨਾਂ ਨੂੰ ਮਿਲੋਗੇ ਤੇ ਤੁਹਾਡੇ ਅੰਦਰੋਂ ਸਾਰੀ ਤ੍ਰਿਸ਼ਨਾ ਦੀ ਅੱਗ ਬੁੱਝ ਜਾਏਗੀ? ਸਿਰਫ ਮਿਲਣ ਦੇ ਨਾਲ ਨਹੀਂ, ਉਹਨਾਂ ਦੇ ਨਾਲ ਤੁਸੀਂ ਬਾਤ ਕਰਕੇ ਉਹਨਾਂ ਕੋਲ ਸੋਚੀ ਕਰਕੇ। ਠੀਕ ਹੈ, ਥੈਂਕ ਯੂ। ਇਹ ਸੁਣਨਾ ਚਾਹੁੰਦਾ ਸਾਂ ਕਿ ਜਿਸ ਵੇਲੇ ਕਹਿੰਦੇ ਨੇ ਕਿ ਗੁਰੂ ਨੂੰ ਮਿਲ ਕੇ ਸਭ ਕੁਝ ਹੁੰਦਾ, ਇਹਦਾ ਮਤਲਬ ਹੈ ਖਾਲੀ ਗੁਰੂ ਦੇ ਸਰੀਰ ਨੂੰ ਮਿਲ ਕੇ ਨਹੀਂ, ਗੁਰੂ ਨੂੰ ਮਿਲ ਕੇ ਤੇ ਫਿਰ ਉਹਦੀ ਜਿਹੜੀ ਸਿੱਖਿਆ ਹੋਏਗੀ, ਗੁਰੂ ਜੋ ਤੁਹਾਨੂੰ ਉਪਦੇਸ਼ ਦੇਗਾ, ਗੁਰੂ ਜੋ ਤੁਹਾਡੇ ਨਾਲ ਗੱਲ ਕਰੇਗਾ, ਉਹਦੇ ਨਾਲ ਹੀ ਤੁਹਾਡੇ ਦੁੱਖ ਸੁੱਖ ਸਾਰੇ ਫਿਰ ਮਿਟਣਗੇ।
ਕਿਉਂਕਿ ਉਹਦੀ ਇੱਕ ਇੱਕ ਗੱਲ ਦੇ ਵਿੱਚ ਦੇਖੋ ਗੱਲ ਪੱਕ ਸਾਨੂੰ ਦੋ ਚੀਜ਼ਾਂ ਜਦੋਂ ਅਸੀਂ ਕਹਿੰਦੇ ਆ ਕਿ ਸਿੱਖ ਧਰਮ ਵਿੱਚ ਬੁੱਤ ਪ੍ਰਸਤੀ ਨਹੀਂ ਹੈਗੀ, ਤੇ ਮੈਂ ਉਹਦੀ ਸਿਰਫ ਇੱਕ ਸਿੰਪਲ ਜਿਹੀ ਐਗਜ਼ਾਮਪਲ ਦੇਣਾ ਹੁੰਨਾ। ਇੱਕ ਪਾਸੇ ਤੁਸੀਂ ਇੱਕ ਬੁੱਤ ਰੱਖਦੇ ਹੋ, ਤੁਸੀਂ ਕੋਈ ਰੱਖਦੇ ਹੋ, ਕੋਈ ਬੜਾ ਵੱਡਾ ਆਥਰ ਲੈ ਲਓ, ਅੱਜ ਕੱਲ੍ਹ ਦਾ ਤੇ ਖੈਰ ਕੋਈ ਤੁਸੀਂ ਇੰਨਾ ਵੱਡਾ ਨਾਂ ਨਹੀਂ ਦੱਸ ਸਕਦੇ, ਪਰ ਸਪੋਜ਼ ਖੁਸ਼ਵੰਤ ਸਿੰਘ ਦੀ ਗੱਲ ਕਰੋ, ਇੱਕ ਪਾਸੇ ਜਦੋਂ ਖੁਸ਼ਵੰਤ ਸਿੰਘ ਸੀ, ਇੱਕ ਪਾਸੇ ਉਹਦੀ ਬੁੱਕ ਰੱਖਦੇ ਹੋ, ਇੱਕ ਪਾਸੇ ਖੁਸ਼ਵੰਤ ਸਿੰਘ ਬੈਠਾ ਕੁਰਸੀ ਤੇ, ਤਾਂ ਤੁਹਾਨੂੰ ਕਿਹੜੀ ਚੀਜ਼ ਤੋਂ ਜ਼ਿਆਦਾ ਗਿਆਨ ਮਿਲੇਗਾ? ਖੁਸ਼ਵੰਤ ਸਿੰਘ ਤੋਂ ਗੱਲ ਕਰਕੇ, ਖਾਲੀ ਉਹਦੀ ਕਿਤਾਬ ਮਿਲੇਗਾ ਨਾ। ਗਿਆਨ ਕਿਤਾਬ ਪੜ੍ਹੋਗੇ ਤੇ ਫਿਰ ਗਿਆਨ ਮਿਲੇਗਾ। ਪਰ ਜੇ ਹੁਣ ਖੁਸ਼ਵੰਤ ਨਹੀਂ ਹੈਗਾ ਤੇ ਉਹਦੀ ਫੋਟੋ ਪਈ ਹੈ, ਹੁਣ ਉਹਦੀ ਫੋਟੋ ਹੈ ਤੇ ਉਹਦੀ ਬੁੱਕ ਹੈ, ਕਿੱਥੋਂ ਗਿਆਨ ਮਿਲੇਗਾ? ਹੁਣ ਤੇ ਬੁੱਕ। ਸੋ ਤੁਸੀਂ ਬੁੱਤ ਨੂੰ ਪੁੱਛ ਕੇ ਗਿਆਨ ਨਹੀਂ ਲੈ ਸਕਦੇ। ਤੁਹਾਨੂੰ ਗਿਆਨ ਮਿਲਦਾ ਹੈ ਜੀਵਤ ਤੋਂ, ਗਿਆਨ ਮਿਲਦਾ ਹੈ ਜਾਂ ਜੀਵਤ ਗੁਰੂ ਤੋਂ, ਜਾਂ ਉਹਦੀ, ਜਿਸ ਤਰ੍ਹਾਂ ਹੁਣ ਦਵਿੰਦਰ ਨੇ ਗੱਲ ਕੀਤੀ ਸੀ, ਗੁਰੂ ਹੁਣ ਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਗੱਲ। ਗੁਰੂ ਸਾਹਿਬ ਨੇ ਤੁਹਾਡੇ ਕੋਲ ਇੱਕ ਗ੍ਰੰਥ ਛੱਡ ਦਿੱਤਾ, ਜਿਹਨੂੰ ਕਿਹਾ ਗੁਰੂ, ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਪੜ੍ਹਦੇ ਹੋ, ਰੋਜ਼ ਅਰਦਾਸ ਕਹਿੰਦੇ ਹੋ ਗੁਰੂ ਮਾਨਿਓ ਗ੍ਰੰਥ, ਕਿ ਉਹਦੇ ਤੋਂ ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ। ਹੁਣ ਜੇ ਤੁਸੀਂ ਸਿੱਖਿਆ ਲੈਣੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਖੋਲੋ, ਔਰ ਜਿਸ ਤਰ੍ਹਾਂ ਤੁਸੀਂ ਇਹ ਹੁਕਮਨਾਮਾ ਕੀ ਹੈ, ਕੀ ਕਾਹਦਾ ਹੁਕਮਨਾਮਾ ਕਹਿੰਦੇ ਹੋ? ਇਹੀ ਹੈ ਕਿ ਤੁਸੀਂ ਜਦ ਸਵੇਰੇ ਉੱਠਦੇ ਹੋ, ਪਹਿਲਾ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜ੍ਹਦੇ ਹੋ, ਜੇ ਤੁਹਾਡੇ ਮਨ ਅੰਦਰ ਵਿਸ਼ਵਾਸ ਹੈ ਤਾਂ ਇਹ ਤੁਹਾਨੂੰ ਸਭ ਕੁਝ ਦੱਸ ਦੇਗਾ ਕਿ ਅੱਜ ਤੁਹਾਡਾ ਜੀਵਨ ਜਿਹੜਾ ਉਹ ਕਿਵੇਂ ਲੰਘਣ ਵਾਲਾ। ਹਾਂਜੀ ਡਾਕਟਰ ਜੀ, ਇੱਕ ਉਹਦਾ ਇਸ ਕੰਟੈਕਸਟ ਦੇ ਵਿੱਚ ਇੱਥੇ ਕਿ ਜਿਹੜਾ ਵਰਡ ਗੁਰੂ ਯੂਜ਼ ਕੀਤਾ ਗਿਆ ਹੈ, ਕਿ ਅਸੀਂ ਵੀ ਅੰਡਰਸਟੈਂਡ ਕਿ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਨਹੀਂ ਹੋਈ ਸੀਗੀ, ਪਰ ਇੱਥੇ ਗੁਰੂ ਨੂੰ ਸ਼ਬਦ ਵੀ ਕਹਿ ਸਕਦੇ ਹਾਂ, ਨਾਮ ਸ਼ਬਦ, ਕਿ ਫਿਜ਼ੀਕਲ ਗੁਰੂ ਦੀ ਗੱਲ ਕੀਤੀ ਹੋਈ ਹੈ, ਕਿ ਉਹਦਾ ਦੋਨੇ ਹੋ ਸਕਦੇ, ਉਹਦਾ ਕੋਈ ਇਟ ਡਸਨਟ ਮੈਟਰ, ਪਰ ਕੰਟੈਕਸਟ ਵੀ ਅੰਡਰਸਟੈਂਡ ਕਰਨਾ ਇੰਪੋਰਟੈਂਟ ਹੈ। ਬਹੁਤ ਜਗ੍ਹਾ ਤੇ ਮੇਰੀ ਸੋਚ ਦੇ ਮੁਤਾਬਕ ਆਇਆ ਕਿ ਸੈਕੰਡ ਗੁਰੂ ਦੇ ਔਨਵਰਡ ਜਿਸ ਵੇਲੇ ਉਹਨਾਂ ਨੇ ਗੁਰੂ ਦੀ ਗੱਲ ਕੀਤੀ ਹੈ, ਤੇ ਕਈ ਵਾਰੀ ਦੇ ਰੈਫਰ ਟੂ ਦੀ ਪ੍ਰੀਵੀਅਸ ਗੁਰੂ, ਔਰ ਕਈ ਵਾਰੀ ਦੇ ਰੈਫਰ ਟੂ ਅਕਾਲ ਪੁਰਖ ਤੋਂ ਵਾਹਿਗੁਰੂ। ਸੋ ਜਦੋਂ ਦੇਖੋ ਗੁਰੂ ਰਾਮਦਾਸ ਨੂੰ ਸਾਰੀ ਸਿੱਖਿਆ ਗੁਰੂ ਅਮਰਦਾਸ ਤੋਂ ਹੀ ਮਿਲੀ ਹੈ, ਇਹਦੇ ਤੇ ਕੋਈ ਸ਼ੱਕ ਹੈ ਹੀ ਨਹੀਂ, ਔਰ ਗੁਰੂ ਅਰਜਨ ਨੂੰ ਸਾਰੀ ਸਿੱਖਿਆ ਫਿਰ ਆਪਣੇ ਫਾਦਰ ਤੋਂ ਗੁਰੂ ਰਾਮਦਾਸ ਤੋਂ ਮਿਲੀ ਹੈ। ਤੇ ਜਿਹੜਾ ਉਹਨਾਂ ਦਾ ਸ਼ਬਦ ਆ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਤੇ ਇੱਥੇ ਗੁਰੂ ਉਹਨਾਂ ਨੇ ਆਪਣੇ ਫਾਦਰ ਨੂੰ ਹੀ ਕਿਹਾ। ਪਰ ਠੀਕ ਹੈ, ਜੇ ਤੁਸੀਂ ਤੁਹਾਡੇ ਕੋਲ ਕੋਈ ਹੋਰ ਸਿਆਣਾ ਬੈਠਾ ਉਹ ਕਹੇਗਾ ਨਹੀਂ ਸਰਦਾਰ ਜੀ ਤੁਸੀਂ ਗਲਤ ਕਹਿ ਰਹੇ ਹੋ, ਗੁਰੂ ਤਾਂ ਹਮੇਸ਼ਾ ਵਾਹਿਗੁਰੂ ਹੈ, ਤੇ ਕਹਿ ਦਿਓ ਠੀਕ ਹੈ ਵਾਹਿਗੁਰੂ ਹੀ ਹੈ। ਉਹਨਾਂ ਨੂੰ ਆਪਣੇ ਫਾਦਰ ਦੇ ਵਿੱਚੋਂ ਵਾਹਿਗੁਰੂ ਦਿਸਦਾ ਸੀ, ਸੋ ਉਹਨਾਂ ਨੇ ਇਸ ਕਰਕੇ ਕਿਹਾ। ਹਾਂਜੀ, ਨੈਕਸਟ ਪਰਮਜੀਤ, ਅਗਰ ਪੰਜਾਬੀ ਤੁਹਾਨੂੰ ਥੋੜਾ ਜਿਹਾ ਮੁਸ਼ਕਲ ਹੋਵੇ ਤਾਂ ਯੂ ਕੈਨ ਸਪੀਕ ਇਨ ਇੰਗਲਿਸ਼। ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ, ਸਤਿਗੁਰੂ ਦਿਆਲ ਗੁਣ ਨਾਮ ਦ੍ਰਿੜਾਈ। ਹਰ ਗੁਣ ਗਾਵਾਂ ਜੀਵਾਂ ਮੇਰੀ ਮਾਈ। ਹਰ ਵੇਲੇ ਮਾਂ ਸ਼ਬਦ ਕਰਨ ਨਾਲ ਮੈਂ peacefully I can live peacefully, and the ਵਾਹਿਗੁਰੂ ਨੇ ਨਾ ਮੇਰੇ ਅੰਦਰ ਉਹਨਾਂ ਦਾ ਸ਼ਬਦ ਵਸਾਇਆ ਹੈ ਕਿ ਮੈਂ ਹਰ ਵੇਲੇ ਉਹਦਾ ਨਾਮ ਹੀ ਲੈਵਾਂ। ਦੇਖੋ ਇੱਥੇ ਨਾ ਥੋੜੀ ਜਿਹੀ ਗ੍ਰਾਮਰ ਜਿਹੜੀ ਹੈ ਤੁਸੀਂ ਆਪਣੇ ਹਿਸਾਬ ਨਾਲ ਚੇਂਜ ਕਰਦੇ ਹੋ। ਹਰ ਗੁਣ ਗਾਵਾਂ ਜੀਵਾ ਮੇਰੀ ਮਾਈ, ਇੱਕ ਤਾਂ ਤੁਸੀਂ ਕਹਿ ਸਕਦੇ ਹੋ ਕਿ ਮੈਂ ਇੰਜ ਕਰਦੀ ਹਾਂ, ਇਹ ਮੇਰੀ ਮਾਂ ਜਿਹਨੂੰ ਵੀ ਤੁਸੀਂ ਐਡਰੈਸ ਕਰ ਰਹੇ ਹੋ, ਮੈਂ ਵਾਹਿਗੁਰੂ ਦਾ ਗੀਤ ਗਾਉਂਦੀ ਹਾਂ। ਜਾਂ ਤੁਸੀਂ ਕਹਿ ਸਕਦੇ ਹੋ ਮੇਰੀ ਮਾਂ ਮੇਰਾ ਜੀ ਕਰਦਾ ਹੈ ਕਿ ਮੈਂ ਹਰ ਵੇਲੇ ਵਾਹਿਗੁਰੂ ਦੇ ਗੀਤ ਗਾਵਾਂ। ਸੋ ਇਟ ਇਜ਼ ਅਪ ਟੂ ਯੂ, ਤੁਸੀਂ ਕਿਹੜਾ ਟੈਂਸ ਯੂਜ਼ ਕਰਦੇ ਹੋ, ਪਰ ਦੋਵਾਂ ਦਾ ਮਤਲਬ ਇੱਕੋ ਹੀ ਹੈ ਕਿ ਤੁਹਾਡੇ ਅੰਦਰ ਵਾਹਿਗੁਰੂ ਦਾ ਨਾਮ ਲੈਣ ਤੇ ਤੁਹਾਡੀ ਖਾਹਿਸ਼ ਹੈ। ਫਿਰ ਜੋ ਪਰਮਜੀਤ ਨੇ ਕਿਹਾ ਸਤਿਗੁਰੂ ਦਿਆਲ, ਤੇ ਜੇ ਵਾਹਿਗੁਰੂ ਬਖਸ਼ਿਸ਼ ਕਰ ਦੇਣ ਤੇ ਫਿਰ ਗੁਰੂ ਨਾਮ ਦ੍ਰਿੜਾਈ, ਤੇ ਤੁਹਾਡੇ ਅੰਦਰ ਫਿਰ ਨਾਮ ਦਾ ਵਾਸਾ ਹੋ ਜਾਂਦਾ, ਨਾਮ ਤੁਹਾਡੇ ਅੰਦਰ ਆ ਜਾਂਦਾ। ਵਜ਼ੀਰ ਜੀ, ਹਾਂ ਹਰ ਪ੍ਰਭ ਪਿਆਰਾ ਢੂੰਡ ਟੁਡਾਈ, ਸਤ ਸੰਗਤ ਮਿਲ ਹਰ ਰਸ ਪਾਈ। ਹਰ ਹਰ ਪ੍ਰਭ ਪਿਆਰ ਢੂੰਡ ਢੁੰਡਾਈ, ਸਤ ਸੰਗਤ ਮਿਲ ਹਰ ਰਸ ਪਾਈ। ਸਤ ਸੰਗਤ ਦੇ ਵਿੱਚ ਮਿਲ ਕੇ ਮੈਂ ਹਰੀ ਦੇ ਰਸ ਨੂੰ ਪਾ ਲਿਆ, ਤੇ ਹਰ ਹਰ ਪ੍ਰਭ ਪਿਆਰਾ ਢੂੰਡ ਢੁੰਡਾਈ, ਉਹਦੇ ਨਾਲ ਹਰੀ ਰੱਬ ਪ੍ਰਭੂ ਪਿਆਰਾ ਢੂੰਡ ਲਿਆ। ਦੇਖੋ ਜੇ ਤੁਸੀਂ ਸ਼ਬਦ ਪੜ੍ਹਦੇ ਆ ਨਾ, ਫਿਰ ਸਾਨੂੰ ਹੋਰ ਕਈ ਚੀਜ਼ਾਂ ਸਾਨੂੰ ਹੋਰ ਵੀ ਸਮਝਣ ਦੀ ਲੋੜ ਹੈ।
ਔਰ ਉਹਨੂੰ ਤੁਸੀਂ ਪ੍ਰੈਜ਼ੈਂਟ ਡੇ ਦੇ ਨਾਲ ਵੀ ਅਗਰ ਮਿਲਾਓ ਤੇ ਤੁਹਾਨੂੰ ਫਿਰ ਕਈ ਕੁਐਸਚਨ ਤੁਹਾਡੇ ਮਨ ਅੰਦਰ ਆ ਜਾਣਗੇ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਤ ਸੰਗਤ ਦਾ ਬਹੁਤ ਮਹੱਤਵ ਹੈ ਕਿ ਸਤ ਸੰਗਤ ਜਿਹੜੀ ਹੈ ਉਹ ਕੌਣ ਹੈ, ਔਰ ਸਤ ਸੰਗਤ ਵਿੱਚ ਹੀ ਕਹਿੰਦੇ ਨੇ ਵਾਹਿਗੁਰੂ ਹੈ। ਤੁਸੀਂ ਗੁਰਦੁਆਰੇ ਵਾਹਿਗੁਰੂ ਨੂੰ ਮਿਲਣ ਜਾਂਦੇ ਹੋ, ਗੁਰਦੁਆਰੇ ਹੀ ਸਤ ਸੰਗਤ ਹੁੰਦੀ ਹੈ ਜਿਹਨੂੰ ਤੁਸੀਂ ਸਾਧ ਸੰਗਤ ਕਹਿੰਦੇ ਹੋ। ਪਰ ਹੁਣ ਉਹਨੂੰ ਮੈਂ ਇਸ ਕਰਕੇ ਅਵੋਇਡ ਕਿਹਾ ਕਿ ਅੱਜ ਕੱਲ੍ਹ ਦੇ ਨਾਲ ਅੱਜ ਕੱਲ੍ਹ ਦੇ ਜੋ ਵੀ ਇਸ ਵੇਲੇ ਪ੍ਰੋਬਲਮ ਚੱਲ ਰਹੀਆਂ ਕਰੋਨਾ ਦੀਆਂ, ਔਰ ਤੁਸੀਂ ਪਹਿਲਾਂ ਤੇ ਗੁਰਦੁਆਰੇ ਜਾ ਨਹੀਂ ਸੀ ਸਕਦੇ, ਫਿਰ ਕਈ ਲੋਕਾਂ ਨੇ ਸਮਝੀ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਆ, ਅਸੀਂ ਉੱਥੇ ਮੱਥਾ ਟੇਕ ਲੈਂਦੇ ਹਾਂ, ਕੋਈ ਹਰਜ ਨਹੀਂ ਹੈ, ਠੀਕ ਹੀ ਹੈ, ਲੇਕਿਨ ਸੰਗਤ ਨਹੀਂ ਹੈ ਉੱਥੇ, ਤੁਸੀਂ ਆਪ ਹੀ ਹੋ, ਆਪ ਹੀ ਸੰਗਤ ਹੋ। ਹੁਣ ਮੈਂ ਗੱਲ ਕਰ ਰਿਹਾ ਸਾਂ ਗੁਰਦੀਪ ਨਾਲ ਕਿ ਇਹ ਜਿਹੜੇ ਗੁਰਦੁਆਰੇ ਜਾਂਦੇ ਨੇ ਉੱਥੇ ਵੀ ਬੈਠਣ ਦੀ ਇਜਾਜ਼ਤ ਨਹੀਂ ਹੈ, ਤੁਸੀਂ ਜਾ ਕੇ ਮੱਥਾ ਟੇਕ ਕੇ ਤੁਹਾਨੂੰ ਆ ਜਾਣਾ ਪੈਂਦਾ। ਭਾਵੇਂ ਪਾਰਕ ਐਵੀਨਿਊ ਮੈਂ ਜਾਂਦਾ ਉੱਥੇ ਤੇ ਸੰਗਤ ਬੈਠੀ ਹੁੰਦੀ ਹੈ, ਉੱਥੇ ਤੇ ਸੰਗਤ ਹੈ। ਸੋ ਜਦੋਂ ਇਹਨਾਂ ਨੇ ਪਹਿਲਾ ਲਾਕਡਾਊਨ ਸੀ ਤੇ ਇਹਨਾਂ ਨੇ ਗੁਰਦੁਆਰੇ ਸਭ ਬੰਦ ਕਰਕੇ ਤੇ ਉਹਦੇ ਬਾਅਦ ਖੋਲ੍ਹਣੇ ਸਨ, ਇਹਨਾਂ ਨੇ ਗੁਰਮਤਿ ਕਮੇਟੀ ਵੀ ਬਣਾਈ ਸੀ, ਚਰਚਾਂ ਦੀ ਵੀ ਆਪਣੀ ਸੀ, ਮਸਜਿਦ ਦੀ ਆਪਣੀ ਸੀ। ਤੇ ਮੈਨੂੰ ਉਸਤਾਦ ਅਮਰਜੀਤ ਸਿੰਘ ਨੇ ਦਾਸਨ, ਉਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਡਾਕਟਰ ਸਾਹਿਬ ਖੋਲ ਤੇ ਦਿਆਂਗੇ ਅਸੀਂ, ਪਰ ਜਿਸ ਤਰ੍ਹਾਂ ਉਹ ਕਹਿੰਦੇ ਨੇ ਵੀ ਉੱਥੇ ਇੰਨੇ ਬੰਦੇ ਇਕੱਠੇ ਨਹੀਂ ਹੋ ਸਕਦੇ ਹਾਲੇ ਵੀ, ਤੇ ਗੁਰਮਤਿ ਦੇ ਵਿੱਚ ਜਿਹੜੀ ਸਤ ਸੰਗਤ ਦੀ ਮਹੱਤਤਾ ਹੈ ਉਹ ਤੇ ਪੂਰੀ ਨਹੀਂ ਹੋ ਸਕਦੀ ਨਾ। ਜਵਾਬ ਤਾਂ ਕਿਸੇ ਕੋਲ ਕੋਈ ਵੀ ਨਹੀਂ ਹੈ, ਤੁਸੀਂ ਇੰਨਾ ਹੀ ਜਵਾਬ ਦੇ ਸਕਦੇ ਹੋ ਕਿ ਇਸ ਵਕਤ ਸਿਰਫ ਤੁਹਾਨੂੰ ਉੱਥੇ ਵਾਹਿਗੁਰੂ ਮਿਲੇਗਾ, ਤੇ ਜਿਹੜੀ ਸੰਗਤ ਆ ਜਾ ਰਹੀ ਹੈ ਮੱਥਾ ਟੇਕ ਕੇ, ਉਨੀ ਕੁ ਸੰਗਤ ਹੀ ਤੁਹਾਨੂੰ ਮਿਲ ਸਕਦੀ ਹੈ। ਬੈਠ ਕੇ ਤੁਸੀਂ ਉਹ ਜਿਹੜੀ ਸੰਗਤ ਪਹਿਲਾਂ ਸੀ, ਉਹ ਮਤਲਬ ਜਵਾਬ ਤਾਂ ਮੇਰੇ ਕੋਲ ਵੀ ਨਹੀਂ ਹੈ, ਜਵਾਬ ਤੁਹਾਡੇ ਕੋਲ ਵੀ ਨਹੀਂ ਹੈ ਕਿ ਹੁਣ ਤੁਸੀਂ ਜਿਹੜਾ ਲੋਕਲ ਲਾਅ ਹੈ ਉਹਦੇ ਮੁਤਾਬਕ ਤੇ ਚੱਲੋਗੇ। ਤੁਸੀਂ ਫਿਰ ਕਹੋਗੇ ਜੀ ਸਾਡੇ ਲਿਖਿਆ ਹੋਇਆ ਸੰਗਤ ਹੋਣੀ ਹੈ, ਅਸੀਂ ਤੇ ਜਾ ਕੇ ਨਹੀਂ ਬੈਠਣਾ ਉੱਥੇ, then it is not on। ਤੁਸੀਂ ਜਿਹੜਾ ਕੰਟਰੀ ਦਾ ਲਾਅ ਹੈ ਉਹਦੇ ਵਿੱਚ ਇੰਟਰਵੀਨ ਕਰ ਰਹੇ ਹੋ। ਮੇਰਾ ਨਹੀਂ ਖਿਆਲ ਗੁਰੂ ਸਾਹਿਬ ਨੇ ਕਦੀ ਇਹ ਕਿਹਾ ਹੋਵੇ ਕਿ ਤੁਸੀਂ ਕ੍ਰਿਮੀਨਲ ਐਕਟ ਕਰੋਗੇ। ਗੁਰਬਾਣੀ ਦੇ ਵਰਡਸ ਲੈ ਕੇ ਮੈਂ ਤੁਹਾਨੂੰ ਕਿਹਾ ਕਿ ਸਾਧ ਸੰਗਤ ਵਿੱਚ ਮੈਂ ਵਸਦਾ, ਮੈਂ ਤੁਹਾਨੂੰ ਕਿਹਾ ਕਿ ਸਾਧ ਸੰਗਤ ਹੀ ਜਾ ਕੇ ਬੈਠੋ। ਪਰ ਜੇ ਕੋਈ ਐਸਾ ਵਕਤ ਆਵੇ ਕਿ ਸੰਗਤ ਇਕੱਠੀ ਨਹੀਂ ਹੋ ਸਕਦੀ ਤੇ ਕੋਈ ਡਰ ਨਹੀਂ, ਗੁਰਦੁਆਰੇ ਤੋਂ ਬਾਹਰੋਂ ਹੀ ਤੁਸੀਂ ਮੱਥਾ ਟੇਕ ਕੇ ਵੀ ਜਾ ਸਕਦੇ ਹੋ, ਮੈਂ ਉੱਥੇ ਵੀ ਤੁਹਾਡੇ ਨਾਲ ਹੀ ਹਾਂ। ਸੋ ਯੂ ਹੈਵ ਟੂ ਅੰਡਰਸਟੈਂਡ ਇਟ ਐਂਡ ਯੂ ਹੈਵ ਟੂ ਐਕਸਪਲੇਨ ਇਟ ਐਜ਼ ਇਟ ਇਜ਼। ਹਾਂਜੀ, ਜਿੱਥੇ ਵੀ ਮਹਾਰਾਜ ਦੀ ਗੱਲ ਹੁੰਦੀ, ਜਿੱਥੇ ਵੀ ਉਹਦੀ ਉਸਤਤ ਹੁੰਦੀ, ਉਹ ਸਾਧ ਸੰਗਤ ਬਣ ਜਾਂਦੀ। ਹਾਂਜੀ, ਸਿੱਖ ਵੇ ਜਿੱਥੇ ਵੀ ਮਹਾਰਾਜ ਦੀ ਉਸਤਤ ਹੁੰਦੀ, ਉਹਦੀ ਗੱਲਬਾਤ ਹੁੰਦੀ ਆ, ਉਹ ਸੰਗਤ ਨਹੀਂ ਬਣ ਜਾਂਦੀ। ਇੱਕ ਸਿੱਖ ਦੋ ਸਾਧ ਸੰਗਤ, ਆਪਣੀ ਵੀ ਸੰਗਤ ਤਾਂ ਛੋਟੀ ਬਣ ਗਈ ਨਾ। ਮੈਂ ਬਿਲਕੁਲ ਤੁਹਾਡੇ ਨਾਲ ਅਗਰੀ ਕਰਦਾ। ਮੈਂ ਤਾਂ ਕਹਿੰਦਾ ਕਿ ਤੁਸੀਂ ਜਿਹੜੀ ਮਰਜ਼ੀ ਡੈਫੀਨੇਸ਼ਨ ਦੇ ਰਹੋ ਆਪਣੇ ਮਨ ਨੂੰ ਸ਼ਾਂਤੀ ਵਾਸਤੇ। ਸੋ ਅਸੀਂ ਕਈ ਵਾਰੀ ਇਸ ਤਰ੍ਹਾਂ ਹੁੰਦਾ, ਦੇਖੋ ਮੈਂ ਤੁਹਾਨੂੰ ਆਪਣਾ ਦੱਸਦਾ, ਗੁਰੂ ਨਾਨਕ ਬਰਥਡੇ ਤੇ ਕਈ ਵਾਰੀ ਅਸੀਂ ਸਾਊਥ ਹਾਲ ਗੁਰਦੁਆਰੇ ਗਏ ਹਾਂ। ਉੱਥੇ ਜਿਹੜਾ ਮੇਨ ਪਹਿਲੀ ਰੋਡ ਹੈ ਨਾ, ਉਹ ਪਹਿਲੀ ਰੋਡ ਦੇ ਵਿੱਚ ਵੀ ਜਿਹੜਾ ਟ੍ਰੈਫਿਕ ਆ ਉਹ ਲਾਈਟਾਂ ਤੋਂ ਅੱਗੇ ਜਾ ਹੀ ਨਹੀਂ ਸੀ ਸਕਦਾ, ਇੰਨਾ ਟ੍ਰੈਫਿਕ ਸੀ। ਤੇ ਮੈਂ ਬਿੰਦਰੀ ਨੂੰ ਕਹਿੰਦਾ ਸੀ ਤੂੰ ਇੱਥੋਂ ਕਾਰ 'ਚ ਉਤਰ, ਇੱਥੋਂ ਮੱਥਾ ਟੇਕ ਲੈ, ਗੁਰੂ ਸਾਹਿਬ ਨੂੰ ਸੋਚਿਆ ਕਰ। ਤੁਹਾਡਾ ਖਿਆਲ ਹੈ ਗੁਰੂ ਸਾਹਿਬ ਨੇ ਮੱਥਾ ਸਾਡਾ ਐਕਸੈਪਟ ਨਹੀਂ ਕੀਤਾ ਹੋਣਾ ਕਿ ਤੁਸੀਂ ਅੰਦਰ ਕਿਉਂ ਨਹੀਂ ਆਏ? ਸੋ ਕੁਐਸਚਨ ਇਹ ਸ਼ਰਧਾ ਦੀ ਗੱਲ ਹੀ ਹੈ, ਆਪਣੇ ਦਿਲ ਦੀ ਸ਼ਰਧਾ ਹੈ, ਬਾਹਰੋਂ ਮੱਥਾ ਟੇਕ ਲੋ। ਨਵਤੇਜ ਚੱਲ ਤੇਰੀ ਵਾਰੀ ਨੈਕਸਟ। ਹਾਂਜੀ, ਤੁਰ ਮਸਤਕ ਲੇਖ ਲਿਖੇ ਹਰ ਭਾਈ, ਗੁਰੂ ਨਾਨਕ ਤੁਠਾ ਮਿਲੇ ਹਰ ਭਾਈ। ਇੱਥੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਮੇਰੇ ਕਰਮਾਂ ਦੇ ਅਨੁਸਾਰ ਕਿ ਜਿਹੜੀ ਮੇਰੀ ਡੈਸਟੀਨੀ ਹੈ ਕਿ ਵਾਹਿਗੁਰੂ ਨੂੰ ਪਾਉਣਾ ਹੈ, ਤੇ ਉਹ ਮੈਂ ਵਾਹਿਗੁਰੂ ਨੂੰ ਪਾ ਲਿਆ ਹੈ ਹੁਣ। ਤੇ ਗੁਰੂ ਨਾਨਕ ਫਿਰ ਫਾਈਨਲ ਲਾਈਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਵਾਹਿਗੁਰੂ ਮੇਰੇ ਤੇ ਤੁੱਠਾ ਹੋ ਗਿਆ, ਮੇਰੇ ਤੇ ਬਹੁਤ ਪਲੀਜ਼ਡ ਹੈ, ਕਿ ਮੇਰੇ ਨਾਲ ਬਹੁਤ ਖੁਸ਼ ਹੈ ਮੇਰੇ ਨਾਲ, ਤੇ ਉਸ ਦੇ ਨਾਲ ਹੁਣ ਮੈਂ ਵਾਹਿਗੁਰੂ ਨੂੰ ਪਾ ਲਿਆ ਤੇ ਮੈਂ ਵਾਹਿਗੁਰੂ ਦੇ ਨਾਲ ਮੇਰਾ ਮਿਲਾਪ ਹੋ ਗਿਆ। ਤੁਸੀਂ ਇੱਥੇ ਇੱਕ ਵਰਡ ਯੂਜ਼ ਕੀਤਾ ਡੈਸਟੀਨੀ। ਹਾਂਜੀ, ਉਹਦੇ ਬਾਰੇ ਸੰਗਤ ਨੂੰ ਦੱਸ ਸਕਦੇ ਹੋ ਕਿ ਵਾਟ ਇਜ਼ ਡੈਸਟੀਨੀ? ਡੈਸਟੀਨੀ ਮੇਰੇ ਹਿਸਾਬ ਦੇ ਨਾਲ ਕਿ ਜਿਹੜਾ ਇਨਸਾਨ ਆਪਣੇ ਕਰਮਾਂ ਦੇ ਨਾਲ ਆਪਣੀ ਡੈਸਟੀਨੀ ਬਣਾਉਂਦਾ ਹੈ, ਕਿ ਇਹ ਨਹੀਂ ਹੈ ਕਿ ਜੇ ਅਸੀਂ ਕਹੀਏ ਕਿ ਉਹ ਮੇਰੀ ਡੈਸਟੀਨੀ ਮੇਰੇ ਮੱਥੇ ਤੇ ਲਿਖੀ ਹੋਈ ਹੈ ਕਿ ਜੋ ਹੋਣਾ ਹੈ ਹੋਏਗਾ ਹੀ, ਕਿ ਹੋ ਕੇ ਹੀ ਰਹੇਗਾ, ਕਿ ਪਰ ਉਹ ਤਾਂ ਫਿਰ ਤੁਸੀਂ ਫਿਰ ਰੋਬੋਟ ਬਣ ਜਾਂਦੇ ਹੋ ਕਿ ਉਹਦੇ ਨਾਲ ਕਿ ਇਨਸਾਨ ਦੇ ਵਿੱਚ ਕੋਈ ਇਨਪੁਟ ਨਹੀਂ ਹੈਗੀ। ਇਨਸਾਨ ਦੀ
ਜਿਹੜੀ ਡੈਸਟਨੀ ਹੈ ਮੇਰੇ ਹਿਸਾਬ ਦੇ ਨਾਲ ਉਹ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ ਹੈ। ਪਰ ਉਹ ਜੇ ਤੁਸੀਂ ਅੱਛੇ ਕਰਮ ਕਰੋਗੇ, ਅੱਛੀਆਂ ਚੀਜ਼ਾਂ ਕਰੋਗੇ, ਤੇ ਜਿੱਦਾਂ ਅਸੀਂ ਕਹਿੰਦੇ ਸ਼ਬਦ ਸਾਰੇ ਹੁਕਮਨਾਮੇ ਦੇ ਵਿੱਚ ਦੱਸਿਆ ਹੈ ਕਿ ਜੇ ਮਾਇਆ ਤੋਂ ਤੁਸੀਂ ਦੂਰ ਰਹੋਗੇ ਤਾਂ ਫਿਰ ਉਹ ਤੁਸੀਂ ਡੈਸਟੀਨੀ ਤੁਸੀਂ ਆਪਣੀ ਪਾ ਸਕਦੇ ਹੋ, ਜੋ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ ਤੁਹਾਡਾ, ਕਿ ਵਾਹਿਗੁਰੂ ਜੀ ਦੇ ਦਰਸ਼ਨ ਹੋਣੇ ਨੇ। ਬਿਲਕੁਲ ਠੀਕ ਕਿਹਾ। ਦੇਖੋ ਇੱਕ ਵਰਡ ਹੈ, ਧਿਆਨ ਨਾਲ ਸੁਣੋ ਜਸਵੀਰ ਜੀ, ਤੁਸੀਂ ਵੀ ਤੇ ਦਵਿੰਦਰ ਜੀ ਬਬਲੀ, ਕਿਉਂਕਿ ਬਹੁਤ ਸਾਰੇ ਪ੍ਰਚਾਰਕ ਇੱਕ ਗੱਲ ਕਹਿਣਗੇ ਕਿ ਇਹ ਵੀ ਗੁਰਬਾਣੀ ਦੀ ਤੁਕ ਹੈ, ਲਿਖ ਨਾ ਮਿਟੀਏ ਹੈ ਸਖੀ ਤੇ ਜੋ ਲਿਖਿਆ ਕਰਤਾਰ। ਹੁਣ ਵਰਡ ਆ ਗਿਆ ਲੇਖ, ਵਰਡ ਆ ਗਿਆ ਇੱਥੇ ਧੁਰ, ਮਸਤਕ। ਇਹ ਤੁਸੀਂ ਕਈ ਵਾਰੀ ਸਿਰਫ ਅਧੂਰੀ ਹੀ ਸਾਖੀ ਸੁਣਦੇ ਹੋ ਕਿ ਜੋ ਕੁਝ ਕਰਾ ਰਿਹਾ ਪਰਮਾਤਮਾ ਹੀ ਕਰਾ ਰਿਹਾ, ਔਰ ਨੈਚੁਰਲੀ ਹੁਕਮ ਤੇ ਉਹਦਾ ਹੀ ਹੈ, ਦੁਨੀਆ ਉਸੇ ਦੇ ਹੁਕਮ ਨਾਲ ਚੱਲ ਰਹੀ ਹੈ, ਚੰਦ ਸੂਰਜ ਉਹਦੇ ਹੁਕਮ ਨਾਲ ਹੀ ਨਿਕਲ ਰਹੇ ਨੇ। ਪਰ ਇਹ ਸਾਰੀ ਸ੍ਰਿਸ਼ਟੀ ਦੇ ਵਿੱਚ ਉਹਨੇ ਜੀਵ ਵੀ ਬਣਾਏ ਨੇ, ਉਹ ਜੀਵ ਦੇ ਵਿੱਚ ਤੁਸੀਂ ਅਸੀਂ ਸਾਰੇ ਆਉਂਦੇ ਆ। ਪਰਮਾਤਮਾ ਜੀਵ ਦੋ ਤਰੀਕੇ ਨਾਲ ਬਣਾ ਸਕਦਾ ਸੀ। ਇੱਕ ਤਾਂ ਬਣਾ ਸਕਦਾ ਸੀ ਰੋਬਟ, ਕਿ ਉਹਦੀ ਸਾਰੀ ਕਮਾਂਡ ਪਰਮਾਤਮਾ ਦੇ ਆਪਣੇ ਹੱਥ ਰਹੇ, ਉਹ ਕਹੇ ਬਹਿ ਜਾਓ ਤੁਸੀਂ ਬਹਿ ਜਾਓ, ਉਹ ਕਹੇ ਉੱਠ ਜਾਓ, ਐਬਸੋਲੂਟਲੀ ਤੁਹਾਡੀ ਕੋਈ ਵਿਲ ਪਾਵਰ ਹੀ ਨਾ ਹੋਵੇ। ਜੇ ਤੁਹਾਡੀ ਕੋਈ ਵਿਲ ਨਾ ਹੁੰਦੀ ਫਿਰ ਜਿਹੜਾ ਇਹ ਪੂਰਾ ਇਤਿਹਾਸ ਹੈ ਕਰਮ ਥਿਊਰੀ, ਉਹ ਐਗਜ਼ਿਸਟ ਨਾ ਕਰਦੀ। ਜੋ ਪਹਿਲਾਂ ਬਬਲੇ ਨੇ ਕੁਐਸਚਨ ਕੀਤਾ ਜੀ ਕਿੱਥੇ ਲਿਖਿਆ, ਫਲਾਣੀ ਕਿੱਥੇ ਲਿਖੀ ਹੈ, ਸੋ ਹਰ ਪੁਸਤਕ ਦੇ ਵਿੱਚ ਡਿਫਰੈਂਟ ਢੰਗ ਦੇ ਨਾਲ ਹੀ ਚੀਜ਼ਾਂ ਲਿਖੀਆਂ ਜਾਂਦੀਆਂ ਕਿ ਤੁਹਾਡੇ ਵੀ ਜੀਵਨ ਦਾ ਕੁਝ ਹਿੱਸਾ ਪਰਮਾਤਮਾ ਕੰਟਰੋਲ ਕਰਦਾ ਤੇ ਕੁਝ ਹਿੱਸਾ ਉਹ ਤੁਹਾਨੂੰ ਇੰਡੀਪੈਂਡੈਂਟ ਦੇ ਦਿੰਦਾ ਵਰਕ ਕਰਨ ਨੂੰ। ਉਸ ਇੰਡੀਪੈਂਡੈਂਟ ਹਿੱਸੇ ਤੇ ਜੋ ਤੁਸੀਂ ਕੰਮ ਕਰਦੇ ਹੋ ਉਹਨੂੰ ਕਰਮ ਕਹਿੰਦੇ ਨੇ। ਉਹ ਤੁਹਾਡੀ ਇਨਪੁਟ ਹੈ, ਤੁਹਾਡੀ ਡੈਸਟਨੀ ਹੈ, ਉਹਦੇ ਨਾਲ ਤੁਹਾਡੀ ਕਿਸਮਤ ਬਣਦੀ ਹੈ, ਔਰ ਉਸ ਕਿਸਮਤ ਦੇ ਮੁਤਾਬਕ ਤੁਸੀਂ ਚੱਲਦੇ ਹੋ। ਪਰਮਾਤਮਾ ਉਹਦੀ ਜਜਮੈਂਟ ਕਰਦਾ ਹੈ, ਜਿਹੜਾ ਕਹਿੰਦੇ ਨਾ ਮਿਟਦਾ ਨਹੀਂ, ਉਹ ਉਹਦੀ ਜਜਮੈਂਟ ਨਹੀਂ ਮਿਟੇਗੀ, ਉਹਦੀ ਜਜਮੈਂਟ ਤੁਸੀਂ ਖਰੀਦ ਨਹੀਂ ਸਕਦੀ। ਕੋਈ ਹਾਈ ਕੋਰਟ ਸੁਪਰੀਮ ਕੋਰਟ ਦੀ ਜੱਜ ਭਾਵੇਂ ਤੁਸੀਂ ਖਰੀਦ ਲਓ, ਲੇਕਿਨ ਵਾਹਿਗੁਰੂ ਦੀ ਜਿਹੜੀ ਜਜਮੈਂਟ ਹੈ ਉਹ ਤੁਸੀਂ ਨਹੀਂ ਖਰੀਦ ਸਕਦੇ। ਤੁਸੀਂ ਕਿਹੜੇ ਘਰ ਜੰਮਣਾ ਜਾਂ ਜੰਮੇ ਹੋ, ਕਿਹੜੇ ਧਰਮ ਵਿੱਚ ਜੰਮੇ ਹੋ, ਰੰਗ ਚਿੱਟਾ ਜਾਂ ਕਾਲਾ, ਛੋਟੇ ਹੋ ਜਾਂ ਵੱਡੇ ਹੋ, ਕਿਹੜਾ ਧਰਮ ਹੈ ਤੁਹਾਡਾ, ਇਹ ਤੁਹਾਡੇ ਹੱਥ 'ਚ ਹੈ ਹੀ ਨਹੀਂ ਸੀ, ਇਹ ਪਰਮਾਤਮਾ ਦੇ ਹੱਥ ਸੀ। ਕਿੰਨੀ ਦੇਰ ਤੁਸੀਂ ਸੰਸਾਰ 'ਚ ਰਹਿਣਾ, ਕਦੋਂ ਤੁਸੀਂ ਸੰਸਾਰ 'ਚ ਜਾਣਾ, ਇਹ ਤੁਹਾਡੇ ਹੱਥ ਹੈ ਹੀ ਨਹੀਂ, ਇਹ ਪਰਮਾਤਮਾ ਦੇ ਹੱਥ ਹੈ। ਪਰ ਜਦੋਂ ਪਰਮਾਤਮਾ ਨੇ ਤੁਸੀਂ ਵੱਡੇ ਹੋਏ, ਤੁਹਾਨੂੰ ਇੰਟੈਲੈਕਟ ਦੇ ਦਿੱਤੀ, ਤੁਹਾਨੂੰ ਇਹ ਬ੍ਰੇਨ ਦੇ ਦਿੱਤਾ ਜਿਹਨੂੰ ਕਹਿੰਦੇ ਹੋ, ਹੁਣ ਕਰਮ ਤੁਸੀਂ ਆਪ ਕਰੋਗੇ। ਹੁਣ ਪਰਮਾਤਮਾ ਨੂੰ ਪਲੀਜ਼ ਬਲੇਮ ਨਾ ਕਰੋ। ਜੇ ਕੋਈ ਪੈੜਾ ਕੰਮ ਹੋ ਗਿਆ ਤੁਸੀਂ ਕਹੋ ਜੀ ਲੈ ਉਹ ਹੀ ਕਰਾਉਣ ਵਾਲਾ, ਉਹਨੇ ਕਰਾਇਆ, ਮੈਂ ਕੀ ਕਰਦੀ। ਸੋ ਤੁਸੀਂ ਹੀ ਕੀਤਾ ਪੈੜਾ ਕੰਮ ਤੇ ਆਪ ਹੁਣ ਉਹਦੀ ਪਨਿਸ਼ਮੈਂਟ ਲਈ ਤਿਆਰ ਹੋ ਜਾਓ। ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਸੀ, ਔਰ ਮਹਿੰਦਰ ਦੱਸੇਗਾ ਜਾਂ ਬਬਲੀ ਦੱਸੇਗੀ, ਸ਼ਬਦ ਦੇ ਅਖੀਰ ਦੇ ਵਿੱਚ 415 ਲਿਖਿਆ ਆਇਆ। ਦੱਸੇਗੀ ਬਬਲੀ ਕਿ ਮਹਿੰਦਰ ਨੂੰ ਪੁੱਛਾਂ? ਹਾਂਜੀ, ਨਹੀਂ 4 ਪਦੇ ਨੇ ਉਸ ਸ਼ਬਦ ਦੇ, ਤੇ ਪਹਿਲਾ ਹਾਂਜੀ ਤੇ ਪਹਿਲਾ ਹੈਗਾ ਇਸ ਹੈਡਿੰਗ ਦੇ ਨੀਚੇ, ਤੇ 5 ਟੋਟਲ ਹੋ ਗਿਆ ਕਮਿਊਲੇਟਿਵ ਟੋਟਲ। ਇੱਕ ਕੀ ਹੈ? ਇੱਕ ਜਿਹੜਾ ਇਸ ਹੈਡਿੰਗ ਦੇ ਨੀਚੇ ਇੱਕੋ ਸ਼ਬਦ ਹੈ, ਇਹੀ ਆਏਗਾ ਨਾ ਪਹਿਲੇ। ਚਲੋ ਖੈਰ, ਤੂੰ ਇਟ ਇਜ਼ ਅ ਵੈਰੀ ਗੁੱਡ ਟਰਾਈ ਕਿ ਇਸ ਸ਼ਬਦ ਦੇ 4 ਪਦੇ ਨੇ। ਪਹਿਲਾ ਨੰਬਰ ਹਮੇਸ਼ਾ ਪਦੇ ਹੀ ਦੱਸਦਾ, ਲਾਸਟ ਨੰਬਰ ਟੋਟਲ ਸ਼ਬਦ ਦੱਸਦਾ ਹੁਣ ਤੱਕ ਕਿੰਨੇ ਹੋਏ ਟੋਟਲ। ਵਿਚਕਾਰਲਾ ਜਿਹੜਾ ਉਹ ਤੁਹਾਨੂੰ ਫਿਰ ਪੁਸਤਕ ਜਾਂ ਗ੍ਰੰਥ ਸਾਹਿਬ ਖੋਲ ਕੇ ਪਤਾ ਲੱਗੇਗਾ ਜਾਂ ਗੁਟਕਾ ਤੇ ਠੀਕ ਹੈ, ਕਿਉਂਕਿ ਇੱਕੋ ਹੀ ਹੈ। ਤੁਸੀਂ ਕਹਿ ਸਕਦੇ ਹੋ ਇਸ ਘਰ ਦਾ ਸ਼ਾਇਦ ਇਹ ਪਹਿਲਾ ਹੀ ਸ਼ਬਦ ਹੈ, ਇਸ ਤਾਲ ਥੱਲੇ ਇਹ ਪਹਿਲਾ ਹੀ ਸ਼ਬਦ ਹੈ। ਵੈਲ ਡਨ ਬਬਲੀ, ਵੈਲ ਡਨ। ਹਾਂਜੀ ਡਾਕਟਰ ਸਾਹਿਬ, ਇਹ ਜਿਹੜਾ ਇੱਕ ਨੰਬਰ ਨਾਲ ਇਹ ਘਰ ਦੂਜੇ ਦਾ ਪਹਿਲਾ ਸ਼ਬਦ ਆ। ਜਿਹੜੇ 5 ਸ਼ਬਦ, 5 ਨੰਬਰ ਹੈ, ਇਹ ਗੁਰੂ ਰਾਮਦਾਸ ਜੀ ਦੇ 5 ਸ਼ਬਦ ਹੋਏ ਹੁਣ ਤੱਕ। ਪਹਿਲਾ ਸੀਗਾ ਘਰ 7ਵਾਂ, ਘਰ ਦੇ ਹੈਡਿੰਗ ਆ ਜਾਂਦਾ ਨਾ, ਉਹਦੇ 4 ਸ਼ਬਦ ਸੀਗੇ ਤੇ ਪਹਿਲਾ ਸ਼ਬਦ ਹੈ ਘਰ ਦੂਜੇ ਦਾ। ਹੋ ਗਿਆ ਨਾ ਵੀ ਘਰ ਦੂਜੇ ਦਾ ਪਹਿਲਾ ਸ਼ਬਦ ਹੈ, ਇੱਕੋ ਹੀ ਸ਼ਬਦ ਹੈ। ਠੀਕ ਹੈ। ਅੱਛਾ, ਮੈਂ ਤੁਹਾਨੂੰ ਇਹਨੂੰ ਨਵਤੇਜ ਨੂੰ ਤਾਂ ਮੈਂ ਸਾਰੇ ਸ਼ਬਦ ਜਿਹੜੇ ਆਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੇ ਹਰਿਮੰਦਰ ਸਾਹਿਬ ਆਏ ਨੇ ਪਿਛਲੇ ਇੱਕ ਵੀਕ, ਮੈਂ ਸਾਰੇ ਪੇਜ ਨੰਬਰ ਇਹਨੂੰ ਭੇਜ ਦਿੱਤੇ ਸਨ। ਮੇਰਾ ਖਿਆਲ ਆ ਉਹਨੇ ਤੁਹਾਨੂੰ ਸਾਰੇ ਨੰਬਰ ਭੇਜ ਦਿੱਤੇ ਹੋਣਗੇ। ਹਾਂਜੀ, ਆਏ ਹੋਏ ਨੇ। ਅੱਜ ਜਿਹੜਾ ਸ਼ਬਦ ਆਇਆ ਉਹ ਕਾਫੀ ਵਾਰੀ ਰਿਪੀਟ ਹੋਇਆ, ਔਰ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਰਾਗ ਸੋਈ ਦਾ, ਗੁਰੂ ਅਰਜਨ ਦੇਵ ਜੀ ਦਾ।
ਸੋ ਇਹ ਅਸੀਂ ਡਿਸਕਸ ਕਰਦੇ ਹਾਂ ਹੁਣ। ਤੇ ਫਰਾਈਡੇ ਜਿਹੜਾ ਸ਼ਬਦ ਸੀ ਉਹ ਵੀ ਕਾਫੀ ਵਾਰੀ ਆਇਆ। ਉਹ ਪੇਜ 562 ਦਾ ਵਡਹੰਸ ਦਾ, ਉਹ ਵੀ ਗੁਰੂ ਅਰਜਨ ਦਾ, ਉਹ ਵੀ ਬਹੁਤ ਵਾਰੀ ਰਿਪੀਟ ਹੋਇਆ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ। ਇਹ ਗੁਰਦੀਪ ਜੀ ਦੱਸ ਸਕਦੇ ਹੋ ਮੈਂ ਕਿ ਸ਼ਬਦ ਕਿਹੜੇ ਨੇ ਜਿਹੜੇ ਮੈਂ ਹੁਣ ਡਿਸਕਸ ਕਰ ਰਿਹਾ? ਜਦੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਆ, ਜਦੋਂ ਮਹਾਰਾਜ ਦੀ ਸਵਾਰੀ ਸ਼ੁਰੂ ਹੁੰਦੀ ਹੈ ਅਕਾਲ ਤਖਤ ਸਾਹਿਬ ਤੋਂ, ਉਦੋਂ ਸ਼ੁਰੂ ਕਰ ਦਿੰਦੇ ਰਾਗੀ ਸੱਜਣ ਹਰਮਿੰਦਰ ਸਾਹਿਬ ਤੇ। ਵੈਰੀ ਗੁੱਡ ਆਬਜ਼ਰਵੇਸ਼ਨ। ਜਿਸ ਵੇਲੇ ਹਰਮਿੰਦਰ ਅਕਾਲ ਤਖਤ ਸਾਹਿਬ ਤੋਂ ਸਵੇਰੇ ਬਾਬਾ ਜੀ ਦੀ ਪ੍ਰੀਤ ਚੱਲਦੀ ਹੈ ਜਾਂ ਚੱਲਣ ਵਾਲੀ ਹੈ, ਹਰਮਿੰਦਰ ਸਾਹਿਬ ਤੋਂ ਜਿਹੜੇ ਰਾਗੀ ਸਾਹਿਬਾਨ ਨੇ ਉਹ ਇੱਕ ਸ਼ਬਦ ਦੀ ਧੁਨ ਲਗਾਉਂਦੇ ਨੇ, ਜਿਹੜਾ ਸ਼ਬਦ ਆਮ ਤੌਰ ਤੇ ਵੈਲਕਮ ਦਾ ਹੁੰਦਾ, ਜਿਹੜਾ ਗੁਰੂ ਸਾਹਿਬ ਨੂੰ ਵੈਲਕਮ ਕਰਦਾ, ਜਿਹੜਾ ਕਹਿੰਦਾ ਕਿ ਤੁਹਾਡੇ ਦਰਸ਼ਨਾਂ ਨੂੰ ਅਸੀਂ ਤਰਸ ਰਹੇ ਹਾਂ, ਤੁਸੀਂ ਆਓ। ਸੋ ਇਹ ਸ਼ਬਦ ਪੜ੍ਹ ਕੇ ਤੁਹਾਨੂੰ ਵਾਕਿਆ ਹੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹਦੇ ਵਿੱਚ ਕਿੰਨਾ ਪਿਆਰ ਛੁਪਿਆ ਹੋਇਆ, ਕਿ ਉਦੋਂ ਜਦੋਂ ਗੁਰੂ ਅਰਜਨ ਆਉਂਦੇ ਹੋਣਗੇ ਹਰਮਿੰਦਰ ਸਾਹਿਬ, ਤੇ ਉਦੋਂ ਅਗਰ ਕੀਰਤਨੀਏ ਸ਼ਬਦ ਪੜ੍ਹਦੇ ਹੋਣਗੇ, ਉਦੋਂ ਪਤਾ ਨਹੀਂ ਇਹ ਸ਼ਬਦ ਇਹ ਸਨ ਜਾਂ ਕੋਈ ਹੋਰ ਸਨ, ਪਰ ਕੋਈ ਐਸੀ ਟ੍ਰੈਡੀਸ਼ਨ ਤੇ ਸੀ ਕਿ ਜਦੋਂ ਦੇ ਗੁਰੂ ਗ੍ਰੰਥ ਸਾਹਿਬ ਬਣ ਗਏ ਨੇ, ਉਹ ਤੇ ਗੁਰੂ ਕਹਿੰਦੇ ਨੇ ਕਿ ਗੁਰੂ ਸਾਹਿਬ ਆਪ ਲਿਆਂਦੇ ਸਨ ਸਿਰ ਦੇ ਉੱਤੇ ਚੁੱਕ ਕੇ। ਬਟ ਐਨੀਵੇ ਕਦੋਂ ਤੋਂ ਇਹ ਰੀਤ ਸ਼ੁਰੂ ਹੋਈ, ਇਟ ਇਜ਼ ਡਿਫਿਕਲਟ ਟੂ ਫਾਈਂਡ। ਪਰ ਫਰਾਈਡੇ ਫਿਰ ਹੈਗਾ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਮ ਬਲਿਹਾਰੀ ਸਤਿਗੁਰ ਚਰਨਾ, ਜਿਆ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਚਤੇਰੇ। ਇਹ ਕਿਹਦੇ ਕੋਲ ਹੈ ਸ਼ਬਦ? ਇਹ ਕਿਹੜੇ ਪੇਜ ਤੇ ਹੈਗਾ ਭਾਈ ਸਾਹਿਬ? 562 ਵਡਹੰਸ ਮਹਲਾ। ਮਿਲ ਗਿਆ ਡਾਕਟਰ ਜੀ, ਤੇਰੇ ਕੋਲ ਮਿਲ ਗਿਆ। ਚੱਲ, ਸੋ ਅਸੀਂ ਸਿਰਫ ਰਹਾਉ ਦੀ ਤੁਕ ਤੱਕ ਕਰਾਂਗੇ। ਇਹਦੇ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਨਾ, ਜਿਆ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਚਿਤੇਰੇ। ਸੋ ਇਹ ਪਹਿਲੀ ਲਾਈਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜਿਹੜਾ ਵੀ ਵੇਲਾ ਹੈ, ਕਿ ਜਦੋਂ ਵੀ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਕਿ ਜਦੋਂ ਵੀ ਉਸ ਦੇ ਦਰਸ਼ਨ ਸਾਨੂੰ ਆਇਦਰ ਮਿਲ ਜਾਂਦੇ ਨੇ ਜਾਂ ਅਸੀਂ ਮਿਲਣ ਦੀ ਸਾਡੀ ਤਾਂਘ ਹੈਗੀ ਹੈ, ਕਿ ਉਹ ਵੇਲਾ ਬਹੁਤ ਬਹੁਤ ਸੁਹਾਵਾ ਹੈ, ਬਹੁਤ ਧੰਨ ਹੈ ਉਹ ਵੇਲਾ। ਹੋਮ ਬਲਿਹਾਰੀ ਸਤਿਗੁਰ ਚਰਨਾ, ਕਹਿੰਦੇ ਕਿ ਮੈਂ ਉਸ ਗੁਰੂ, ਸੋ ਇੱਥੇ ਹੁਣ ਉਹੀ ਗੱਲ ਆ ਗਈ ਕਿ ਗੁਰੂ ਦੀ ਅਸੀਂ ਕਿਸ ਗੁਰੂ ਦੀ ਗੱਲ ਕਰਦੇ ਹਾਂ, ਕਿ ਕਹਿੰਦੇ ਮੈਂ ਉਸ ਗੁਰੂ ਨੂੰ ਬਲਿਹਾਰ ਜਾਣਾ ਕਿ ਜਿਸ ਨੇ ਮੈਨੂੰ ਇਹ ਦਰਸ਼ਨ ਦੇ ਦਿੱਤੇ ਨੇ। ਜਿਆ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਇੱਥੇ ਵਾਹਿਗੁਰੂ ਦੀ ਗੱਲ ਕਰ ਰਹੇ ਨੇ, ਕਿ ਕਹਿੰਦੇ ਵਾਹਿਗੁਰੂ ਕਿ ਤੂੰ ਸਾਰੇ ਜੀਵਾਂ ਨੂੰ ਤੂੰ ਦੇਣ ਵਾਲਾ ਹੈ, ਸਾਰੇ ਜੀਵਾਂ ਨੂੰ ਸਭ ਕੁਝ ਦੇਣਾ ਤੂੰ ਉਹਨਾਂ ਨੂੰ। ਮਨ ਜੀਵੇ ਪ੍ਰਭ ਨਾਮ ਚਿਤੇਰੇ। ਕਹਿੰਦੇ ਨੇ ਕਿ ਜਿਹੜੀ ਮੇਰੀ ਜੀਵ ਹੈ, ਮੇਰੀ ਜੀਵ ਆਤਮਾ ਹੈ, ਉਹ ਜੀਵ ਆਤਮਾ ਜੋ ਮੇਰੇ ਅੰਦਰ ਹੈ, ਜੋ ਮੇਰੇ ਅੰਦਰ ਜੋਤ ਹੈ, ਉਹ ਤੇਰੇ ਜੋ ਵਾਹਿਗੁਰੂ ਦੇ ਨਾਮ ਲੈ ਕੇ ਹੀ ਉਹ ਜੀਂਦੀ ਹੈ, ਉਹ ਜੀਂਦੀ ਹੈ ਉਸ ਤੇਰੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਕੇ। ਥਰਸਡੇ ਨੂੰ 26 ਨਵੰਬਰ ਨੂੰ ਸ਼ਬਦ ਜਿਹੜਾ ਆਇਆ ਉਹ ਪੇਜ 193 ਤੇ ਹੈ, ਰਾਗ ਗੌੜੀ ਦਾ, ਔਰ ਉਹ ਵੀ ਪੰਜਵੀਂ ਪਾਤਸ਼ਾਹੀ ਦਾ। ਕਿਹਦੇ ਕੋਲ ਸ਼ਬਦ ਹੈ ਤੁਹਾਡੇ ਚੋਂ? 193 ਕਿਹਦੇ ਕੋਲ ਹੈ? ਮੇਰੇ ਕੋਲ ਹੈਗਾ। ਸ਼ਬਦ ਕਿਹੜਾ ਹੈ? ਕਹਿੰਦੀ ਹੈਗਾ, ਪਰ ਸ਼ਬਦ ਕਿਹੜਾ? ਪੇਜ ਕਿੰਨਾ? ਮੇਰੇ ਕੋਲ ਹੈ ਪੰਡਿਤ 193 दर्शन को पर जाओ। पेज 193 थर्सडे 26 नवंबर गौड़ी राग महला पंजवा। गुरु जी के दर्शन को बल जाओ। मिल गया। गुरदीप बोलो। गुरु के दर्शन को बल बल जाओ। ਵੀ ਉਹਦੇ ਦਰਸ਼ਨ ਨੂੰ ਅਸੀਂ ਬਲ ਜਾਂਦੇ ਆ। ਵੀ ਸੈਕਰੀਫਾਈਸ ਟੂ ਹਿਸ ਦਰਸ਼ਨ। ਜਪ ਜਪ ਜੀਵਾ ਸਤਿਗੁਰ ਨਾਮ। ਵੀ ਉਹਦਾ ਨਾਮ ਜਪ ਕੇ ਅਸੀਂ ਜੀਨੇ ਆ। ਸਾਡਾ ਜਿੱਦਾਂ ਜੀਵਨ ਸ਼ੁੱਧ ਹੁੰਦਾ ਆ।
ਦੇਖੋ ਮੇਰਾ ਜਿਹੜਾ ਮੇਨ ਆਬਜੈਕਟਿਵ ਹੈ ਇਹ ਸ਼ਬਦ ਦਾ, ਪਹਿਲੇ ਵਿੱਚ ਦੇਖੋ ਧੰਨ ਸੋ ਵੇਲਾ ਚ ਦਰਸ਼ਨ ਕਰਨਾ। ਤੁਸੀਂ ਤੁਹਾਡੇ ਅੰਦਰ ਇੱਕ ਤਾਂਘ ਹੈ, ਤੁਹਾਡੇ ਅੰਦਰ ਇੱਕ ਖਾਹਿਸ਼ ਹੈ, ਤੁਹਾਡੇ ਅੰਦਰ ਤੁਹਾਡਾ ਮਨ ਕਰ ਰਿਹਾ ਹੈ ਕਿ ਵਾਹਿਗੁਰੂ ਦੇ ਦਰਸ਼ਨ ਕਰਨ ਨੂੰ। ਬਾਬਾ ਜੀ ਦੀ ਭੀੜ ਚੱਲ ਪਈ ਹੈ, ਜੋ ਉਹਨਾਂ ਦੇ ਤੁਸੀਂ ਦਰਸ਼ਨ ਕਰਨੇ ਨੇ, ਉਹਨਾਂ ਦੇ ਵੈਲਕਮ ਤੇ ਤੁਸੀਂ ਕਹਿ ਰਹੇ ਹੋ ਧੰਨ ਸੋ ਵੇਲਾ। ਉਹ ਕਿਹੜਾ ਵੇਲਾ ਹੋਏਗਾ ਜਦੋਂ ਬਾਬਾ ਜੀ ਦੀ ਭੀੜ ਇੱਥੇ ਪਹੁੰਚੇਗੀ। ਤੇ ਹੁਣ ਇੱਥੇ ਇਸ ਸ਼ਬਦ ਵਿੱਚੋਂ ਕਹਿ ਰਹੇ ਨੇ ਗੁਰੂ ਜੀ ਕੇ ਦਰਸ਼ਨ ਕੋ ਬਲ ਜਾਓ। ਜਦੋਂ ਉਹਨਾਂ ਉੱਥੇ ਪਹੁੰਚ ਗਏ ਤੇ ਮੈਂ ਧੰਨ ਹੋ ਜਾਵਾਂਗਾ, ਕਿਉਂਕਿ ਉਹਨਾਂ ਦੇ ਦਰਸ਼ਨ ਦੀ ਹੀ ਮੈਨੂੰ ਇਸ ਵੇਲੇ ਤਾਂਘ ਹੈ। ਵੈਨਸਡੇ ਭਾਈ ਸਾਹਿਬ ਇੱਕ ਮਿੰਟ, ਇਹ ਸਾਰੇ ਦਰਸ਼ਨ ਦੇ ਸ਼ਬਦ ਚੂਜ਼ ਕਰਦੇ ਨੇ, ਕੌਣ ਕਰਦਾ ਹੈ ਚੂਜ਼ ਕਿ ਆਪਣੀ ਮਰਜ਼ੀ ਨਾਲ ਕਰਦੇ ਨੇ ਉਹ? page 239 again ਰਾਗ ਗੌੜੀ, again ਗੁਰੂ ਅਰਜਨ ਦੇਵ ਜੀ। ਵਜ਼ੀਰ ਜੀ ਤੁਹਾਡੇ ਕੋਲ ਹੈ ਸ਼ਬਦ? ਨਹੀਂ ਜੀ, ਪਰ ਤੁਸੀਂ ਫਿਰ ਵੀ ਟ੍ਰਾਂਸਲੇਸ਼ਨ ਕਰ ਸਕਦੇ ਹੋ। ਹਾਂਜੀ ਹਾਂ, ਜੇ ਤੁਸੀਂ ਪੜ੍ਹ ਦਿਓ ਤਾਂ ਮੈਂ ਕਰ ਦਿਆਂ। ਹਾਂਜੀ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ। ਮੈਂ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਦੇਖ ਦੇਖ ਕੇ ਜਿਉਂਦਾ ਤੇ ਉਹਦੇ ਚਰਨ ਧੋ ਪੀਂਦਾ। ਇਹ ਮਤਲਬ ਸਿਮਲੀ ਵਰਤੀ ਹੈ ਕਿ ਮੈਂ ਹਮੇਸ਼ਾ ਉਹਦੀ ਯਾਦ ਦੇ ਵਿੱਚ, ਉਹਦੇ ਆਸਰੇ, ਉਹਦੀ ਸੇਵਾ ਦੇ ਵਿੱਚ ਹਾਜ਼ਰ। ਐਗਜ਼ੈਕਟਲੀ। ਦੇਖੋ ਇੱਕ ਚੀਜ਼ ਹੋਰ ਤੁਸੀਂ ਯਾਦ ਰੱਖਣੀ, ਕਿਉਂਕਿ ਉਹ ਟਾਈਮ ਬਹੁਤ ਥੋੜਾ ਹੁੰਦਾ। ਟਾਈਮ ਹੁੰਦੇ ਨੇ ਤੇ 7 ਮਿੰਟਸ ਲੱਗਦੇ ਨੇ, ਜਿਹੜਾ ਮੈਂ ਟਾਈਮ ਮੈਨੇਜਮੈਂਟ ਕੀਤੀ ਹੈ ਫਰੋਮ ਅਕਾਲ ਤਖਤ ਸਾਹਿਬ ਤੋਂ ਹਰਮੰਦਰ ਸਾਹਿਬ। ਔਰ ਇਹ ਇਸ ਵੇਲੇ ਜਿਹੜੀ ਇਹ 8 ਪਦੇ ਵਾਲਾ ਸ਼ਬਦ ਹੈ, ਸੋ ਅਸ਼ਟਪਦੀ ਹੈ। ਇਹ ਨਹੀਂ ਕਿ ਉਹ 8 ਦੇ 8 ਪਦੇ ਪੜਨਗੇ, ਲੇਕਿਨ ਜਿਸ ਪਦੇ ਤੇ ਉਹ ਜ਼ਿਆਦਾ ਜ਼ੋਰ ਦਿੰਦੇ ਨੇ, ਜਿਹੜਾ ਬਾਰ-ਬਾਰ ਪੜ੍ਹਦੇ ਨੇ, ਉਹ ਇਹੀ ਸੀ ਗੁਰ ਕਾ ਦਰਸ਼ਨ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਕਿ ਤੁਸੀਂ ਆਪਣੇ ਆਪ ਨੂੰ ਇੰਨਾ ਹੰਬਲ ਕਰਦੇ ਹੋ ਕਿ ਗੁਰੂ ਜੀ ਦੀ ਗੱਲ ਤੁਸੀਂ ਸ਼ੁਰੂ 'ਚ ਹੀ ਕਰ ਰਹੇ ਸੋ। ਜਿਹੜਾ ਗੁਰੂ ਤੁਹਾਡੇ ਸਾਹਮਣੇ ਹੋਏ, ਤੁਹਾਡੇ ਦੁੱਖ ਕੱਟੇ ਜਾਂਦੇ ਨੇ, ਨੈਚੁਰਲੀ ਉਹਦੇ ਵਾਸਤੇ ਤੁਸੀਂ ਜੀਵਨ ਦੇ ਵਿੱਚ ਕੁਝ ਵੀ ਕਰ ਸਕਦੇ ਹੋ। ਟਿਊਸਡੇ (244) पेज, ये गुरु रामदास जी का शब्द है और छंत है। ये मैनू बहुत, वैसे तो सारे शब्द दिल ਨੂੰ ਟੱਚ ਕਰਦੇ ਨੇ, ਪਰ ਇਹ ਬਚਪਨ ਤੋਂ ਤੁਸੀਂ ਸੁਣਦੇ ਆਏ ਹੋ। ਇਹ ਛੰਤ ਹੈ ਰਾਗ ਗੌੜੀ ਦਾ, ਗੁਰੂ ਅਮਰਦਾਸ ਦਾ। ਬਹੁਤ ਲੰਬਾ ਛੰਤ ਹੈ, ਲੇਕਿਨ ਜਿਹੜੀ ਲਾਈਨ ਵਜ਼ੀਰ ਜੀ ਉਹ ਬਾਰ-ਬਾਰ ਪੜ੍ਹਦੇ ਨੇ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖੜੀ ਨ ਮਾਨੀ। ਇਹ ਮੇਰੇ ਖਿਆਲ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ। ਸੋ ਇਹ ਤੁਹਾਡੇ ਦਿਲ ਨੂੰ ਬਹੁਤ ਟੱਚ ਕਰਨ ਵਾਲਾ ਸ਼ਬਦ ਹੈ। ਔਰ ਇਹ ਜਿਹੜਾ ਹੈ ਇਸ ਸਟੈਂਡਾ ਆਲਮੋਸਟ ਲਾਸਟ ਹੈ, ਚੌਥਾ ਹੈ। ਮੇਰੇ ਜੀਓ ਖੜੀ ਕਮਾਣੀ, ਮੈਂ ਨਹੀਂ ਨੀਂਦ ਨਾ ਆਵੇ ਜੀਓ, ਪਾਵੇ ਅੰਨ ਨਾ ਪਾਣੀ, ਪਾਣੀ ਅੰਨ ਨਾ ਪਾਵੇ, ਮਰ ਗਏ ਹਾਵੇ, ਬਿਨ ਬਚੋ ਸੁਖ ਪਾਈਏ, ਗੁਰ ਆਗੇ ਕਰੋ ਬੇਨਤੀ, ਜੇ ਗੁਰ ਪਾਵੇ ਜੋ ਮਿਲੇ ਤਿਵੇਂ ਮਿਲਾਈਏ, ਆਪੇ ਮੇਲ ਰਹੇ ਸਤਿਦਾਤਾ, ਆਪ ਮਿਲਿਆ ਘਰ ਆਏ। ਇਹ ਚੌਥਾ ਚੰਦਾ ਛੰਤ ਹੈ, ਔਰ ਇਹਨੂੰ ਉਹ ਬਾਰ-ਬਾਰ ਪੜ੍ਹਦੇ ਨੇ। ਇਹ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ। ਪਰਮਜੀਤ ਤੂੰ ਸੁਣਿਆ ਸ਼ਬਦ ਪਹਿਲਾਂ ਵੀ? ਮਿਲ ਮੇਰੇ ਨਹੀਂ ਸੁਣਿਆ? ਕੋਈ ਡਰ ਨਹੀਂ। ਮੰਡੇ ਇਹ ਸ਼ਾਇਦ ਔਖਾ ਸੀ, ਮੈਂ ਨਹੀਂ ਭੇਜਿਆ ਨਵਤੇਜ ਨੂੰ, ਕਿਉਂਕਿ ਭਾਈ ਗੁਰਦਾਸ ਜੀ ਦੀ ਵਾਰਾਂ ਚੋਂ ਹੈ। ਇਹ 12ਵੀਂ ਵਾਰ ਹੈ ਤੇ 19ਵੀਂ ਪੌੜੀ ਹੈ। ਧੰਨ ਗੁਰੂ ਗੁਰਸਿੱਖ, ਧੰਨ ਆਦਿ ਪੁਰਖ ਆਦੇਸ਼ ਕਰਾਇਆ। ਸੋ ਇਹ ਇੱਕੋ ਵਾਰੀ ਆਇਆ, ਪਹਿਲੀ ਵਾਰੀ ਹੀ ਆਇਆ, ਬਾਕੀ ਸ਼ਬਦ ਤੇ ਕਈ ਵਾਰੀ ਰਿਪੀਟ ਹੋਏ ਨੇ। ਸੰਡੇ, ਪਿਛਲੇ ਸੰਡੇ ਰਾਗ ਗੌੜੀ ਅਗੇਨ, page 204 ਗੁਰੂ ਅਰਜਨ। ਹਰ ਪੇਖਨ ਕੋ ਸਿਮਰਤ ਮਨ ਮੇਰਾ। ਇਹ ਪੇਖਨ ਹੈਗਾ ਦੇਖਣ, ਦੇਖਣਾ। ਹਰ ਸਿਮਰਤ, ਹਰ ਪੇਖਨ ਕੋ, ਮੈਂ ਕੀ ਸਿਮਰ ਰਿਹਾ, ਮੇਰੇ ਮਨ ਦੇ ਅੰਦਰ ਕੀ ਸਿਮਰਨ ਹੈ ਇਸ ਵੇਲੇ, ਮੈਂ ਕੀ ਕਹਿ ਰਿਹਾ ਆਪਣੇ ਮਨ ਦੇ ਅੰਦਰ। ਹਰ ਪੇਖਨ ਕੋ, ਕਿ ਮੈਂ ਪਰਮਾਤਮਾ ਦੇ ਦਰਸ਼ਨ ਚਾਹੁੰਦਾ। ਆਈ ਵਾਂਟ ਹਿਸ ਵਿਜ਼ਨ। ਮੇਰੇ ਅੰਦਰ ਇੱਕੋ ਹੀ ਜੋਤ ਹੈ, ਮੇਰੇ ਅੰਦਰ ਇੱਕੋ ਹੀ ਤ੍ਰਿਸ਼ਨਾ ਹੈ, ਮੇਰੇ ਅੰਦਰ ਇੱਕੋ ਹੀ ਅਰਦਾਸ ਹੈ ਕਿ ਇਹ ਪਰਮਾਤਮਾ ਤੋਂ ਮੈਨੂੰ ਦਰਸ਼ਨ ਦੇ। ਹਰ ਪੇਖਨ ਕੋ
ਸਿਮਰਤ ਮਨ ਮੇਰਾ ਆਸ ਪਿਆਸੀ ਚਿਤ ਉਹ ਦਿਨ ਰਹਿਣੀ ਦਿਨ ਤੇ ਰਾਤ ਕੋਈ ਅੰਤ ਮਿਲਾਵੇ ਨੇਰਾ ਕੋਈ ਪਲੀਜ਼ ਕੋਈ ਮਨੁ ਪਰਮਾਤਮਾ ਦੇ ਨਾਲ ਆ ਕੇ ਮਿਲਾ ਦੇਵੇ। ਲਾਸਟ ਇਜ਼ ਹੋ ਗਿਆ ਨਾ, ਫਿਰ ਲਾਸਟ ਸੈਟਰਡੇ ਤੇ ਕਰ ਲਿਆ ਸੀ ਨਾ। ਉਹ ਹੋਈ ਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਜਿਹੜਾ ਅੱਜ ਆਇਆ, ਜਿਹੜਾ ਅੱਜ ਸੈਟਰਡੇ ਆਇਆ ਉਹ ਹੋਈ ਲਾਸਟ ਸੈਟਰਡੇ ਸੀ। that is page 742 ਰਾਗ ਸੋਈ ਗੁਰੂ ਅਰਜਨ ਦੇਵ ਜੀ। मेरा इस तक क्वेश्चन है कि सारे दर्शन वाले शब्द चूज करते ने हो कि केड़े करते ने ਇਹੋ ਹੀ ਬਬਲੀ ਸਮਝਾਇਆ ਸੀ ਕਿ ਇਸ ਵੇਲੇ ਜਿਹੜਾ ਸਿਨੈਰੀਓ ਹੈ ਨਾ, ਜਿਹੜਾ ਮੌਕਾ ਹੈ ਕਿ ਬਾਬਾ ਜੀ ਦੀ ਭੀੜ ਚੱਲੀ ਹੈ, ਤੁਸੀਂ ਸ਼ਬਦ ਪੜ੍ਹ ਰਹੇ ਹੋ ਤੇ ਹੇ ਬਾਬਾ ਜੀ ਤੁਸੀਂ ਆਓ ਤੇ ਸਾਨੂੰ ਦਰਸ਼ਨ ਦਿਓ। ਹਾਂ, ਦੈਟ ਇਜ਼ ਵਾਟ ਜਿਹੜੇ ਰਾਗੀ ਸਿੰਘ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੱਭ ਕੇ ਉਹੀ ਸ਼ਬਦ ਪੜ੍ਹਦੇ ਨੇ। ਹਾਂਜੀ। ਸ਼ਬਦ ਇਹ ਹੈ ਕਿ you are waiting for your beloved, you are waiting for ਵਾਹਿਗੁਰੂ, you are waiting for ਗੁਰੂ ਗ੍ਰੰਥ ਸਾਹਿਬ to come, ਔਰ ਤੁਹਾਡੀ ਇਹ ਤਾਂਘ ਹੈ, ਤੁਹਾਡੀ ਇਹ ਰਿਕੁਐਸਟ ਹੈ ਕਿ ਤੁਸੀਂ ਆਓ ਤੇ ਸਾਨੂੰ ਦਰਸ਼ਨ ਦਿਓ। ਔਰ ਇਹ 7 ਮਿੰਟਾਂ ਦੇ ਵਿੱਚ ਕਈ ਵਾਰੀ ਤਾਂ ਪੂਰਾ ਸ਼ਬਦ ਪੜ੍ਹ ਲੈਂਦੇ ਨੇ ਤੇ ਕਈ ਵਾਰੀ ਜਿਹੜੇ ਵੀ ਉਹ ਪੈਰਾਗ੍ਰਾਫ ਪੜ੍ਹ ਸਕਣ ਉਹਨਾਂ ਪੈਰਾਗ੍ਰਾਫਾਂ ਨੂੰ ਪੜ੍ਹ ਕੇ ਫਿਰ ਉਹ ਰਿਪੀਟ ਕਰਦੇ ਨੇ। ਗੁਰਦੁਆਰੇ ਦਰਬਾਰ ਸਾਹਿਬ ਜਾਈਦਾ ਸੀ ਭਾਈ ਸਾਹਿਬ, ਇਹ ਪੜ੍ਹਦੇ ਸੀ ਸ਼ਬਦ ਦਰਸ਼ਨ ਦੀਜੇ ਖੋਲ ਕੇ ਵਾੜ, ਉਹ ਜਦੋਂ ਖੋਲਦੇ ਸੀ ਦਰਸ਼ਨ ਜੋੜੀ ਉਹ ਵੀ ਆਮ ਤੌਰ ਤੇ ਪੜ੍ਹਿਆ ਜਾਂਦਾ। ਹਾਂਜੀ, ਦਰਸ਼ਨ ਦੀਜੇ ਖੋਲ ਕੇ ਵਾੜ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦਾ ਰਾਗ ਸ਼ੁਰੂ ਕਰੀਏ, ਕਿਉਂਕਿ ਗੁਰਬਾਣੀ ਦਾ ਅਸੀਂ ਸ਼ਬਦ ਪੜ੍ਹੇ ਨੇ, just to have a different taste, we'll have for 15 minutes we'll study about Sikh history, ਔਰ ਉਸ ਤੋਂ ਬਾਅਦ ਅਸੀਂ ਰਾਗ ਬਿਲਾਵਲ ਜਿਹੜਾ ਨੈਕਸਟ ਰਾਗ ਅਸੀਂ ਅੱਜ ਕਰਨਾ ਸੀ, ਅਸੀਂ ਰਾਗ ਬਿਲਾਵਲ ਕਰਾਂਗੇ। ਰਾਗ ਬਿਲਾਵਲ ਅਸੀਂ ਕੱਲ ਸੀ ਰਾਗ ਰਾਮਕਲੀ ਕਰਨਾ, ਰਾਮਕਲੀ ਕਰਨਾ ਅੱਜ, ਰਾਗ ਰਾਮਕਲੀ ਕਰਾਂਗੇ। ਉਸ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਇਹ ਜਿਹੜੀ ਸੁਣੋ ਜਾਂ ਪੜ੍ਹੋ ਬਹੁਤ ਜ਼ਰੂਰੀ ਹੈ ਲਾਈਫ ਵਿੱਚ। ਡਾਕਟਰ ਜਸਟ ਲਾਸਟ ਥਿੰਗ ਹੈ ਜਿਹੜਾ ਆਪਣੇ ਹੁਕਮਨਾਮੇ ਦੀ ਗੱਲ ਆਪਾਂ ਕਰਦੇ ਹਾਂ ਕਿ ਜਿਹੜਾ ਟ੍ਰੈਡੀਸ਼ਨ ਚੱਲਦਾ ਆਇਆ ਕਿ ਹਮੇਸ਼ਾ ਜਦੋਂ ਆਪਾਂ ਵਾਕ ਲੈਂਦੇ ਹਾਂ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਲਦੇ ਨੇ ਆਮ ਤੌਰ ਤੇ ਰਫਲੀ ਮਿਡਲ ਪੇਜਸ ਹੀ ਹੁੰਦੇ ਨੇ ਤੇ ਇਹਦੇ ਤੇ ਕੋਈ ਵੀ ਹੁਣ ਅੰਡਰਸਟੈਂਡ ਕਿ ਟ੍ਰੈਡੀਸ਼ਨ ਚੱਲਦਾ ਆਇਆ, ਪਰ ਕਦੀ ਵੀ ਇੱਥੇ ਕੋਈ ਕਿਸੇ ਨੇ ਕੋਈ ਚਰਚਾ ਕੀਤੀ ਹੈ ਜਾਂ ਕੋਈ ਡਿਸੀਜਨ ਲਿੱਤਾ ਹੈ ਕਿ ਪਰਹੈਪਸ ਹੁਣ ਕਿ ਬਾਕੀ ਬਾਣੀਆਂ ਜਿਹੜੀਆਂ ਹੈਗੇ ਨੇ ਹੁਣ ਸ੍ਰੀ ਰਾਗ ਚੋਂ ਕਦੇ ਵੀ ਪ੍ਰੋਬੇਬਲੀ ਮੈਂ ਸੁਣਿਆ ਨਹੀਂ ਕੋਈ ਹੁਕਮਨਾਮਾ ਆਇਆ ਹੋਵੇ, ਜਾਂ ਜਿਹੜੇ ਪਿਛਲੇ ਬਾਹਰਲੇ ਰਾਗ ਆਉਂਦੇ ਨੇ ਬਸੰਤ ਰਾਗ ਹੋਇਆ, ਇਹਦੇ ਉੱਤੇ ਕੋਈ ਕਿਸੇ ਨੇ ਵੀ ਕੋਈ ਸੋਚ ਕੀਤੀ ਹੈ ਕਿ ਕਿਉਂ ਨਹੀਂ ਅਸੀਂ ਇਹਨੂੰ ਟ੍ਰੈਡੀਸ਼ਨ ਨੂੰ ਚੇਂਜ ਕਰਦੇ? ਖੈਰ ਤੂੰ ਤਾਂ ਮੈਂ ਤਾਂ ਮਿਲ ਕੇ ਤੇ ਟ੍ਰੈਡੀਸ਼ਨ ਚੇਂਜ ਨਹੀਂ ਕਰ ਸਕਦੇ। ਜੋ ਰਹਿਤਨਾਮੇ ਦੇ ਵਿੱਚ ਹੈ ਜਾਂ ਜੋ ਸ਼ੁਰੂ ਵਿੱਚ ਟ੍ਰੈਡੀਸ਼ਨ ਹੋਏਗੀ ਕਿ ਤੁਸੀਂ ਸੈਂਟਰ 'ਚ ਖੋਲਦੇ ਹੋ ਔਰ ਸੈਂਟਰ ਦੇ ਵਿੱਚ ਲੈਫਟ ਹੈਂਡ ਸਾਈਡ ਤੇ ਜਿਹੜਾ ਸ਼ਬਦ ਹੈ ਜੇ ਉੱਥੋਂ ਸ਼ੁਰੂ ਹੁੰਦਾ ਤੇ ਕਰੋ, ਨਹੀਂ ਤਾਂ ਲਾਸਟ ਉਸ ਪਿਛਲੇ ਪੇਜ ਤੇ ਜਾਓ। ਔਰ ਨੈਚੁਰਲੀ ਸੈਂਟਰ ਦੇ ਵਿੱਚ ਤੁਸੀਂ ਦੇਖੋਗੇ 100 ਕੁ ਪੇਜ ਲਾ ਲਓ, ਉਹਦੇ ਵਿੱਚ 3-4 ਰਾਗ ਹੋਣਗੇ ਜਿਨ੍ਹਾਂ ਦੇ ਵਿੱਚੋਂ ਬਾਰ-ਬਾਰ ਉਹ ਸ਼ਬਦ ਆਉਂਦੇ ਨੇ ਜਿਹੜੇ ਅਸੀਂ ਪੜ੍ਹਦੇ ਹਾਂ। ਤੇ ਉਹ ਤੁਸੀਂ ਇਹ ਜਿਹੜਾ ਹੁਣ ਤੁਸੀਂ ਦੇਖਦੇ ਹੋ ਹਰਿਮੰਦਰ ਸਾਹਿਬ ਜਿਹੜਾ ਸ਼ਬਦ ਪੜ੍ਹਦੇ ਨੇ, ਇਹ ਵੀ ਜਦੋਂ ਮੈਂ ਤੁਹਾਨੂੰ ਐਕਸਲ ਤੇ ਸ਼ੀਟ ਬਣਾ ਕੇ ਦਿਆਂਗਾ ਤੁਹਾਨੂੰ ਪਤਾ ਲੱਗੇਗਾ ਕਿ 2 or 3 months ਟਾਈਮ ਕੋਈ 10-12 ਸ਼ਬਦ ਐਸੇ ਨੇ ਜਿਹੜੇ ਕਈ ਵਾਰੀ ਪੜ੍ਹੇ ਗਏ ਨੇ ਕਿ ਸੋ ਰਿਪੀਟ ਤੇ ਕੋਈ ਚੀਜ਼ ਹੈ। ਪਰ ਮੈਂ ਤੇਰੇ ਨਾਲ ਅਗਰੀ ਕਰਦਾ ਕਿ ਸਾਰਾ ਗ੍ਰੰਥ ਤੇ ਜਿਹੜਾ ਹੈ ਸਾਰੇ ਗ੍ਰੰਥ ਸਾਹਿਬ ਵਿੱਚ ਇੰਨੇ ਸ਼ਬਦ ਨੇ ਜਿਵੇਂ ਅਸੀਂ ਕਹਿੰਦੇ ਹਾਂ ਪਲੱਸ 5000 ਕੰਪੋਜੀਸ਼ਨਸ ਹੈਗੀਆਂ। ਚਲੋ ਹੁਣ ਤੁਸੀਂ ਇਹ ਗੱਲ ਸ਼ੁਰੂ ਕੀਤੀ ਹੈ ਤੇ ਮੈਂ ਇੱਕ ਪੁਆਇੰਟ ਤੁਹਾਡੇ ਨਾਲ ਹੋਰ ਡਿਸਕਸ ਕਰਨਾ ਚਾਹੁੰਦਾ। ਹਿੰਦੂ ਸ਼ਾਸਤਰ, ਸਾਰੇ ਹਿੰਦੂ ਸ਼ਾਸਤਰ ਲੈ ਲਓ, ਵੇਦਾਂ ਤੋਂ ਲੈ ਕੇ ਜਿਹਨਾਂ ਨੂੰ ਤੁਸੀਂ ਸ਼ਰੂਤੀ ਕਹਿੰਦੇ ਹੋ, ਸਾਰੀਆਂ ਸਮ੍ਰਿਤੀ ਲੈ ਲਓ, ਉਹਦੇ ਵਿੱਚ ਰਾਮਾਇਣ ਵੀ ਲੈ ਲਓ, ਗੀਤਾ ਵੀ ਲੈ ਲਓ, ਜਿਹੜੇ ਹਿੰਦੂਆਂ ਦੇ ਮੇਨ 6 ਸ਼ਾਸਤਰ ਨੇ ਉਹ ਵੀ ਲੈ ਲਓ, ਪੁਰਾਣ ਵੀ ਲੈ ਲਓ। ਇਹ ਸਾਰੇ ਹੁਣ ਧਿਆਨ ਨਾਲ ਸੁਣਨਾ ਜੋ ਮੈਂ ਕਹਿਣਾ ਚਾਹੁੰਦਾ, ਇਹ ਕਦੋਂ ਲਿਖੇ ਗਏ ਕਿਸੇ ਨੂੰ ਨਹੀਂ ਪਤਾ। ਇਹ ਜਨਰੇਸ਼ਨ ਟੂ ਜਨਰੇਸ਼ਨ ਮੈਮਰੀ ਦੇ ਨਾਲ ਆਏ ਨੇ। ਰਿਸ਼ੀਆਂ ਨੇ ਆਪਣੇ ਜਿਹੜੇ ਉਹਨਾਂ ਦੇ ਸੇਵਕ ਸਨ ਉਹਨਾਂ ਨੂੰ ਸੁਣਾਏ, ਉਹਨਾਂ ਨੇ ਅੱਗੋਂ ਸੁਣਾਏ, ਉਹਨਾਂ ਨੇ ਅੱਗੋਂ ਸੁਣਾਏ। ਹੁਣ ਇਹਦੇ ਵਿੱਚ ਨਵਤੇਜ ਦੀ
ਗੱਲ ਦਾ ਵੀ ਜਵਾਬ ਆ ਜਾਂਦਾ। ਹੁਣ ਸਪੋਜ਼ ਅਸੀਂ ਰਿਗਵੇਦ ਦੀ ਗੱਲ ਕਰਦੇ ਹਾਂ ਜਾਂ ਅਸੀਂ ਗੀਤਾ ਦੀ ਗੱਲ ਕਰਦੇ ਹਾਂ, ਗੀਤਾ ਵਿੱਚ ਵੀ 18 ਜਿਹੜੇ ਚੈਪਟਰ ਨੇ, ਉਹਨਾਂ ਵਿੱਚ 2-4 ਚੈਪਟਰ ਐਸੇ ਹੋਣਗੇ ਜਿਹੜੇ ਲੋਕ ਆਮ ਤੌਰ ਤੇ ਪੜ੍ਹਦੇ ਨੇ, ਜਿਨ੍ਹਾਂ ਵਿੱਚੋਂ ਸ਼ਲੋਕ ਨੇ ਜਿਹੜੇ ਤੁਸੀਂ ਰੋਜ਼ ਪੜ੍ਹ ਸਕਦੇ ਹੋ। ਬਾਕੀ ਸ਼ਲੋਕ ਵੀ, ਬਾਕੀ ਵੀ ਤੇ ਚੈਪਟਰ ਹੈ ਨਾ। कहना मैं चाहना कि ਜਿਹੜੀ ਚੀਜ਼ मैं एक्चुअल कहनी चाहना, अगर ऋग्वेद या बाकी शास्त्र सारे तकरीबन 10,000 पेजा विच ने, अगर कुरान शरीफ भी 400-500 पेज तो ज्यादा 700-800 पेज विच है, अगर वो ज़बानी याद किया जा सकता तो गुरु ग्रंथ साहब ज़बानी याद नहीं किया जा सकता। ये गुरु ग्रंथ साहब दे देखो, गुरु रामदास जी की बाणी दे गुरु रामदास को है 679 2218, गुरु अर्जन को है उन्होंने अपनी बाणी, भगतां दी बाणी उन्होंने को है, वो अवेलेबल है आउटसाइड भी। गल सिर्फ रह जाती है गुरु नानक की बाणी की। हुण गुरु नानक की बाणी गुरु अमरदास जी दे अपना गोइंदवाल साहब किन्ने साल उन्होंने पहला खडूर साहब सेवा की है गुरु अंगद दी। गुरु अंगद के वक्त सिर्फ गुरु नानक की बाणी पढ़ते होंगे तो क्यों नहीं याद हो गई होनी उन्होंने। फिर गुरु नानक गुरु अंगद की बाणी गुरु जिस वे आए ने गोइंदवाल अपनी बाणी तो लिख रहे सन, तो बाकी पहली बाणी तो यही पढ़ते होंगे, क्यों नहीं याद हो गई उन्होंने भी, गुरु रामदास ने भी तो गुरु अर्जन ने भी। 18 साल की एज गुरु बने ने अर्जन, 40 साल की उम्र च गुरु रामदास गुरु बने ने, 22 साल उन्होंने गुरुओं की सेवा की है। ये कहना जी बाणी कितों आई है, कहना इररेलेवेंट क्वेश्चन है। जो सारी दुनिया के शास्त्र जबानी याद करके अगे पहुंच सकते हैं तो गुरु ग्रंथ साहब से सिर्फ 1000 पेज नहीं पहुंच सकते अगे। चलो एनीवे, नवतेज पहला क्वेश्चन तेनू है, ये हिस्ट्री का क्वेश्चन है। तो मुगल पीरियड के सारे बादशाहों के नाम फटाफट बोल दे। अकबर ने बाबर पहला, बाबर तो बाद फिर अकबर तो बाद हुमायूं, बाबर तो बाद हुमायूं, अकबर तो बाद हुमायूं। नो बाबर हुमायूं। अच्छा हुमायूं, बाबर हुमायूं, हाँ जी। ओके, बाबर हुमायूं, अकबर फिर जहांगीर, जहांगीर तो बाद फिर शाहजहां तो बाद फिर औरंगजेब। ओके, दरपना तो जवाब देंगे। गुरु साहब ते मुगल बादशाहों ਨੂੰ ਮਿਲਾਓ, ਕਿਹੜੇ ਗੁਰੂ ਸਾਹਿਬ ਵੇਲੇ ਕਿਹੜਾ ਮੁਗਲ ਸੀ? गुरु नानक देव जी के टाइम बाबर सी, और हुमायूं गुरु अंगद देव जी के टाइम सी, गुरु अमरदास जी के टाइम ਦੇ ਉੱਤੇ अकबर सी, और फिर ਉਹਦੇ बाद गुरु रामदास जी और गुरु अर्जन के टाइम ਦੇ ਉੱਤੇ was जहांगीर। ना करेक्ट करो इनको। गुरु रामदास, अकबर दो बादशाह दे विच, अच्छा गुरु रामदास एंड गुरु अमरदास। अकबर तीन गुरुओं दे वेले सी, तीन गुरुओं दे वेले। अकबर गुरु अमरदास वेले भी सी, अकबर गुरु रामदास दे वेले भी सी, अकबर गुरु अर्जन दे वेले भी सी। फिर जहांगीर आ जाता है बाद, फिर जहांगीर भी गुरु अर्जन दे वेले सी। फिर गुरु हरगोबिंद जी टाइम पे शाहजहां सी, हाँ, और फिर जहांगीर भी सी, शाहजहां भी सी। फिर ਉਹਦੇ बाद गुरु हर राय ਦੇ टाइम ਉਹ ਸੀ ਜਦੋਂ ਰਾਮ ਰਾਏ ਨੂੰ ਭੇਜਿਆ ਸੀ ਨਾ ਉਹਨਾਂ ਨੇ, ਇੱਕ ਸੈਕਿੰਡ, ਤੇ ਉਹ ਔਰੰਗਜ਼ੇਬ ਸੀ। फिर औरंगजेब थ्रू आउट 10 गुरुस तक, मतलब from 7th 8th 9th 10th बहादुर शाह भी सी, गोबिंद सिंह चारे गुरुओं दे वेले औरंगजेब सी। गुरु आज ਅਸੀਂ ਪੜਨਾ ਚਾਹੁੰਦੇ ਹਾਂ कि और सर कैन आई स्टॉप यू सर 1 सेकंड सर, मैनू किसी ने सवाल पूछा है कि गुरु गोबिंद सिंह जी जब ਉੱਥੇ ਗਏ ਸੀ ਸੇ ਮੇਰੀ ਕਜ਼ਨ ਨੇ नांदेड़, ਤੇ शिवाजी उस टाइम ਹੈਗਾ ਸੀ कि नहीं, और शिवाजी गुरु गोबिंद सिंह ਨੂੰ ਮਿਲਿਆ कि नहीं? नहीं, गुरु गोबिंद सिंह जी ਨੂੰ नहीं ਮਿਲਿਆ, ਤੇ ਮੇਰੇ ਖਿਆਲ ਦੋਨਾਂ ਦੀਆਂ ਡੇਟਾ ਫਰਕ ਨੇ। अच्छा, which is very easy, ਤੁਸੀਂ ਇੰਟਰਨੈਟ ਤੋਂ ਦੋਨੋਂ ਦੇ ਮੈਨੂੰ ਅੱਗੇ ਵੀ ਕੋਈ ਪੁੱਛ ਚੁੱਕਾ, ਦੋ ਡਿਫਰੈਂਟ ਪੀਰੀਅਡ ਨੇ। ओके, ਹੁਣ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਚਲੋ ਇਹਨੇ ਸ਼ੁਰੂ ਕੀਤਾ ਨੰਦੇੜ ਪਹੁੰਚਦੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਦੋ, ਇਹ ਵਜ਼ੀਰ ਜੀ ਤੁਸੀਂ ਵੀ ਮੈਨੂੰ ਜਵਾਬ ਦੇਣਾ, ਦੇ ਵਿੱਚੋਂ ਮੈਂ ਇੱਕ ਸਵਾਲ ਪੁੱਛਣਾ ਤੁਹਾਨੂੰ ਵੀ,
ਮਹਿੰਦਰ ਜੀ ਜਰਾ ਧਿਆਨ ਨਾਲ ਸੁਣਨਾ। ਉਹਨਾਂ ਦੇ ਕੋਲ 2 ਪਿਆਰੇ ਜਿਹੜੇ 5 ਪਿਆਰੇ ਸਨ ਉਹਨਾਂ ਨੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ, ਉਹਨਾਂ ਵਿੱਚੋਂ 2 ਹਾਲੀ ਜੀਵਤ ਸਨ। 3 ਜਿਹੜੇ ਨੇ ਉਹ ਕਿੱਥੇ ਸ਼ਹੀਦ ਹੋਏ ਸਨ? ਇਹਦੀ ਚਮਕੌਰ ਦੀ, ਉਹ ਚਮਕੌਰ ਦੀ ਜਦੋਂ ਜੰਗ ਸੀ ਉਹ ਚਮਕੌਰ ਦੀ ਗੜੀ ਤੇ 3 ਸ਼ਹੀਦ ਹੋਏ। ਜਿਹੜੇ ਬਚ ਗਏ ਉਹ 2 ਸਨ, ਧਰਮ ਸਿੰਘ ਤੇ ਪਹਿਲੇ 2 ਕਿਹੜੇ ਸਨ? ਧਰਮ ਸਿੰਘ ਤਾਂ ਦਇਆ ਸਾਰੇ ਨਾਮ ਬੋਲੋ 5 ਪਿਆਰਿਆਂ ਦੇ। ਧਰਮ ਸਿੰਘ, ਦਇਆ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਦਇਆ ਸਿੰਘ ਤੇ ਧਰਮ ਸਿੰਘ ਇਹ ਗੁਰੂ ਸਾਹਿਬ ਦੇ ਕੋਲ ਹਾਲੀ ਹੈ ਸਨ ਨਾਲ। ਪਰ ਜਦੋਂ ਉਹਨਾਂ ਨੇ 5 ਪਿਆਰੇ ਬਣਾਏ ਤੇ ਸਿੰਘ ਦਾ ਖਿਤਾਬ ਦਿੱਤਾ ਉਹਨਾਂ ਨੂੰ, were then they not the leaders of the Sikh Panth? Sikh फौज ਦੇ ਲੀਡਰ ਨਹੀਂ ਸਨ? Yes or no? ਸੌਰੀ ਕਿ ਅਗਰ ਨਤੇਜ ਜੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ 5 ਪਿਆਰਿਆਂ ਨੂੰ ਸਿੱਖ ਕੌਮ ਦਾ ਲੀਡਰ ਬਣਾਇਆ ਤੇ ਹੁਣ ਨੰਦੇੜ ਵਿੱਚ ਜਿਹੜੇ ਗੁਰੂ ਸਾਹਿਬ ਪਹੁੰਚੇ ਨੇ ਤੇ ਉਹਨਾਂ ਨੇ ਇੱਕ ਨਿਰਣੇ ਲਿਆ ਕਿ ਮੈਂ ਤੇ ਨੰਦੇੜ ਹਾਂ। ਸ਼ਾਇਦ ਉਹ ਕਿਉਂਕਿ ਉਹ ਅਕਾਲ ਪੁਰਖ ਦਾ ਰੂਪ ਸਨ, ਉਹਨਾਂ ਨੂੰ ਪਤਾ ਸੀ ਕਿ ਮੈਂ ਹੁਣ ਪੰਜਾਬ ਵਾਪਸ ਨਹੀਂ ਜਾ ਸਕਦਾ, ਤਾਂ ਉਹਨਾਂ ਨੇ ਹੁਣ ਬੰਦਾ ਬਹਾਦਰ ਨੂੰ, ਜਿਹੜਾ ਇੱਕ ਵਿਰਾਗੀ ਸੀ, ਭਾਰਤਵਜ ਕਾਸਟ ਦਾ ਸੀ, ਔਕਲਟ ਪਾਵਰ ਯੂਜ਼ ਕਰਦਾ ਸੀ, ਜੋ ਬਾਕੀ ਚੀਜ਼ਾਂ ਵਰਜਿਤ ਸਨ, ਉਹ ਸਾਰੇ ਜਾਦੂ ਟੂਣਾ ਉਹ ਕਰਦਾ ਸੀ, ਉਹਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਤੇ ਉਹਨੂੰ ਸਿੱਖ ਕੌਮ ਦਾ ਲੀਡਰ ਬਣਾ ਕੇ ਆਪਣੇ 5 ਐਰੋ ਦੇ ਕੇ, ਨਿਸ਼ਾਨ ਸਾਹਿਬ ਦੇ ਕੇ, ਆਪਣੀ ਅਥਾਰਟੀ ਲੈਟਰ ਦੇ ਕੇ, ਕੁਝ ਸਿੰਘ ਉਹਨੂੰ ਨਾਲ ਦੇ ਕੇ ਉਹਨੂੰ ਪੰਜਾਬ ਵੱਲ ਤੋਰਿਆ, ਜਦ ਕਿ ਦਇਆ ਸਿੰਘ ਤੇ ਧਰਮ ਸਿੰਘ ਹਾਲੀ ਵੀ ਉਹਨਾਂ ਦੇ ਕੋਲ ਨੰਦੇੜ ਸਨ। ਸੋ ਮੇਰਾ ਇੱਕ ਕੁਐਸਚਨ ਨੰਬਰ ਇਹ ਹੈ, ਮੈਨੂੰ ਇਹਦਾ ਜਵਾਬ ਨਹੀਂ ਲੱਭਦਾ। ਉਹਦੇ ਚੱਲਣ ਤੋਂ ਹੀ 3-4 ਦਿਨ ਬਾਅਦ ਹੀ ਗੁਰੂ ਸਾਹਿਬ ਨੂੰ ਪਠਾਨ ਸਟੈਪ ਕਰਦੇ ਨੇ ਤੇ ਉਸ ਤੋਂ 2-3 ਦਿਨ ਬਾਅਦ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਜਾਂਦੇ ਨੇ। ਕਹਿੰਦੇ ਨੇ ਕਿ ਰਸਤੇ ਵਿੱਚ ਰੁਕ ਕੇ ਬੰਦੇ ਨੇ ਪੁੱਛਿਆ ਸੀ ਕਿ ਸ਼ੁਡ ਆਈ ਗੋ ਬੈਕ, ਤਾਂ ਗੁਰੂ ਸਾਹਿਬ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਕਿਹਾ ਸੀ ਨਹੀਂ, ਹੁਣ ਜੋ ਤੈਨੂੰ ਜੋ ਕੰਮ ਲਗਾਇਆ ਗਿਆ ਤੂੰ ਜਾ। ਅੱਛਾ ਹੁਣ ਦੇਖੋ, ਹੁਣ ਮੈਂ ਤੁਹਾਡੇ ਕੋਲ ਛੋਟੇ ਸਵਾਲ ਪੁੱਛਾਂਗਾ। ਤੁਹਾਡੇ ਕੋਲ 20 ਜਾਂ 25 ਬੰਦੇ ਨੇ ਜਾਂ 100 ਬੰਦਾ ਜਿੰਨਾ ਵੀ ਆ, ਹਰ ਰਾਈਟਰ ਨੇ ਵੱਖਰਾ ਲਿਖਿਆ, ਤੁਸੀਂ ਘੋੜਿਆਂ ਤੇ ਚੜ ਗਏ ਹੋ। ਹੁਣ ਤੁਸੀਂ ਮਹਾਰਾਸ਼ਟਰ ਤੋਂ ਪੰਜਾਬ ਜਾਣਾ, ਬਹੁਤ ਵੱਡਾ ਲੰਬਾ ਡਿਸਟੈਂਸ ਹੈ, ਰੋਟੀ ਕਿਸ ਤਰ੍ਹਾਂ ਖਾਓਗੇ, ਸੌਵੋਗੇ ਕਿੱਥੇ, ਕੱਪੜੇ ਕਿੱਥੋਂ ਬਦਲੋਗੇ? ਜੇ ਤੁਸੀਂ ਅੱਜ ਕੱਲ੍ਹ TV ਦੇਖ ਰਹੇ ਹੋ ਤੇ ਜਿਹੜਾ ਕਿਸਾਨਾਂ ਦਾ ਉਹ ਜਿਹੜਾ ਪ੍ਰੋਟੈਸਟ ਹੈ ਉਹ ਦਿੱਲੀ ਜਾ ਰਿਹਾ ਹੈ, ਤੇ ਤੁਸੀਂ ਦੇਖ ਸਕਦੇ ਹੋ ਟਰੱਕ ਦੇ ਟਰੱਕ ਲੋਡ ਉਹਨਾਂ ਨੇ ਖਾਣੇ ਨਾਲ ਭਰੇ ਨੇ, ਟਰੱਕ ਤੇ ਟਰੱਕ ਲੋਡ ਦੇ ਵਿੱਚ ਰੋਟੀਆਂ ਬਣਾ ਰਹੇ ਨੇ, ਸਭ ਇੰਤਜ਼ਾਮ ਹੈ ਨੇ। ਸੋ ਮੈਂ ਉਸ ਜ਼ਮਾਨੇ ਜਾਣਾ ਚਾਹੁੰਦਾ। ਸੋ ਤੁਸੀਂ ਪੜ੍ਹੋਗੇ ਇਤਿਹਾਸ ਵਿੱਚ ਨਵਤੇਜ ਜੀ ਕਿ ਇਹਨਾਂ ਨੇ ਪਿੰਡਾਂ ਦੇ ਵਿੱਚ ਕਈ ਜਗ੍ਹਾ ਜਿਹੜੇ ਅਫਗਾਨ ਆਪਣੇ ਮੁਗਲ ਹੋਣਗੇ ਜਾਂ ਅਫਗਾਨ ਹੋਣਗੇ ਉਹਨਾਂ ਨੂੰ ਲੁੱਟਿਆ। ਕਈ ਜਗ੍ਹਾ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਨੇ ਅਨਾਜ ਵੀ ਲਿਆ ਉਹਨਾਂ ਕੋਲੋਂ, ਆਪ ਰੋਟੀਆਂ ਬਣਾਉਣ ਵਾਸਤੇ। ਹੁਣ ਉਹਨਾਂ ਨੇ ਆਪਣੀ ਮਰਜ਼ੀ ਨਾਲ ਅਨਾਜ ਦਿੱਤਾ ਕਿਉਂਕਿ ਸਿੱਖਾਂ ਨੂੰ ਤਾਂ ਕੋਈ ਜਾਣਦਾ ਨਹੀਂ ਸੀ ਉੱਥੇ। ਸਿੱਖਾਂ ਨੂੰ ਹੁਣ ਵੀ ਤੁਸੀਂ ਦੇਖੋ, ਇਟ ਇਜ਼ ਅਨਫੋਰਚੂਨੇਟ ਦੇਰ ਆਰ ਪੀਪਲ ਇਨ ਇੰਡੀਆ ਇਨ ਦੀ ਸਾਊਥ ਔਰ ਇਨ ਦੀ ਵੈਸਟ ਉਹ ਜਿਹੜੇ ਨਹੀਂ ਪਛਾਣਦੇ ਤੁਹਾਨੂੰ ਕਿ ਸਿੱਖ ਕੌਣ ਨੇ। ਇੰਨਾ ਕੁਛ ਹੋ ਗਿਆ, 1947 ਹੋ ਗਿਆ, ਉਹਦੇ ਬਾਅਦ 84 ਹੋ ਗਿਆ, ਹੁਣ ਇੰਨਾ ਕੁਛ ਹੋ ਗਿਆ। ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਰਹਿ ਚੁੱਕੇ ਨੇ। ਫਿਰ ਵੀ ਕਈ ਲੋਕ ਸਾਡੇ ਕੋਲ ਤੇ ਆਉਂਦੇ ਨੇ ਨਾ ਸਟੂਡੈਂਟ, ਉਹ ਕਹਿੰਦੇ ਨੇ we have not seen a person with a turban from where I have come। ਮੈਂ ਬੜਾ ਹੈਰਾਨ ਹੋਣਾ ਕਿ ਹਾਲੇ ਵੀ ਦੁਨੀਆ ਨਹੀਂ, ਹਿੰਦੁਸਤਾਨ 'ਚ ਐਸੇ ਇਲਾਕੇ ਹੈ ਨੇ ਜਿੱਥੇ ਸਿੱਖਾਂ ਨੂੰ ਕੋਈ ਨਹੀਂ ਪਛਾਣਦਾ, ਜਾਂ ਅਗਰ ਪਛਾਣਦਾ ਤਾਂ ਉਹਨੂੰ ਪਤਾ ਹੀ ਨਹੀਂ ਇਹ ਪੱਗ ਤੇ ਦਾੜੀ ਵਾਲੇ ਕੌਣ ਨੇ। ਸੋ ਐਨੀਵੇ, तो उस वेले तो कोई उस पासे कोई सिख ही नहीं सी। तो बंदा बहादुर ने दी ओदी हिस्ट्री विच आउंदा है
ਕਿ ਰਸਤੇ ਦੇ ਵਿੱਚ ਉਹ ਕੰਮ ਜ਼ਰੂਰ ਕੀਤੇ ਹੋਣਗੇ ਜਿਹੜੇ ਤੁਸੀਂ ਤੇ ਮੈਂ ਸ਼ਾਇਦ ਅਪਰੂਵ ਨਾ ਕਰੀਏ, ਲੇਕਿਨ ਉਹਨਾਂ ਨੂੰ ਰੋਟੀ ਵੀ ਚਾਹੀਦੀ ਸੀ, ਉਹਨਾਂ ਨੂੰ ਰਹਿਣ ਦੀ ਜਗ੍ਹਾ ਵੀ ਚਾਹੀਦੀ ਸੀ। ਜਿੱਦਾਂ ਗੁਰੂ ਨਾਨਕ ਗਏ ਨੇ ਉਹ ਤੇ ਦੋ ਹੀ ਸਨ ਨਾ, ਗੁਰੂ ਨਾਨਕ ਤੇ ਮਰਦਾਨਾ, ਉਹ ਤੇ ਬਾਹਰ ਹੀ ਸੌ ਜਾਂਦੇ ਸਨ, ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ। ਭੁੱਖ ਤੇ ਸਿਰਫ ਮਰਦਾਨੇ ਨੂੰ ਲੱਗਦੀ ਸੀ। ਉਹ ਪਿੰਡ ਜਾ ਕੇ ਰੋਟੀ ਲੈ ਆਂਦਾ ਸੀ, ਜੇ ਬਾਬੇ ਕੋਲ ਪਹੁੰਚ ਗਈ ਰੋਟੀ ਤੇ ਬਾਬੇ ਨੇ ਖਾ ਲਈ, ਨਹੀਂ ਤੇ ਉਹ ਸਤਨਾਮ ਵਾਹਿਗੁਰੂ ਕਰ ਲੈਂਦੇ ਸਨ, ਉਹਦੇ ਨਾਲ ਹੀ ਰੱਜ ਜਾਂਦੇ ਸਨ। ਪਰ ਹੁਣ ਤੇ ਇਹ ਤੇ ਕਈ ਜੋ ਤੁਰਦੇ ਗਏ ਤੇ ਤੁਹਾਨੂੰ ਪਤਾ ਕਈ ਬੰਦੇ ਐਸੇ ਵੀ ਹੁੰਦੇ ਨੇ, ਅੱਛਾ ਇਹ ਘੋੜਿਆਂ ਵਾਲੇ ਨੇ, ਸਿਪਾਹੀ ਨੇ, ਕਈ ਲੋਕਲ ਨਵਤੇਜ ਬੰਦੇ ਵੀ ਰਲ ਗਏ ਉਹਨਾਂ ਨਾਲ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੰਦੇ ਦਾ ਇੱਕ ਜਿਹੜਾ ਮਨੋਰਥ ਸੀ, ਇੱਕ ਉਹਦੇ ਸਾਹਮਣੇ ਇੱਕ ਫੋਕਸ ਸੀ ਕਿ ਜਿਨ੍ਹਾਂ ਨੇ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ, ਮੈਂ ਉਹਨਾਂ ਨੂੰ ਨਹੀਂ ਛੱਡਣਾ, ਭਾਵੇਂ ਸਿੱਖ ਧਰਮ ਦੇ ਵਿੱਚ ਰਿਵੈਂਜ ਹੈ ਜਾਂ ਨਹੀਂ ਹੈ। He did go to ਸਰਹੰਦ, ਔਰ ਇਹਨੇ ਵਜ਼ੀਰ ਸਿੰਘ ਨੂੰ ਮਾਰਿਆ ਉੱਥੇ, ਪੂਰੀ ਸਰਹੰਦ ਨੂੰ ਕਹਿੰਦੇ ਨੇ ਇਹਨੇ ਮਿੱਟੀ ਨਾਲ ਮਿਲਾਤਾ। ਜਿਹੜੇ ਉਹ ਪਿੰਡ ਨੇ ਜਿੱਥੇ ਉਹ ਜਲਾਦ ਰਹਿੰਦੇ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। He went to ਸਮਾਨਾ ਸ਼ਹਿਰ, he went to those villages as well। ਇਹਨੇ ਉਹਨਾਂ ਜਲਾਦਾਂ ਨੂੰ ਨਹੀਂ ਛੱਡਿਆ, ਬੜਾ ਅਗਰੈਸਿਵ ਸੀ ਇਹ। ਔਰ ਇੱਕ ਵੇਲਾ ਸੀ ਜਸਵੀਰ ਜੀ ਜਦ ਇਹ ਬਿਲਕੁਲ ਵੈਰਾਗੀ ਸੀ, ਇਹਨੇ ਹਥਿਆਰ ਸਭ ਕੁਝ ਛੱਡ ਦਿੱਤੇ ਸਨ, ਕਿਉਂਕਿ ਛੋਟੀ ਉਮਰ ਦੇ ਵਿੱਚ ਇਹ ਸ਼ਿਕਾਰੀ ਸ਼ਿਕਾਰ ਖੇਡਣ ਜਾਂਦਾ ਸੀ ਤੇ ਇੱਕ ਡਵ ਘੁੱਗੀ ਨਹੀਂ, ਇੱਕ ਬਰਡ, ਉਹਨੂੰ ਇਹਨੇ ਤੀਰ ਮਾਰਿਆ ਸੀ ਤੇ ਜਿਸ ਵੇਲੇ ਉਹਨੂੰ ਫੜਿਆ ਨੇ ਜਾ ਕੇ ਤੇ ਕੱਟਣ ਲੱਗਾ ਤੇ ਉਹਦੇ ਵਿੱਚੋਂ ਉਹਦੇ 2 ਬੱਚੇ ਨਿਕਲੇ ਸਨ। ਉਹ ਪ੍ਰੈਗਨੈਂਟ ਸੀ ਉਹ ਬਰਡ, ਤੇ ਉਹਨੂੰ ਫਿਰ ਵਿਰਾਗ ਹੋ ਗਿਆ ਸੀ ਤੇ ਉਹਨੇ ਫਿਰ ਹੰਟਿੰਗ ਛੱਡਤੀ, ਸਭ ਕੁਝ ਛੱਡਤਾ ਸੀ ਤੇ ਵਿਰਾਗੀ ਹੋ ਗਿਆ ਸੀ। ਫਿਰ ਉਹ ਤਾਂ ਹੀ ਉਹ ਵਿਰਾਗ ਵਿੱਚ ਤੁਰਦਾ ਫਿਰਦਾ ਇਹ ਮਹਾਰਾਸ਼ਟਰ ਪਹੁੰਚਿਆ ਸੀ, ਉਹਨੂੰ ਵੀ ਗੁਰੂ ਕੋਈ ਨਹੀਂ ਸੀ ਲੱਭਦਾ। ਔਰ ਜਿਸ ਵੇਲੇ ਕਹਿੰਦੇ ਨੇ ਪਰਮਜੀਤ ਜੀ ਉਹਦੇ ਕੋਲ ਇੰਨੀਆਂ ਪਾਵਰ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਦੇ ਕੋਲ ਪਹੁੰਚੇ ਨੇ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਉਹਦੇ ਘਰ ਪਹੁੰਚੇ ਨੇ, ਉਦੋਂ ਘਰਾਂ 'ਚ ਕੋਈ ਦਰਵਾਜ਼ੇ ਨਹੀਂ ਸੀ ਹੁੰਦੇ ਤੇ ਕੁਰਸੀਆਂ ਮੇਜ਼ ਸੋਫਾ ਸੈੱਟ ਨਹੀਂ ਸੀ ਹੁੰਦੇ, ਮੰਜੀਆਂ ਹੀ ਹੁੰਦੀਆਂ ਸਨ। ਤੇ ਗੁਰੂ ਸਾਹਿਬ ਉਹਦੀ ਮੰਜੀ ਤੇ ਬਹਿ ਗਏ ਹੋਣੇ ਨੇ। ਜਦੋਂ ਉਹ ਆਇਆ ਉਹਨੇ ਦੇਖਿਆ ਬਈ ਇੱਕ ਅਜਨਬੀ ਮੇਰੀ ਮੰਜੀ ਤੇ ਬੈਠਾ ਹੈ। ਕਹਿੰਦੇ ਨੇ ਜੋ ਇਤਿਹਾਸ ਵਿੱਚ ਹੈ, he used all his powers ਕਿ ਕਿਸੇ ਤਰ੍ਹਾਂ ਮੈਂ ਮੰਜੀ ਉਲਟਾ ਦਿਆਂ। He couldn't do it. Then he realized ਕਿ ਜੋ ਵੀ ਮੇਰੀ ਮੰਜੀ ਤੇ ਬੈਠਾ ਹੈ ਉਹਦੇ ਕੋਲ ਪਾਵਰ ਮੇਰੇ ਕੋਲੋਂ ਜ਼ਿਆਦਾ ਹੀ ਨੇ। ਔਰ ਫਿਰ ਉਹਨੂੰ ਸ਼ਾਇਦ ਗਿਆਨ ਹੋਇਆ ਜਾਂ ਕਿਸੇ ਨੇ ਕਿਹਾ ਕਿ who he is। ਇਸੇ ਤਰ੍ਹਾਂ ਇੱਕ ਤੁਹਾਨੂੰ ਸ਼ਾਇਦ ਸਾਖੀ ਸੁਣਾਈ ਸੀ ਕਿ ਪੰਜਾਬ ਦੇ ਟੂਰ ਲਗਾਉਂਦੇ ਆ, ਇੱਕ ਵਾਰੀ ਗੁਰੂ ਨਾਨਕ ਸਾਹਿਬ ਇੱਕ ਜਗ੍ਹਾ ਪਹੁੰਚੇ, ਉੱਥੇ ਇੱਕ ਮੁਸਲਮਾਨ ਇੱਕ ਕੇਵ ਦੇ ਵਿੱਚ ਇਬਾਦਤ ਕਰਦਾ ਸੀ, ਔਰ ਉਹਦੀ ਕੇਵ ਜਿਹੜੀ ਸੀ, ਉਹ ਕੇਵ ਦੇ ਬਾਹਰ ਇੱਕ ਸ਼ੇਰ ਬੈਠਾ ਹੁੰਦਾ ਸੀ, ਜਿਹੜਾ ਕਿਸੇ ਨੂੰ ਨੈਚੁਰਲੀ ਡਰ ਕੇ ਕੋਈ ਅੰਦਰ ਜਾਂਦਾ ਹੀ ਨਹੀਂ ਸੀ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਪਹੁੰਚੇ, ਸ਼ੇਰ ਨੇ ਉੱਠ ਕੇ ਉਹਨਾਂ ਦੇ ਪੈਰਾਂ ਨੂੰ ਆਪਣੀ ਜੀਭ ਦੇ ਨਾਲ ਚੱਟਿਆ ਤੇ ਹਟ ਗਿਆ। ਗੁਰੂ ਸਾਹਿਬ ਅੰਦਰ ਗਏ। ਇਹ ਹੁਣ ਸਾਖੀਆਂ ਨੇ, ਪਲੀਜ਼ ਨੋਟ ਇਟ, ਸਾਖੀਆਂ ਜਾਂ ਕਹਾਣੀਆਂ ਕੁਝ ਵੀ ਕਹਿ ਲਓ, ਇਹਨਾਂ ਵਿੱਚ ਕਿੰਨੀ ਹਿਸਟਰੀ ਹੈ ਮੈਨੂੰ ਨਹੀਂ ਪਤਾ, ਮੈਂ ਪੜ੍ਹੀਆਂ ਤੇ ਤੁਹਾਨੂੰ ਸੁਣਾ ਰਿਹਾ, ਪਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਸਿੱਖਿਆ ਮਿਲਦੀ ਹੈ, ਤਾਂ ਇਹਨਾਂ ਨੂੰ ਸਾਖੀ ਕਹਿੰਦੇ ਨੇ। ਨਵਤੇਜ ਜੀ ਜਦੋਂ ਅੰਦਰ ਪਹੁੰਚੇ ਨੇ, ਗੁਰੂ ਸਾਹਿਬ ਖੜਾ ਹੁੰਦਾ, ਉਹ ਸ਼ਾਇਦ ਤਸਬੀਹ ਲੈ ਕੇ, ਤਸਬੀਹ ਮੀਨਸ ਮਾਲਾ ਲੈ ਕੇ, ਗੁਰਦੀਪ ਜੀ ਉਹ ਅੱਲਾ ਦਾ ਜਪ ਕਰ ਰਿਹਾ ਹੋਣਾ, ਆਲ ਆਫ ਅ ਸਡਨ ਉਹਨੂੰ ਖੜਾਕ ਹੋਇਆ। ਉਹ ਮਨ ਚ ਆਇਆ ਮੇਰੇ ਕੇਵ ਦੇ ਬਾਹਰ ਤੇ ਸ਼ੇਰ ਬੈਠਾ, ਅੰਦਰ ਕੋਈ ਆ ਹੀ ਨਹੀਂ ਸਕਦਾ, ਇੱਕ ਕੌਣ ਆ ਗਿਆ। ਉਹਨੇ ਅੱਖਾਂ ਖੋਲੀਆਂ, ਗੁਰੂ ਨਾਨਕ ਨੂੰ ਦੇਖਿਆ। ਗੁਰੂ ਨਾਨਕ ਮੁਸਕਰਾਏ, ਉਹਨੂੰ ਸਮਝ ਆ ਗਈ, ਉਹਨੇ ਸੁਣਿਆ ਸੀ ਗੁਰੂ ਨਾਨਕ ਦੇ ਬਾਰੇ। ਤੇ ਫਿਰ ਉਹਨੇ ਅਦਾਬ ਕੀਤਾ, ਸਜਦਾ ਕੀਤਾ, ਝੁਕਿਆ। ਉਹ ਫਿਰ ਬੜੀ ਦੇਰ ਵਾਰਤਾਲਾਪ ਹੋਈ ਗੁਰੂ ਨਾਨਕ ਨਾਲ। ਸਿੱਖਿਆ ਕੀ ਹੈ, ਗੁਰੂ ਨਾਨਕ ਸਾਹਿਬ ਉਹਨੂੰ ਆਸ਼ੀਰਵਾਦ ਦੇ ਕੇ ਵਾਪਸ ਆ ਗਏ। ਥੋੜੇ ਦਿਨਾਂ ਬਾਅਦ ਉਹ ਫਕੀਰ ਦੌੜਦਾ ਗੁਰੂ ਨਾਨਕ ਕੋਲ ਪਹੁੰਚਦਾ ਤੇ ਕਹਿੰਦਾ ਮੈਨੂੰ ਤੇ ਤੁਸੀਂ ਧਰਮ ਸੰਕਟ ਚ ਪਾਤਾ, ਆਪਣਾ ਚਿਹਰਾ ਮੇਰੇ ਅੱਗੋਂ ਹਟਾਓ। ਮੈਂ ਜਦੋਂ ਅੱਲਾ ਦਾ ਨਾਂ ਜਪਦਾ ਤੁਹਾਡਾ ਚਿਹਰਾ ਮੇਰੇ ਸਾਹਮਣੇ ਆ ਜਾਂਦਾ। ਸੋ ਗੁਰੂ ਨਾਨਕ ਦੀ ਇੰਨੀ ਪਾਵਰ ਸੀ, ਪਰ ਚੂੰਕਿ ਤੁਹਾਨੂੰ ਪਤਾ ਮੁਸਲਮਾਨਾਂ ਦੇ ਵਿੱਚ ਦੇਰ ਇਜ਼ ਨੋ ਇਮੇਜ, ਨਥਿੰਗ ਐਲਸ। ਤੁਹਾਨੂੰ ਫਿਰ ਹੁਣ ਫੋਟੋ ਬਣਾਤੀਆਂ ਆਪਾਂ, ਸਾਡੇ ਆਰਟਿਸਟਾਂ ਨੇ, ਤੇ ਤੁਸੀਂ ਦੇਖ ਲੈਂਦੇ ਹੋ ਗੁਰੂ ਨਾਨਕ ਦਾ ਚਿਹਰਾ, ਲੇਕਿਨ ਹੁਣ ਉਹ ਜੈਨੂਅਨ ਹੈ ਜਾਂ ਨਹੀਂ ਹੈ ਸਾਨੂੰ ਨਹੀਂ ਪਤਾ, ਬਟ ਖੈਰ ਅਸੀਂ ਉਸ ਕੰਟਰੋਵਰਸੀ ਨਹੀਂ ਜਾਂਦੇ। ਸੋ
ਜਿਹੜੇ ਸਾਡੇ ਗੁਰੂ ਸਾਹਿਬ ਦੇ ਵਿੱਚ ਬੜੀ ਪਾਵਰ ਸੀ, ਸੋ ਉਦੋਂ ਰਿਅਲਾਈਜ਼ ਕੀਤਾ ਉਹਨੇ ਬੰਦਾ ਬਹਾਦਰ ਨੇ। ਪਰ ਅਨਫੋਰਚੂਨੇਟਲੀ ਇਹ ਆਇਆ, ਇਹਨੇ ਪੰਜਾਬ ਦੇ ਕਾਫੀ ਹਿੱਸੇ ਜਿੱਤੇ, ਮੁਸਤਫਾਬਾਦ ਤੱਕ ਤਾਂ ਮੈਨੂੰ ਪਤਾ ਅੰਬਾਲੇ ਤੱਕ ਤੇ ਪਹੁੰਚਿਆ, ਔਰ ਇਹਨੇ ਪੰਜਾਬ ਦੇ ਕੁਝ ਹਿੱਸੇ ਵਿੱਚ ਆਪਣਾ ਕੈਪੀਟਲ ਵੀ ਬਣਾਇਆ। ਲੇਕਿਨ ਉਦੋਂ ਦੱਸ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਬਾਦਸ਼ਾਹ ਦੇ ਨਾਲ ਸਾਊਥ 'ਚ ਗਏ ਸਨ? ਬਹਾਦਰ ਸ਼ਾਹ ਕੌਣ ਸੀ? ਹਾਂਜੀ, ਉਹਦਾ ਪੁੱਤਰ ਸੀ। ਸੋ ਉਹਨੂੰ ਹੁਣ ਖਬਰ ਪਹੁੰਚ ਗਈ ਸੀ, ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸਨ, ਤੇ ਉਹਨੂੰ ਖਬਰ ਪਹੁੰਚ ਗਈ ਸੀ ਕਿ ਪੰਜਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਭੇਜਿਆ ਹੋਇਆ ਬੰਦਾ ਬਹਾਦਰ ਪਹੁੰਚ ਗਿਆ, ਔਰ ਉਹਨੇ ਪੰਜਾਬ ਦੇ ਕਈ ਹਿੱਸੇ ਜਿੱਤ ਲਏ ਨੇ, ਔਰ ਇੰਨੇ ਅਫਗਾਨਾਂ ਨੂੰ ਉਹਨੇ ਮਾਰ ਦਿੱਤਾ। ਉਹ ਫਿਰ ਵਾਪਸ ਆ ਗਿਆ ਪੰਜਾਬ। ਐਂਡ ਦੈਨ ਕੁਛ ਇਹ ਅੱਗੋਂ ਇਤਿਹਾਸ ਜਿਹੜਾ ਬੜਾ ਕਨਫਿਊਜ਼ਿੰਗ ਹੈ ਕਿ ਬੰਦਾ ਬਹਾਦਰ ਕਿਵੇਂ ਫੜਿਆ ਜਾਂਦਾ, ਪਰ ਉਹਦੀ ਮੌਤ ਵੀ ਜਿਹੜੀ ਹੈ ਉਹ ਤੁਸੀਂ ਨਹੀਂ ਪੜ੍ਹ ਸਕਦੇ। ਇਟ ਇਜ਼ ਵੈਰੀ ਵੈਰੀ ਟ੍ਰੈਜਿਕ ਕਿ ਗ੍ਰਿਫਤਾਰ ਹੁੰਦਾ। ਲੇਕਿਨ ਕੁਛ ਸਾਲ 7 ਸਾਲ ਉਹਨੇ ਰਾਜ ਕੀਤਾ, 708 ਤੋਂ ਲੈ ਕੇ 1715 ਤੱਕ। ਉਹ ਕਹਿੰਦੇ ਨੇ ਪਹਿਲਾ ਖਾਲਿਸਤਾਨ ਸੀ, ਪਹਿਲਾ ਸਿੱਖ ਰਾਜ ਸੀ ਜਿਹੜਾ ਪੰਜਾਬ ਵਿੱਚ ਬਣਿਆ, ਉਹ ਬੰਦਾ ਬਹਾਦਰ ਨੇ ਬਣਾਇਆ। ਸੋ ਬੰਦਾ ਬਹਾਦਰ ਦਾ ਨਾਮ ਜ਼ਰੂਰ ਯਾਦ ਰੱਖਣਾ। ਬੜਾ ਨਿਡਰ ਸਿੱਖ ਸੀ, ਔਰ ਉਹਨੇ ਚੰਗੇ ਤੋਹੇ ਲਾਏ ਨੇ ਇਹਨਾਂ ਦੇ। ਠੀਕ ਹੈ, ਸ਼ਹੀਦ ਆਪ ਜਦੋਂ ਤੁਸੀਂ ਸਿਪਾਹੀ ਬਣਦੇ ਹੋ, ਜਦੋਂ ਤੁਸੀਂ ਸਰਹੱਦ ਤੇ ਜਾਂਦੇ ਹੋ, ਤੇ ਤੁਹਾਨੂੰ ਪਤਾ ਇੱਕ ਦਿਨ ਤੁਸੀਂ ਵੀ ਸ਼ਹੀਦ ਹੋਣਾ ਹੀ ਹੋਣਾ, ਮਰਨਾ ਹੀ ਮਰਨਾ। ਵੈਨ ਯੂ ਜੁਆਇਨ ਦੀ ਆਰਮੀ, ਕੀ ਆਬਜੈਕਟਿਵ ਹੈ ਤੁਹਾਡੇ ਸਾਹਮਣੇ? one day you will sacrifice your life for your country। ਜਦੋਂ ਭਗਤ ਸਿੰਘ ਨੇ ਆਪਣੇ ਮਾਂ ਤੇ ਆਪਣੇ ਬਾਪ ਨੂੰ ਮੱਥਾ ਟੇਕ ਕੇ ਅਰਦਾਸ ਕਰਕੇ ਘਰੋਂ ਨਿਕਲਿਆ ਸੀ, ਕਹਿ ਕੇ ਆਇਆ ਸੀ ਨਾ ਕਿ ਮੇਰੀ ਹੁਣ ਸ਼ਾਦੀ ਜਿਹੜੀ ਹੈ ਹਿੰਦੁਸਤਾਨ ਨਾਲ ਹੋਣੀ ਹੈ, ਉਹਦੇ ਵਾਸਤੇ ਮੈਂ ਆਪਣੀ ਜਾਨ ਕੁਰਬਾਨ ਕਰਨੀ ਹੈ। ਐਂਡ ਹੀ ਨਿਊ ਕਿ one day he will be arrested and he will be hanged। ਉਹਨੇ ਪਾਰਲੀਮੈਂਟ ਦੇ ਸੈਸ਼ਨ 'ਚ ਬੰਬ ਸੁੱਟੇ ਨੇ, ਉਹਨੂੰ ਨਹੀਂ ਸੀ ਪਤਾ ਫੜਿਆ ਜਾਏਗਾ। ਸੋ ਜਦੋਂ ਤੁਸੀਂ ਦੇਸ਼ ਵਾਸਤੇ ਕੁਝ ਕਰਦੇ ਹੋ, ਜਿਸ ਵੇਲੇ ਤੁਸੀਂ ਫੌਜੀਆਂ ਦੀ ਵਰਦੀ ਪਾ ਲੈਂਦੇ ਹੋ, ਬੰਦਾ ਬਹਾਦਰ ਚੱਲਿਆ ਸੀ, ਉਹਨੂੰ ਪਤਾ ਸੀ ਮੇਰੇ ਨਾਲ 20 ਬੰਦੇ ਨੇ, ਮੈਂ ਸਾਰੇ ਹਿੰਦੁਸਤਾਨ ਵਿੱਚ ਮੁਗਲਾਂ ਦਾ ਰਾਜ ਹੈ, ਜਿੰਨਾ ਕੁਝ ਮੈਂ ਕਰ ਸਕਦਾ ਮੈਂ ਕਰਾਂਗਾ, ਅੰਤ ਮੈਂ ਸ਼ਹੀਦ ਹੋਣਾ ਹੀ ਹੋਣਾ। ਐਂਡ ਹੀ ਵਾਸ ਅਰੈਸਟਡ ਐਂਡ ਵੈਰੀ ਬਰੂਟਲੀ ਕਿਲਡ। ਜੋ ਤੁਸੀਂ ਕੁਐਸਚਨ ਪੁੱਛਿਆ ਸੀ ਕਿ ਕਿਉਂ ਇਹ ਬੰਦਾ ਬਹਾਦਰ ਨੂੰ ਕਿਉਂ ਇਹ ਕੰਮ ਸੌਂਪਿਆ ਸੀਗਾ। ਹਾਂਜੀ, ਨਹੀਂ, ਜਦੋਂ ਤੁਸੀਂ ਕਹਿੰਦੇ ਕਿ ਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਬਹਾਦਰ ਨੂੰ ਇਹ ਕੰਮ ਸੌਂਪਿਆ ਕਿ ਆਪਣੇ ਜਿਹੜੇ ਦੋ ਦੂਸਰੇ ਜਿਹੜੇ ਸੀਗੇ 5 ਪਿਆਰੇ, ਉਹਨਾਂ ਨੇ ਕਿਉਂ ਨਹੀਂ ਚੁਣਿਆ? ਸੋ ਇਹਦਾ ਪੋਸੀਬਲ ਆਨਸਰ ਹੋ ਸਕਦਾ ਹੈ ਕਿ ਗੁਰੂ ਜੀ ਨੂੰ obviously ਜਾਂਚ ਸੀਗੀ ਕਿ ਇਹ ਜਿਹੜਾ ਕੰਮ ਕਰਨਾ ਹੈ ਕਿ ਬੰਦਾ ਬਹਾਦਰ ਹੀ ਕਰ ਸਕਦਾ ਹੈ। ਕਿ ਹੁਣ ਆਪਾਂ ਅਰਦਾਸ ਦੇ ਵਿੱਚ 5 ਪਿਆਰੇ ਦੇ ਨਾਮ ਜ਼ਰੂਰ ਲੈਣੇ ਹੈਗੇ ਆ, ਕਿ ਜੇ ਏਦਾਂ ਦਾ ਕੰਮ ਹੁਣ ਆਪਾਂ ਜਿਹੜੇ 2 ਜਿਹੜੇ ਹੈਗੇ ਨੇ ਆਪਣੇ ਸੀਗੇ 5 ਪਿਆਰੇ, ਉਸ ਵੇਲੇ ਏਦਾਂ ਦਾ ਵੀ ਉਹਨਾਂ ਦਾ ਨਾਮ ਥੋੜਾ ਟਾਰਨਿਸ਼ ਹੋ ਸਕਦਾ ਸੀਗਾ। ਮੈਂ ਤੇ ਤੁਸੀਂ ਜੋ ਕਹੋਗੇ ਮੈਂ ਉਹਨੂੰ ਮੰਨਣਾ, ਕਿਉਂਕਿ ਇਹ ਸਵਾਲਾਂ ਦਾ ਜਵਾਬ ਕਿਸੇ ਕੋਲ ਹੈ ਨਹੀਂ ਹੈ, ਪਰ ਕੋਈ ਨਾ ਕੋਈ ਤਾਂ ਜਵਾਬ ਦੇਗਾ ਹੀ ਨਾ। ਪਹਿਲਾਂ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਆਪਣੀ ਚੋਇਸ ਹੈ। ਗੁਰੂ ਗੋਬਿੰਦ ਸਿੰਘ ਨੇ ਚੋਇਸ ਕਿਉਂ ਕੀਤੀ, ਉਹਦਾ ਕੋਈ ਜਵਾਬ ਦੇ ਨਹੀਂ ਸਕਦਾ। ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਇਹਦਾ ਮੈਂ ਇਹਨੂੰ ਇੱਕ ਕਰੋਲਰੀ ਹੋਰ ਦੱਸਦਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਸਾਜੇ ਨੇ, ਉਹਨਾਂ ਨੇ ਸਟੇਜ ਦੇ ਪਿੱਛੇ ਕੈਂਪ ਦੇ ਵਿੱਚ ਕੀ ਕੀਤਾ, ਕਿਸੇ ਨੂੰ ਕੋਈ ਪਤਾ ਨਹੀਂ। ਹਰ ਕਿਤਾਬ ਵਾਲਾ ਇੱਕ ਡਿਫਰੈਂਟ ਚੀਜ਼ ਲਿਖਦਾ, ਪਰ ਮੈਂ ਤੇ ਇੱਕ ਤੁਹਾਨੂੰ ਛੋਟਾ ਜਿਹਾ ਜਵਾਬ ਦੇਣਾ ਨਾ ਤੇਜ ਜੀ। ਜਿਸ ਚੀਜ਼ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਨੂੰ ਨਹੀਂ ਦੱਸਿਆ, ਤੁਹਾਨੂੰ ਪੁੱਛਣ ਦੀ ਕੀ ਲੋੜ ਹੈ? ਤੁਸੀਂ ਆਪਣੇ ਸਾਰੇ ਐਸਟੀਮੇਟ ਲਾਈ ਜਾਂਦੇ ਹੋ। ਕੋਈ ਕਹਿੰਦੇ ਹੋ ਉਹਨਾਂ ਨੇ ਉਹ ਬੱਕਰੀਆਂ ਵੱਢ ਦਿੱਤੀਆਂ, ਕੋਈ ਕਹਿੰਦੇ ਨੇ ਸਿਰ ਵੱਢ ਕੇ ਲਾ ਦਿੱਤੇ, ਕੋਈ ਕਹਿੰਦੇ ਨੇ ਇਹ ਕੀਤਾ। ਬਈ ਜੇ ਉਹਨਾਂ ਨੇ ਗੁਪਤ ਰੱਖਿਆ ਤੇ ਗੁਪਤ ਹੈ, ਦੈਟ ਇਜ਼ ਇਟ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਪੁੱਛ ਲਓ ਉਹਨਾਂ ਨੇ ਕੀ ਕੀਤਾ। ਜੇ ਉਹਨਾਂ ਨੇ ਨਹੀਂ ਦੱਸਣਾ ਸੀ ਤਾਂ ਨਹੀਂ ਦੱਸਿਆ, ਠੀਕ ਹੈ, ਇਟ ਇਜ਼ ਅ ਗੁੱਡ ਟਰਾਈ। ਲੇਕਿਨ ਇਹ ਡਿਸੀਜਨ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਹੀ ਸੀ। ਪਰ ਜਿਹੜੀ ਤੁਸੀਂ ਚੀਜ਼ ਮਿਲਾਓ, ਬੰਦਾ ਬਹਾਦਰ ਦੇ ਚੱਲਣ ਤੋਂ ਇਮੀਡੀਏਟਲੀ ਬਾਅਦ ਗੁਰੂ ਗੋਬਿੰਦ ਸਿੰਘ ਵਾਸ ਸਟੈਪਡ। ਪਰ ਡਾਕਟਰ ਜੀ, ਬੰਦਾ ਬਹਾਦਰ ਇੱਕ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ ਦੇਖਿਆ ਹੋਗਾ ਕਿ ਇਹਦੇ ਵਿੱਚ ਕੁਆਲਿਟੀ ਆ ਕਿ ਜਿਹੜਾ ਇਹ ਲੜ ਸਕਦਾ, ਇਹਦੇ ਮਸਲਮੈਨ ਕਹਿ ਲਓ, ਜਾਂ ਇਹਦੀ ਜਿਹੜੀ ਬ੍ਰੇਨ ਆ, ਜਾਂ ਇਹਦਾ ਇਹ ਲੜ ਸਕਦਾ। ਉਸ ਦਾ ਜਿਹੜੇ 2 ਪਿਆਰੇ ਹੋਣਗੇ ਉਹ ਮਤਲਬ ਮੈਨੇਜਮੈਂਟ ਵਧੀਆ ਕਰਦੇ ਹੋਣਗੇ, ਕੋਈ ਲੜਾਈ ਲਈ ਉਹ ਨਹੀਂ ਤਿਆਰ ਹੋਣਗੇ। No, I don't think it. I think that
ਕਿ ਜਦੋਂ 3 ਜਿਹੜੇ ਚਲ ਗਏ ਸੀ ਉਹ ਚਲ ਗਏ ਸੀ, ਪਰ ਉਹਨੂੰ ਸੀਗਾ ਕਿ ਮੈਂ ਇਹਨਾਂ ਕੋਲ ਅੰਮ੍ਰਿਤ ਛਕਿਆ ਸੀ, ਕਿ ਮੇਰੀ ਸੀਗੀ ਕਿ ਮੈਂ ਉਹਨਾਂ ਨੂੰ ਬਹੁਤ ਅਪਮੋਸਟ ਨਾ ਰੱਖਾਂ, ਤਾਂ ਹੀ ਉਹਨਾਂ ਨੂੰ ਭੇਜਿਆ ਨਹੀਂ ਸੀ। ਆਪੇ ਗੁਰ ਚੱਲਾ ਵੀ ਉਹਨੇ ਚੱਲੇ ਸੀਗੇ। ਉਹ ਚਾਹੁੰਦਾ ਸੀ ਕਿ ਉਹਨਾਂ ਦਾ ਦੁੱਖ ਮੇਰੇ ਕੋਲ ਸਹਿਣ ਨਹੀਂ ਹੋਣਾ ਕੱਲ ਨੂੰ। ਪਰ ਬੰਦਾ ਬਹਾਦਰ ਨੂੰ ਵੀ ਤਾਂ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ। ਪਰ ਗੁਰੂ ਨੇ ਆਸ਼ਰਮ ਛਕਿਆ ਸੀ ਪੰਜ ਪਿਆਰਿਆਂ ਕੋਲੋਂ। ਕਹਿੰਦੇ ਸੀ ਨਾ ਕਿ ਉਹਨਾਂ ਨੂੰ ਪਹਿਲੇ ਛਕਾਇਆ ਸੀ, they were the 5 beloved ones, so ਤੁਸੀਂ imagine ਕਰੋ ਕਿ ਉਹਨਾਂ ਲਈ ਕਿੰਨੇ ਪਿਆਰੇ ਸੀਗੇ। ਠੀਕ ਹੈ। ਅੰਮ੍ਰਿਤ ਗੁਰੂ ਸਾਹਿਬ ਛਕਿਆ ਸੀ ਉਹਨਾਂ ਕੋਲੋਂ। ਹਾਂਜੀ, it is a very good attempt ਕਿ ਤੁਸੀਂ ਸਭ ਕੁਝ ਕਹਿ ਰਹੇ ਹੋ। ਹਾਂ ਵਜ਼ੀਰ ਜੀ, ਤੁਸੀਂ ਕੀ ਕਹਿ ਰਹੇ ਹੋ? ਮੈਂ ਤਾਂ ਇਹ ਤਾਂ ਜਿਵੇਂ ਤੁਸੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਪਤਾ ਹੈ ਕਿ ਕੀ ਹੈ। ਹੀ ਕਾਂਟ, ਇਹ ਪੰਜ ਪਿਆਰੇ, there's a different character, ਬੰਦਾ ਬਹਾਦਰ is a different character, so ਜੇ ਤੁਸੀਂ ਇਹਨੂੰ ਦੁਨਿਆਵੀ ਉਹ ਚ ਲਿਆਓ, it's not worth it even to discuss ਕਿ ਉਹਨਾਂ ਦਾ ਦੁੱਖ ਨਹੀਂ ਸਹਿ ਹੋਣਾ। ਜਦੋਂ ਅਸੀਂ ਸੀਸੀ ਦੇ ਦੁੱਖ ਕੀ ਰਹਿ ਗਿਆ? ਦੁੱਖ doesn't matter at all. ਦੁੱਖ is a concept which they have conquered that concept. ਦੁੱਖ ਕਿਸੇ ਨੂੰ ਜਦ ਤੁਸੀਂ ਅੰਮ੍ਰਿਤ ਛਕ ਲਿਆ ਫਿਰ ਦੁੱਖ ਹੈ ਹੀ ਨਹੀਂ ਕੋਈ ਵੀ। ਔਰ ਪੰਜ ਪਿਆਰਿਆਂ ਨੇ ਆਪ ਨਹੀਂ ਦੱਸਿਆ ਕਿ ਕੀ ਹੋਇਆ ਉੱਥੇ, ਹੈ ਨਾ? ਤੇ ਜਿਹੜੀ ਚੀਜ਼ ਇੱਕ ਵਾਰੀ ਗੁਪਤ ਰੱਖੀ ਗੁਰੂ ਗੋਬਿੰਦ ਸਿੰਘ ਨੇ, nobody has the right to unfold it. ਦੂਜਾ ਇਹ ਦੇਖੋ, ਜੇ ਤੁਸੀਂ ਮਸਕੀਨ ਦੀ ਸੁਣੀ ਨਾ ਕਥਾ, ਜਦੋਂ ਤੁਸੀਂ ਦੇਖਦੇ ਹੋ 1740 ਚ ਮੱਸਾ ਰੰਗੜ ਨੂੰ ਦੋ ਸਿੱਖਾਂ ਨੇ ਜਾ ਕੇ ਮਾਰਿਆ, ਉਦੋਂ ਵੀ ਤੁਸੀਂ ਦੇਖੋਗੇ ਕਿੰਨੀ ਸਿਕਿਉਰਿਟੀ ਹੋਏਗੀ ਜਿਹਨੂੰ ਲੰਘ ਕੇ ਅੰਦਰ ਗਏ ਨੇ। ਹੁਣ ਵੀ ਤੁਸੀਂ ਹਿਸਾਬ ਲਗਾਓ, ਨੰਦੇੜ ਉੱਥੇ ਖੈਮੇ ਲੱਗੇ ਹੋਏ ਨੇ, ਕੈਂਪ ਲੱਗੇ ਹੋਏ ਨੇ। ਇੱਕ ਕੈਂਪ ਦੇ ਵਿੱਚ ਬਾਦਸ਼ਾਹ, ਇੱਕ ਕੈਂਪ ਵਿੱਚ ਗੁਰੂ ਗੋਬਿੰਦ ਸਿੰਘ ਨੇ। ਗੁਰੂ ਗੋਬਿੰਦ ਸਿੰਘ ਦੇ ਬਾਹਰ 20 ਜ਼ਰੂਰ ਪਹਿਰੇਦਾਰ ਹੋਣਗੇ। ਹਾਂਜੀ। ਔਰ ਉਹ ਜਿਹੜੇ ਵਜ਼ੀਰ ਸਿੰਘ ਦੇ ਵਜ਼ੀਰ ਖਾਂ ਦੇ ਉਹ ਜਿਹੜੇ ਭੇਜੇ ਹੋਏ ਬੰਦੇ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸਟੈਪ ਕੀਤਾ, ਉਹ ਸਿਕਿਉਰਿਟੀ ਵਿੱਚੋਂ ਕਿਵੇਂ ਲੰਘੇ ਨੇ। ਔਰ ਜਿਸ ਵੇਲੇ ਅੰਦਰ ਪਹੁੰਚੇ ਨੇ ਤੇ ਭਿੜਕ ਹੋਈ ਹੈ, ਗੁਰੂ ਗੋਬਿੰਦ ਸਿੰਘ ਜੀ ਉੱਠ ਪਏ ਨੇ। ਉਹਨਾਂ ਵਿੱਚੋਂ 2 ਪਠਾਨ ਸਨ, ਉਹ ਇੱਕ ਨੂੰ ਤਾਂ ਮਾਰ ਦਿੱਤਾ, ਦੂਜਾ ਦੌੜ ਗਿਆ। ਉਹ ਬਾਹਰ ਜਿਹੜੇ ਫਿਰ ਕਹਿੰਦੇ ਨੇ ਸਿਕਿਉਰਿਟੀ ਵਾਲੇ, ਪਰ ਉਹ ਸਿਕਿਉਰਿਟੀ ਵਾਲਿਆਂ ਨੇ ਬਾਅਦ ਵਿੱਚ ਫੜਿਆ ਤੇ ਉਹਦਾ ਤਾਂ ਕੋਈ ਫਾਇਦਾ ਨਾ ਹੋਇਆ ਨਾ। ਬਟ ਹੀ ਹੈਡ ਆਲਰੇਡੀ ਸਟੈਬਡ। ਗੁਰੂ ਗੋਬਿੰਦ ਸਿੰਘ ਜੀ ਸੁੱਤੇ ਹੋਏ ਸਨ। ਬਟ ਐਨੀਵੇ, ਇਹ ਹੁਣ ਡਿਫਰੈਂਟ ਸਟੋਰੀਜ਼ ਨੇ ਇਹਦੇ ਬਾਰੇ, ਜੋ ਹੁਣ ਵਜ਼ੀਰ ਸਿੰਘ ਜੀ ਨੇ ਲਾਸਟ ਕਿਹਾ ਕਿ ਕਈ ਚੀਜ਼ਾਂ ਐਸੀਆਂ ਨੇ ਜਿਹਦਾ ਕੋਈ ਜਵਾਬ ਕਿਸੇ ਕੋਲ ਹੈ ਨਹੀਂ। ਉਹ ਗੁਰੂ ਸਾਹਿਬ ਦੇ ਕੋਲ ਖੁਦ ਹੀ ਜਵਾਬ ਹੈ ਕਿ ਇਹ ਸਾਰਾ ਖੇਲ ਗੁਰੂ ਸਾਹਿਬ ਨੇ ਆਪ ਹੀ ਰਚਿਆ ਹੋਣਾ, ਔਰ ਉਹਨਾਂ ਨੇ ਹੀ ਉਹਨੂੰ ਭੇਜਿਆ, ਉਹਨਾਂ ਦੇ ਹੱਥੋਂ ਉਹਨਾਂ ਨੇ ਮਰਵਾਣਾ ਹੋਣਾ ਵਜ਼ੀਰ ਖਾਨ ਨੂੰ। ਚਲੋ ਲਾਸਟ ਅਸੀਂ ਅੱਜ ਕਰਨਾ ਰਾਗ ਰਾਮਕਲੀ। ਕਿਹਾ ਬੇਟੇ ਤੂੰ? ਰਾਮਕਲੀ ਕਰਨਾ। ਹਾਂਜੀ। ਪਹਿਲਾਂ ਇਹ ਦੱਸੋ, ਇਹ ਕਿਹਦੇ ਕੋਲੋਂ ਸਵਾਲ ਪੁੱਛਾਂ? ਦਵਿੰਦਰ ਰਹਿ ਗਈ ਹੈ, ਦਵਿੰਦਰ ਕੋਲੋਂ ਪੁੱਛਦਾ। ਰਾਗ ਰਾਮਕਲੀ ਅੱਜ ਅਸੀਂ ਕਰਨਾ ਹੈ। ਕੋਈ ਇੱਕ ਕੰਪੋਜੀਸ਼ਨ ਰਾਗ ਰਾਮਕਲੀ ਦੀ ਦੱਸ ਸਕਦੇ ਹੋ ਜਿਹੜੀ ਬਹੁਤ ਪਪੂਲਰ ਹੈ? ਆਨੰਦ ਸਾਹਿਬ। ਵੈਰੀ ਗੁੱਡ। ਕਿਹੜੇ ਗੁਰੂ ਸਾਹਿਬ ਦੀ ਹੈ? ਤੀਸਰੇ ਗੁਰੂ ਅਮਰਦਾਸ। ਸੋ ਰਾਗ ਰਾਮਕਲੀ ਰਾਗ ਦੇ ਵਿੱਚ ਹੀ ਇੱਕ ਸ਼ਬਦ, ਇੱਕ ਕੰਪੋਜੀਸ਼ਨ ਹੈ, ਤੁਸੀਂ ਆਨੰਦ ਕਹਿੰਦੇ ਹੋ। ਔਰ ਕੋਈ ਸਿੱਖ ਸਰਵਿਸ ਐਸੀ ਨਹੀਂ ਹੈ ਜਿਸ ਸਰਵਿਸ ਦੇ ਅੰਤ ਤੇ ਜਾਂ ਕਦੀ ਸ਼ੁਰੂ ਵਿੱਚ ਵੀ ਆਨੰਦ ਸਾਹਿਬ ਨਾ ਪੜਿਆ ਜਾਂਦਾ ਹੋਵੇ। ਗੁਰਦੀਪ ਜੀ, ਕਿੰਨੀਆਂ ਪੌੜੀਆਂ ਨਾਰਮਲੀ ਪੜੀਆਂ ਜਾਂਦੀਆਂ? 5 ਪੌੜੀਆਂ। ਪਹਿਲੀਆਂ 5 ਤੇ ਸੌਰੀ 6। ਪਹਿਲੀਆਂ 5 ਤੇ ਅਖੀਰਲੀ। ਇਹਦਾ ਗੁਰੂ ਆਨੰਦ ਸਾਹਿਬ ਦਾ ਸਟਰਕਚਰ ਕੀ ਹੈ ਕੰਪੋਜੀਸ਼ਨ ਦਾ? 40 ਪੌੜੀਆਂ ਆ। ਹਾਂਜੀ, ਪੌੜੀਆਂ ਉੱਤੇ ਤੇ ਵਰਡ ਤੇ ਹੈ ਕੋਈ ਨਹੀਂ ਪੌੜੀਆਂ, ਪਰ ਨਹੀਂ, ਪਰ it's because it's a the theme is taken from one pada to the next, so they call podium. Popularly they are known as pੌੜੀਜ਼, ਪਰ ਕਿਸੇ ਵੀ ਸੰਦੇ ਦੇ ਉੱਪਰ ਵਰਡ ਪੌੜੀ ਨਹੀਂ ਹੈਗਾ। ਕਹਿੰਦੇ ਨੇ ਕਿ 40 ਜਿਹੜੀ 40th ਪੌੜੀ ਹੈ ਇਹ ਬਾਅਦ ਚ ਲਿਖੀ ਗਈ ਸੀ, ਪਰ ਉਹ ਅਸੀਂ ਉਹ ਮਿਥ ਵੱਲ ਨਹੀਂ ਜਾਣਾ।
ਇਹ 40 ਪੌੜੀਆਂ ਨੇ ਇਸ ਆਨੰਦ ਸਾਹਿਬ ਦੇ ਵਿੱਚ। ਇਹ ਕਿਸੇ ਨੂੰ ਪਤਾ ਕਿ ਜਿੱਥੇ ਆਨੰਦ ਸਾਹਿਬ ਖਤਮ ਹੁੰਦਾ ਇਮੀਡੀਏਟਲੀ ਬਾਅਦ ਕਿਹੜੀ ਕੰਪੋਜੀਸ਼ਨ ਹੈ? ਰਾਮਕਲੀ ਸਾਧ ਸਦ। ਉਹ ਕਿਹਦਾ ਲਿਖਿਆ? ਬਾਬਾ ਸੁੰਦਰ ਦਾ ਨਹੀਂ, ਬਾਬਾ ਸੁੰਦਰ ਕੌਣ ਹੈ? ਨਹੀਂ ਗੁਰੂ ਅਮਰਦਾਸ ਜੀ ਦਾ ਗ੍ਰੇਟ ਗ੍ਰੈਂਡਸਨ। ਗੁਰੂ ਅਮਰਦਾਸ ਜੀ ਦਾ ਗ੍ਰੇਟ ਗ੍ਰੈਂਡਸਨ। ਇਹ ਕੁੜੀਆਂ ਨੂੰ ਤਾਂ ਸਭ ਕੁਝ ਆਉਂਦਾ, ਇਹਨੂੰ ਤਾਂ ਗੋਲਡ ਮੈਡਲ ਦਿਓ। ਬਿਲਕੁਲ ਠੀਕ ਹੈ। ਗੁਰੂ ਅਮਰਦਾਸ ਜੀ ਦਾ ਗ੍ਰੇਟ ਗ੍ਰੈਂਡਸਨ ਹੈ। ਕਈ ਗ੍ਰੈਂਡਸਨ ਕਹਿੰਦੇ ਨੇ, ਕਈ ਗ੍ਰੇਟ ਗ੍ਰੈਂਡਸਨ, ਪਰ ਐਕਸੈਪਟੇਬਲ ਹੈ। ਹੋਰ ਵੀ ਇਹਦੇ ਵਿੱਚ ਜਿਹੜੀ ਹੁਣ ਅਸੀਂ ਐਨਾਲਿਸਿਸ ਪੜਾਂਗੇ ਕਿ ਜਿਹੜੀਆਂ ਕੰਪੋਜੀਸ਼ਨਾਂ ਨੇ ਜਿਨ੍ਹਾਂ ਨੂੰ ਉਹਨਾਂ ਕੁਛ ਦੇ ਉੱਤੇ ਹੈਡਿੰਗ ਹੈਗੇ ਨੇ, ਜਿਸ ਤਰ੍ਹਾਂ ਦੱਖਣੀ ਓਂਕਾਰ ਵਗੈਰਾ ਨੇ, ਕੁਛ ਦੇ ਉੱਤੇ ਹੈਡਿੰਗ ਨਹੀਂ ਹੈਗੇ, ਪਰ ਬੜੀਆਂ ਲੰਬੀਆਂ ਕੰਪੋਜੀਸ਼ਨਸ ਨੇ। ਸੋ ਵੀ ਵਿਲ ਸੀ ਕਿ ਰਾਗ ਰਾਮਕਲੀ ਦੇ ਵਿੱਚ ਈਵਨ ਜਿਹੜੀਆਂ ਅਸ਼ਟਪਦੀਆਂ ਨੇ they have more than 8 padas invariably, very long ਅਸ਼ਟਪਦੀਸ ਨੇ ਰਾਗ ਰਾਮਕਲੀ 'ਚ। ਇਹ ਰਾਗ ਆ ਜਿਹਦੇ ਵਿੱਚ 6 ਦੇ 6 ਗੁਰੂ ਸਾਹਿਬ ਦੀ ਬਾਣੀ ਆ। ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਤੇ ਗੁਰੂ ਤੇਗ ਬਹਾਦਰ। ਬਬਲੀ, ਅਗਰ ਇਹਦੇ ਵਿੱਚ ਗੁਰੂ ਅੰਗਦ ਦੀ ਵੀ ਬਾਣੀ ਹੈ ਤੇ ਕਿੰਨੇ ਸ਼ਬਦ ਹੈ ਨੇ ਉਹਨਾਂ ਦੇ ਇਹਦੇ ਵਿੱਚ? ਉਹਨਾਂ ਦੇ ਸ਼ਲੋਕ ਹੀ ਹੈ ਨਾ ਖਾਲੀ ਉਹਨਾਂ ਦੇ ਤੇ। ਫਿਰ ਜਵਾਬ ਕੀ ਹੈ? ਜਵਾਬ ਕੀ ਹੈ? ਨਹੀਂ ਉਹਨਾਂ ਜੇ ਉਹਨਾਂ ਦੀ ਬਾਣੀ ਰਾਗ ਰਾਮਕਲੀ 'ਚ ਹੈ, ਹਾਂਜੀ, ਤੇ ਫਿਰ ਉਹ ਕਿੱਥੇ ਆ? ਉਹਨਾਂ ਦੇ ਸ਼ਲੋਕਾਂ ਵਿੱਚ ਆਏਗੀ ਨਾ, ਉਹਨਾਂ ਦੀ ਸ਼ਲੋਕ ਤੇ ਇੰਡੀਪੈਂਡੈਂਟਲੀ ਕਿਧਰੇ ਹੈ, ਆਉਂਦਾ ਹੀ ਨਹੀਂ। ਵਾਰਾਂ ਵਿੱਚ ਆਏਗੀ ਫਿਰ ਉਹਨਾਂ ਇਹ ਕੌਣ ਆ ਫਿਰ? ਹਾਂਜੀ, ਸੌਰੀ। ਅਗਰ ਗੁਰੂ ਅੰਗਦ ਦੇਵ ਜੀ ਦਾ ਨਾਮ ਹੈ, ਇਹਦਾ ਮਤਲਬ ਹੈ ਇਹਦੇ ਵਿੱਚ ਜਿਹੜੀ ਵਾਰ ਹੈ ਉਹਨਾਂ ਦੇ ਵਿੱਚ ਉਹਨਾਂ ਦੇ ਸ਼ਲੋਕ। 4 ਭਗਤਾਂ ਦੀ ਬਾਣੀ ਹੈ, ਕਬੀਰ, ਨਾਮਦੇਵ, ਰਵਿਦਾਸ ਤੇ ਭਗਤ ਬੈਣੀ। 7 ਤੇ ਬਲਵੰਡ ਦੀ ਵਾਰ ਵੀ ਹੈ, ਤੇ ਬਾਬਾ ਸੁੰਦਰ ਦਾ ਤੁਸੀਂ ਚੱਕਿਆ ਹੁਣੇ, ਉਹਨਾਂ ਦਾ ਸਦ ਵੀ ਹੈ। ਸ਼ਬਦ 2, 3, 4, 5 ਤੇ 6 ਪਦੇ ਦੇ ਨੇ। ਅਸ਼ਟਪਦੀ ਹੈਗੀਆਂ 8 ਪਦੇ ਦੀਆਂ। ਸਪੈਸ਼ਲਿਸਟ ਬਾਣੀਆਂ ਬਹੁਤ ਨੇ, ਤੇ ਹੁਣੇ ਤੁਸੀਂ ਕਿਹਾ ਇਸ ਤਰ੍ਹਾਂ ਵਾਰ ਵੀ ਹੈ। ਜੇ ਤੁਹਾਡੇ ਕੋਲ ਇਹ ਬੁੱਕ ਹੈ ਜਿਹੜੀ ਆਮ ਤੌਰ ਤੇ ਆਪਣੇ ਸਾਹਮਣੇ ਰੱਖਦੇ ਹੋ, ਵੋਲੀਅਮ 1 ਐਡਵਾਂਸ ਸਟੱਡੀ ਦਾ, ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੇਜ 117 ਪੇਜ 117 ਤੋਂ ਸ਼ੁਰੂ ਹੁੰਦਾ। ਤੁਸੀਂ ਪੇਜ 118 ਤੇ 19 ਤੇ ਜਾਓ। ਗੁਰੂ ਨਾਨਕ ਸਾਹਿਬ ਦੀਆਂ 9 ਅਸ਼ਟਪਦੀਆਂ ਨੇ। ਅਸ਼ਟਪਦੀ 1 to 3, 5 ਤੇ 6, ਇਹ ਤੇ 8 ਪਦੇ ਦੀ ਹੈ। ਚੌਥੀ ਅਸ਼ਟਪਦੀ 9 ਪਦੇ ਦੀ ਹੈ। 7ਵੀਂ ਅਸ਼ਟਪਦੀ 12 ਪਦੇ ਦੀ ਹੈ। 8ਵੀਂ ਅਸ਼ਟਪਦੀ 10 ਪਦੇ ਦੀ ਹੈ, ਤੇ 9ਵੀਂ ਅਸ਼ਟਪਦੀ 5 ਪਦੇ ਦੀ ਹੈ। ਕਿਹਦੇ ਕੋਲ ਬੁੱਕ ਹੈ? ਪਾਰਟ 1, 1, 2, 3, 4 ਵਜ਼ੀਰ ਸਿੰਘ ਕੋਲ ਵੀ ਹੈ, ਬਬਲੀ ਕੋਲ ਹੋਣੀ ਹੈ। ਬਿਲਕੁਲ ਵੀ ਹੈ। ਦਰਪਨਾ ਕੋਲ ਹੈ? ਦਰਪਨਾ? ਹਾਂਜੀ ਸਰ, ਹਾਂਜੀ ਸਰ ਹੈਗੀ ਹੈ। ਪੇਜ 118 ਤੇ ਮੈਂ ਜੋ ਪੜ੍ਹ ਰਿਹਾ ਹਾਂ ਉੱਥੇ ਹੈ ਕਿ ਵੋਲੀਅਮ 3 ਚ ਵੀ ਹੈਗੀ ਹੈ। ਮੈਂ ਵੋਲੀਅਮ 3 ਚ ਦੇਖ ਰਿਹਾ। ਹਾਂਜੀ, ਵੋਲੀਅਮ 3 ਚ ਵੀ ਹੈਗੀ ਹੈ। ਵੋਲੀਅਮ 3 ਜਿਹੜਾ ਹੈ ਉਹ ਐਮਪੀਰੀਕਲ ਸਟੱਡੀ ਉਹਦੇ ਚ ਹੈ। ਹਾਂ, ਇਹਦੇ ਚ ਹੈਗੀ, ਇਹਦੇ ਵਿੱਚ ਆ। ਦੋ ਕਿਤਾਬਾਂ ਨੇ, ਇੱਕ ਤੇ ਹੈ ਐਡਵਾਂਸ ਸਟੱਡੀ, ਇੱਕ ਹੈ ਐਮਪੀਰੀਕਲ ਸਟੱਡੀ, ਦੋਨਾਂ ਵਿੱਚ ਹੈ। ਫਿਰ ਗੁਰੂ ਅੰਗਦ, ਗੁਰੂ ਅਮਰਦਾਸ ਜੀ ਦੀਆਂ 5 ਅਸ਼ਟਪਦੀਆਂ। ਪਹਿਲੀ ਅਸ਼ਟਪਦੀ 12 ਪਦੇ, ਦੂਜੀ ਅਸ਼ਟਪਦੀ 27 ਪਦੇ, ਤੀਜੀ ਅਸ਼ਟਪਦੀ 21 ਪਦੇ, ਚੌਥੀ ਅਸ਼ਟਪਦੀ 30 ਪਦੇ, ਤੇ ਪੰਜਵੀਂ ਅਸ਼ਟਪਦੀ 21 ਪਦੇ। ਇਹਦੇ ਬਾਰੇ ਕੁਝ ਨਹੀਂ ਪਤਾ ਕਿਸ ਤਰ੍ਹਾਂ ਕਿਉਂ ਹੈ। ਗੁਰੂ ਅਰਜਨ ਦੇਵ ਜੀ ਦੀਆਂ 8 ਅਸ਼ਟਪਦੀਆਂ ਨੇ, ਉਹਨਾਂ ਦੇ ਵਿੱਚ ਸਿਰਫ ਇੱਕ ਹੈ ਅਸ਼ਟਪਦੀ 6ਵੀਂ, ਜਿਹਦੇ ਵਿੱਚ 21 ਪਦੇ ਨੇ। ਡਾਕਟਰ ਜੀ, ਇਹਨੂੰ ਫਿਰ ਅਸੀਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਕੈਟੇਗਰਾਈਜ਼ ਕੀਤਾ ਹੋਣਾ, ਤੇ ਇਹਨਾਂ ਨੇ ਫਿਰ ਅਸ਼ਟਪਦੀਆਂ ਕਿਉਂ ਕਿਹਾ ਗਿਆ ਫਿਰ ਇਹਨਾਂ ਨੂੰ, ਕਿ ਇਹਦੇ ਕੀ ਕੈਰੈਕਟਰਿਸਟਿਕਸ ਹੋ ਸਕਦੇ ਨੇ ਕਿ ਜਿਸ ਨੂੰ ਅਸੀਂ ਕਹਿ ਸਕਦੇ ਕਿ ਅਸ਼ਟਪਦੀ ਹੈ? ਇਹਦਾ ਜਵਾਬ ਦੇ ਚੁੱਕੇ ਨੇ ਕਿ ਅਸੀਂ ਤੇ ਸਿਰਫ ਬੇਟੇ ਮੀਨਿੰਗ ਦੇ ਸਕਦੇ ਹਾਂ ਬਈ ਅਸ਼ਟਪਦੀ ਦਾ ਮਤਲਬ ਕੀ ਹੈ,
ਕਿ ਅਸ਼ਟ ਮੀਨਸ 8, ਪਦੇ ਮੀਨਸ ਸਟੈਂਜ਼ੇ। ਔਰ ਇਨਵੇਰੀਏਬਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਗਰ 311 ਅਸ਼ਟਪਦੀਆਂ ਨੇ ਤੇ ਅਬਾਊਟ 300 ਦਾ ਸਟਰਕਚਰ ਹੋਈ ਹੈ ਕਿ ਉਹਨਾਂ ਵਿੱਚ 8 ਪਦੇ ਹੀ ਨੇ। ਪਰ ਹੁਣ ਇਹਦੇ ਵਿੱਚ ਅਸੀਂ ਐਕਸੈਪਸ਼ਨਸ ਦੇਖਦੇ ਹਾਂ। ਔਰ ਤੇਰਾ ਕੁਐਸਚਨ ਬਿਲਕੁਲ ਰੈਲੇਵੈਂਟ ਹੈ ਕਿ ਕਿਉਂਕਿ ਇਹ ਤੁਸੀਂ ਯਾਦ ਰੱਖਣਾ ਨਾ ਕਿ ਗੁਰੂ ਅਰਜਨ ਦੇਵ ਜੀ ਵਾਸ ਦੀ ਸਿਗਨੇਟਰੀ ਐਟ ਦੀ ਐਂਡ। ਜਿਹੜਾ ਮੇਨ ਸਕਰਾਈਬ ਸੀ ਉਹ ਭਾਈ ਗੁਰਦਾਸ ਸੀ, ਤੇ ਭਾਈ ਗੁਰਦਾਸ ਦੇ ਥੱਲੇ ਕਿਤਨੇ ਹੀ ਹੋਰ ਸਕਰਾਈਬ ਸਨ। ਐਂਡ ਇਟ ਵਾਸ ਅ ਜਿਗੈਂਟਿਕ ਵਰਕ। ਇਹ ਹੁਣ ਜਿਹੜੇ ਹੋਰ ਥੱਲੇ ਦੇ ਸਕਰਾਈਬ ਨੇ ਉਹਨਾਂ ਨੇ ਲੌਂਗ ਕੰਪੋਜੀਸ਼ਨਾਂ ਨੂੰ ਵੀ ਅਸ਼ਟਪਦੀ ਦੇ ਥੱਲੇ ਲਿਖ ਦਿੱਤਾ ਔਰ ਟੋਟਲ ਕਰ ਦਿੱਤਾ, ਜਿਹੜਾ then it was accepted as it is by ਭਾਈ ਗੁਰਦਾਸ and then signed by ਗੁਰੂ ਅਰਜਨ। ਪਰ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ। The only thing I can say is ਕੋਈ ਤੁਹਾਨੂੰ ਪੁੱਛੇ ਕਿ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੰਬੀਆਂ ਅਸ਼ਟਪਦੀਆਂ ਵੀ ਹੈ ਨੇ, ਤੁਸੀਂ ਇਹ ਕਹਿ ਸਕਦੇ ਹੋ ਜਵਾਬ ਅਸ਼ਟਪਦੀ ਦਾ ਮਤਲਬ ਤੇ 8 ਪਦੇ ਹੀ ਨੇ। ਪਰ there are long composition in ਗੁਰੂ ਗ੍ਰੰਥ ਸਾਹਿਬ ਜਿਹੜੀਆਂ ਗਰੁੱਪ ਕੀਤੀਆਂ ਗਈਆਂ ਅੰਡਰ ਦੀ ਹੈਡਿੰਗ ਆਫ ਅਸ਼ਟਪਦੀ, ਗਰੁੱਪ ਕੀਤੀਆਂ ਗਈਆਂ ਅੰਡਰ ਦੀ ਹੈਡਿੰਗ ਆਫ ਅਸ਼ਟਪਦੀ। ਇਹਦੇ ਵਿੱਚ ਇੱਕ ਗੁਰੂ ਅਰਜਨ ਦੇਵ ਜੀ ਦੀ ਸਪੈਸ਼ਲ ਬਾਣੀ ਹੈਗੀ। ਫਿਰ ਛੰਤ ਨੇ, ਛੰਤਾਂ ਦੇ ਵਿੱਚ ਇੱਕ ਉਹਨਾਂ ਦੀ ਸਪੈਸ਼ਲ ਬਾਣੀ ਹੈ ਰੁੱਤੀ, ਜਿਹਦੇ ਵਿੱਚ ਜਿਹੜੀਆਂ ਰੁੱਤ ਨੇ ਉਹ ਰੁੱਤਾਂ ਦੇ ਬਾਰੇ ਸ਼ਬਦ ਨੇ। ਐਂਡ ਦੈਟ ਇਜ਼ ਅ ਬਿਊਟੀਫੁਲ ਸ਼ਬਦ, ਕਿਉਂਕਿ ਤੁਸੀਂ ਤਾਂ 4 ਰੁੱਤ ਕਹਿੰਦੇ ਹੋ ਨਾ, ਪਰ ਵਿਦਿਨ 4 ਰੁੱਤ ਫਿਰ ਹੋਰ ਕਈ ਜਿਸ ਤਰ੍ਹਾਂ ਬਹੁਤੀ ਸਰਦੀ, ਘੱਟ ਸਰਦੀ, ਮੀਡੀਅਮ ਸਰਦੀ, ਗ੍ਰੀਸ਼ਮ ਵਗੈਰਾ ਇਹੋ ਜਿਹੇ ਕਈ ਵਰਡ ਨੇ ਜਿਹੜੇ ਉਹਨਾਂ ਨੇ ਯੂਜ਼ ਕੀਤੇ ਨੇ। ਸੋ ਇਹ ਖਾਸ ਚੀਜ਼ਾਂ ਤੇ ਦੇਖਣ ਵਾਲੀਆਂ। ਲੇਕਿਨ ਜਿਹੜੀ ਵਾਰ ਹੈ ਉਹਦੇ ਵਿੱਚ ਸਿਰਫ 22 ਹੀ ਪੌੜੀਆਂ ਨੇ। ਹੁਣ ਅਸੀਂ ਸ਼ਬਦ ਤੇ ਜਾਂਦੇ ਹਾਂ ਤੇ ਜਿੰਨਾ ਕੁ ਸਾਡੇ ਕੋਲ ਟਾਈਮ ਹੈ, ਔਰ ਬੜੇ ਆਸਾਨ ਸ਼ਬਦ ਨੇ। ਸੋ ਵਜ਼ੀਰ ਸਿੰਘ ਜੀ ਤੁਹਾਡੇ ਕੋਲ ਹੈ ਬੁੱਕ? ਹਾਂਜੀ, ਸ਼ਬਦ ਵੀ ਹੋਏਗਾ ਤੁਹਾਡੇ ਕੋਲ। ਸੋ ਪੇਜ 120 ਤੇ ਜਿਹਦੇ ਕੋਲ ਬੁੱਕ ਨਹੀਂ ਹੈ ਮੈਂ ਸ਼ਬਦ ਦਾ ਪੇਜ ਦੱਸਾਂ ਗੁਰੂ ਗ੍ਰੰਥ ਸਾਹਿਬ ਦਾ। ਨਵਤੇਜ ਜੀ ਤੁਸੀਂ ਪੇਜ ਖੋਲ ਸਕਦੇ ਹੋ ਜੇ ਚਾਹੋ ਤੇ। ਪੇਜ 876। ਕੋਈ ਪੜਤਾ ਸੰਸਕ੍ਰਿਤਾ, ਕੋਈ ਪੜੇ ਪੁਰਾਣਾ। ਹਾਂਜੀ, ਇਹ ਤੁਸੀਂ ਮੈਨੂੰ ਕਹਿ ਰਹੇ ਹੋ ਨਾ, ਮੇਰੀ ਵਾਰੀ ਹੈ ਜੀ। ਵਜ਼ੀਰ ਜੀ ਸ਼ੁਰੂ ਕਰਨ ਲੱਗੇ ਨੇ। ਯੂ ਆਲ ਹੈਵ ਸ਼ਬਦ ਇਨ ਫਰੰਟ ਆਫ ਯੂ। ਮਹਲਾ ਪਹਿਲਾ, ਘਰ ਪਹਿਲਾ, ਚੌਪ ਤੇ। ਕੋਈ ਪੜਤਾ ਸੰਸਕ੍ਰਿਤਾ, ਕੋਈ ਪੜੇ ਪੁਰਾਣਾ, ਕੋਈ ਨਾਮ ਜਪੇ ਜਪਮਾਲੀ, ਲਾਗੇ ਤਿਸੇ ਧਿਆਨਾ। ਮਤਲਬ ਹਰ ਤਰ੍ਹਾਂ ਦੇ ਬੰਦਿਆਂ ਦੀ ਇਹ 'ਚ ਗਿਣਤੀ ਹੈ ਕਿ ਕੋਈ ਸੰਸਕ੍ਰਿਤ ਪੜ੍ਹਨ ਵਾਲੇ ਹੈਗੇ, ਕਈ ਪੁਰਾਣ ਨੂੰ ਪੜ੍ਹਨ ਵਾਲੇ ਹੈਗੇ, ਕਈ ਨਾਮ ਜਪਣ ਵਾਲੇ ਹੈਗੇ, ਜਿਸ 'ਚ ਉਹਨਾਂ ਨੇ ਆਪਣਾ ਆਪਣਾ ਧਿਆਨ ਲਾਉਣਾ ਹੈਗਾ। ਹਾਂਜੀ, ਅਗਲਾ ਅਬ ਹੀ ਕਬ ਵੀ ਕਿਛੂ ਨਾ ਜਾਣਾ, ਤੇਰਾ ਇੱਕੋ ਨਾਮ ਪਛਾਣਾ। ਪਰ ਤੇਰਾ ਇੱਕੋ ਹੀ ਨਾਂ ਹੈ। ਉਹ ਕਬ ਵੀ ਕੁਛ ਇਹਨਾਂ ਇਹ ਜਿਹੜੇ ਸੰਸਕ੍ਰਿਤ ਤੇ ਜਪਣ ਵਾਲਾ ਪੜ੍ਹਨ ਵਾਲੇ ਉਹਨਾਂ ਇਹਨੂੰ ਚੰਗੀ ਤਰ੍ਹਾਂ ਪਛਾਣਿਆ ਨਹੀਂ ਹੈ। ਬਹੁਤ ਇੰਪੋਰਟੈਂਟ ਵਰਡ ਨੇ ਗੁਰੂ ਨਾਨਕ ਸਾਹਿਬ ਦੇ। ਤੁਸੀਂ ਦੇਖੋਗੇ ਕਿ ਕਈ ਵਾਰੀ ਤੁਹਾਨੂੰ ਪੁੱਛਿਆ ਜਾਂਦਾ ਹੈ ਬਈ ਗੁਰੂ ਗ੍ਰੰਥ ਸਾਹਿਬ ਵਿੱਚ ਵਾਹਿਗੁਰੂ ਗੋਡ ਦਾ ਨਾਂ ਕੀ ਹੈ। ਸੋ ਬੜਾ ਮੁਸ਼ਕਿਲ ਹੋ ਜਾਂਦਾ ਤੁਹਾਡੇ ਵਾਸਤੇ ਕਹਿਣਾ ਵੀ ਉਹਦਾ ਨਾਂ ਸਤਿਕਰਤਾਰ ਹੈ, ਕਿ ਉਹਦਾ ਨਾਂ ਨਿਰੰਕਾਰ ਹੈ, ਕਿ ਉਹਦਾ ਨਾਂ ਵਾਹਿਗੁਰੂ ਹੈ, ਕਿ ਉਹਦਾ ਨਾਂ ਨਾਰਾਇਣ ਹੈ, ਕਿ ਉਹਦਾ ਨਾਂ ਕ੍ਰਿਸ਼ਨਾ ਹੈ, ਕਿ ਉਹਦਾ ਨਾਂ ਯਹੋਵਾ ਹੈ। ਆਈ ਡੋਂਟ ਨੋ। ਪਰ ਆਸਾਨ ਤਾਂ ਇਹੀ ਹੈ ਨਾ ਕਿ ਉਹਦਾ ਕੋਈ ਨਾਂ ਹੀ ਨਹੀਂ ਹੈ। ਜਿਸ ਨਾਂ ਨਾਲ ਮਰਜ਼ੀ ਪੁਕਾਰ ਲਓ ਆ ਜਾਏਗਾ। ਉਹਨੂੰ ਪਤਾ ਹੈ ਉਹਨੇ ਕਿਹੜੇ ਨਾਂ ਨਾਲ ਆਉਣਾ। ਇਹ ਤੁਸੀਂ ਪੜ੍ਹੀ ਜਾ ਰਹੇ, ਪਰ ਮੈਂ ਇਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਹੈ। ਮੈਂ ਇੱਕੋ ਹੀ ਨਾਮ 'ਚ ਆਪਣਾ ਧਿਆਨ ਰੱਖਿਆ। ਬਿਲਕੁਲ, ਤੁਸੀਂ ਇੱਕ ਨਾਂ ਤੇ ਧਿਆਨ ਰੱਖੋ ਤੇ ਪਰਮਾਤਮਾ ਤੁਹਾਨੂੰ ਮਿਲ ਜਾਏਗਾ। ਜੇ ਹੁਣ ਤੁਸੀਂ ਕਹੋ ਜੀ ਨਹੀਂ 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 ਵਾਹਿਗੁਰੂ ਨਾ ਕਹੋ, ਨਾਰਾਇਣ ਨਾਰਾਇਣ ਕਹੋ, ਨਹੀਂ 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 ਨਾਰਾਇਣ ਨਾਰਾਇਣ ਨਾ ਕਹੋ, ਲਾਰਡ ਲਾਰਡ ਕਹੋ ਤਾਂ ਮਿਲੇਗਾ। ਸੋ ਇਹ ਕੋਈ ਕਹਾਣੀ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਮੈਂ ਇਸ ਵੇਲੇ ਤੁਹਾਡੇ ਸਾਰਿਆਂ ਚੋਂ ਅਗਰ ਕਹਾਂ ਜਸਬੀਰ ਤਾਂ ਸਿਰਫ ਜਸਬੀਰ ਹੀ ਬੋਲੇਗੀ, ਕਿਉਂਕਿ ਉਹਨੂੰ ਪਤਾ ਇੱਕੋ ਹੀ ਜਸਬੀਰ ਹੈ। ਸੋ ਲੇਕਿਨ ਵਾਹਿਗੁਰੂ ਜਿਹੜਾ ਹੈ ਉਹ ਤੁਸੀਂ ਆਪਣੇ ਹਿਰਦੇ ਦੇ ਨਾਲ ਉਹਨੂੰ ਯਾਦ ਕਰ ਲਓ, ਕਿਸੇ ਨਾਲ ਯਾਦ ਕਰ ਲਓ।
ਇੱਕ ਨਾਮ। ਸੋ ਇੱਥੇ ਦੇ ਇੱਕ ਨਾਮ ਦਾ ਮਤਲਬ ਹੈ ਇੱਕ ਵਾਹਿਗੁਰੂ। ਉਹਨੂੰ ਤੁਸੀਂ ਪੁਕਾਰਨਾ ਕਿਵੇਂ ਹੈ, ਜਪਣਾ ਕਿਵੇਂ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਸੋ ਹਾਂਜੀ ਨਵਤੇਜ ਤੇਰੇ ਕੋਲ ਹੈ ਸ਼ਬਦ? ਹਾਂਜੀ चल अगली लाइन बोल। ना जाना हरे मेरी, ना जाना हरे मेरी कवन कते, हम मूर्ख अज्ञान शरण प्रभ तेरी, कर किरपा राखो मेरी लाज पते। तो इत्थे कहंदे ने कि हे वाहिगुरु कि मैं तो बहुत इन्ना निमाना इन्ना नीच हैगा कि इन्ना हंबल हाँ कि मतलब अपनी कहने मैं इन्ना हंबल कि मेरे को मैं कुछ नहीं जानता कि मेरी गत वो की होएगी, कि मैं मूर्ख हाँ, कि मैं ज्ञान हाँ, कि मैं तेरी बस मैं सिर्फ कि मैं तेरी शरण भाल सकदा कि प्लीज तू मेरी कृपा कर मेरे ते मेरी तू लाज रख ला, मेरी लाज ते पत रख ला। हाँ जी महेंद्र जी ਤੁਹਾਡੇ ਕੋਲ ਹੈ ਸ਼ਬਦ? ਹਾਂਜੀ ਹਾਂਜੀ बोलो अगली लाइन। कबू जीड़ा ऊब चढ़त है, कबू जाए पटियाले, पयाले लोभी जीड़ा थिर ना रहत है, चारे कुंडा पाले। ਜਿਹੜਾ ਲੋਭੀ ਬੰਦਾ ਉਹ ਜਿਹੜੀਆਂ ਦਿਸ਼ਾਵਾਂ ਚਾਰੇ ਦਿਸ਼ਾਵਾਂ ਵੱਲ ਭਾਲਦਾ। ਹਾਂਜੀ कभी जीड़ा ऊब चढ़त है, कबू जाए प्याले। ਠੀਕ ਹੈ ਬਹੁਤ ਇੱਥੋਂ ਕਲੀਅਰ ਨਹੀਂ ਡਾਕਟਰ ਜੀ। कोई ਤੁਸੀਂ ਕਦੀ ਸਾਡਾ ਮਨ ਫਰਕ ਦੀ ਗੱਲ ਕਰਦੇ ਹੋ, ਕਦੀ ਨਰਕ ਦੀ ਗੱਲ ਕਰਦੇ ਹੋ, ਕਦੀ ਡੁੱਬ ਜਾਂਦਾ ਹੈ, ਗੱਲ ਕਰਦੇ ਹੋ, ਕਦੀ ਨਵੇਂ ਦੀ ਗੱਲ ਕਰਦੇ ਹੋ। ਸੋ ਤੁਸੀਂ ਤੁਹਾਨੂੰ ਆਪ ਹੀ ਨਹੀਂ ਪਤਾ ਤੁਸੀਂ ਕਾਹਦੀ ਗੱਲ ਕਰ ਰਹੇ ਹੋ, ਇਸੇ ਕਰਕੇ ਤੁਸੀਂ ਭਟਕਦੇ ਰਹਿੰਦੇ ਹੋ ਚਾਰੋਂ ਪਾਸੇ। ਸੋ ਯੂ ਡੋਂਟ ਨੋ ਵਾਟ ਯੂ ਆਰ ਐਕਚੁਅਲੀ ਸੇਇੰਗ, ਵਾਟ ਯੂ ਟ੍ਰਾਈਂਗ ਟੂ ਫਾਈਂਡ। ਕਿ ਕਈ ਵਾਰੀ ਖੈਰ ਇਹ ਇਸ ਲਾਈਨ ਦਾ ਤੇ ਮਤਲਬ ਨਹੀਂ ਹੈ, ਪਰ ਜੇ ਤੁਸੀਂ ਓਵਰਆਲ ਮਤਲਬ ਲਗਾਓ ਕਿ ਸਾਨੂੰ ਪਤਾ ਕਿ ਅਸੀਂ ਕੀ ਲੱਭ ਰਹੇ ਹਾਂ, ਕਿ ਸਾਨੂੰ ਪਤਾ ਕਿ ਸਾਨੂੰ ਕੀ ਚਾਹੀਦਾ। ਅਸੀਂ ਕਹਿੰਦੇ ਸਾਨੂੰ ਰੱਬ ਚਾਹੀਦਾ, ਸਾਨੂੰ ਰੱਬ ਚਾਹੀਦਾ, ਪਰ ਡੂ ਵੀ ਐਕਚੁਅਲੀ ਨੋ ਕਿ ਸਾਨੂੰ ਰੱਬ ਚਾਹੀਦਾ? ਕਦੀ ਤੁਸੀਂ ਕਹਿੰਦੇ ਆ ਕਿ ਜੀ ਸਾਨੂੰ ਅੱਛੀ ਕਾਰ ਚਾਹੀਦੀ ਹੈ, ਕਦੀ ਕਹਿੰਦੇ ਸਾਨੂੰ ਅੱਛਾ ਮਕਾਨ ਚਾਹੀਦਾ। ਸੋ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਚਾਹੀਦਾ ਉਹ ਆਪ ਵੀ ਨਹੀਂ ਪਤਾ। ਕਦੀ ਕਹਿੰਦੇ ਨਾ ਉਹ ਕਹਿੰਦੇ ਨੇ ਕभी जुड़ा ऊब चढ़त है, कभी ਤੁਸੀਂ ਉੱਪਰ ਵੱਲ ਨੂੰ ਦੇਖਦੇ ਹੋ, ਕਬੂ ਜਾਏ ਪਿਆਲੇ, ਕਦੀ ਤੁਸੀਂ ਨਰਕ ਵੱਲ ਦੇਖਦੇ ਹੋ। ਲੋਭੀ ਜਿਹੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾਂ ਭਾਲੇ। ਪਰ ਤੁਸੀਂ ਇੰਨੇ ਗ੍ਰੀਡੀ ਹੋ ਨਾ, ਚਾਰੋਂ ਪਾਸੇ ਭਟਕਦੇ ਫਿਰਦੇ ਹੋ, ਤੇ ਤੁਹਾਨੂੰ ਕਦੀ ਸ਼ਾਂਤੀ ਤੁਹਾਡੇ ਮਨ ਨੂੰ ਆਉਂਦੀ ਹੀ ਨਹੀਂ। ਹਾਂਜੀ ਗੁਰਦੀਪ। हाँ जी मदन ने लिखाए मंडल में आए, जीवन साज माई, एक चले हम देखे स्वामी, पाए बलंती आई। कहते भी जिन्हें सवास महाराज लिखे आ भी मरण पहले लिखा भी तू किहड़े दिन किदां कित्थे मरना आ, ਉਹ ਕਿਦਾਂ ਲਿਖਾ ਕੇ ਵੀ ਬੰਦਾ ਇਸ ਦੁਨੀਆ ਤੇ ਆਉਂਦਾ ਆ। ਉਹਦੇ ਵੀ ਕਈ ਅੱਗੇ ਚਲੇ ਗਏ, ਕਈ ਨੂੰ ਜਾਣਾ ਆ, ਜਿਹੜੀ ਆਗਿਆ ਜਿਹੜੀ ਮਰਨ ਦੀ ਆਗਿਆ ਉਹ ਨੇੜੇ ਨੇੜੇ ਆ ਜਾਂਦੀ ਆ। ਐਂਡ ਵੀ ਡੋਨਟ ਨੋ ਵੈਨ ਇਟਸ ਗੋਇੰਗ ਟੂ ਕਮ। ਦੇਖੋ ਬੜੀ ਥੈਂਕ ਯੂ ਵੈਰੀ ਮਚ। ਬੜੀ ਸਿੱਧੀ ਜਿਹੀ ਗੱਲ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਕਿੰਨੇ ਸਾਲ ਲੈ ਕੇ ਆਏ ਹੋ, ਕਿੰਨੇ ਜੀਵਨ ਦੀ ਕਿੰਨੀ ਉਮਰ ਲੈ ਕੇ ਆਏ ਹੋ, ਇਹ ਸਭ ਇਟ ਇਜ਼ ਆਲਰੇਡੀ ਐਸਟੈਬਲਿਸ਼ਡ। ਇਹ ਰੱਬ ਨੇ ਕੋਈ ਚੇਂਜ ਨਹੀਂ ਕਰਨੀ। ਮਰਨ ਲਿਖਾਏ ਮੰਡਲ में ਆਏ, ਕਿ ਤੁਸੀਂ ਵਰਲਡ ਵਿੱਚ ਆਏ ਹੋ, ਮੰਡਲ ਦੁਨੀਆ 'ਚ ਆਏ ਹੋ। ਫਿਰ ਕੀ ਕਹਿੰਦੇ, ਇੱਕ ਚਲੇ ਹਮ ਦੇਖੋ ਸਵਾਮੀ ਵਾਲੇ ਬਲੰਦਰੀ ਮੀਨਸ ਅੱਗ। ਅਖੀਰ ਤੇ ਤੁਸੀਂ ਗ੍ਰੈਵੀਟੇਸ਼ਨ ਗਰਾਊਂਡ ਤੇ ਪਹੁੰਚਣਾ, ਉੱਥੋਂ ਹੀ ਤੁਸੀਂ ਉੱਪਰ ਨੂੰ ਜਾਣਾ। ਸੋ ਪਰਮਾਤਮਾ ਦਾ ਨਾਮ ਲਈ ਜਾਓ, ਬਸ ਹੋਰ ਤੁਹਾਨੂੰ ਕੁਛ ਨਹੀਂ ਚਾਹੀਦਾ। तो परमजीत, ना किसी का भी, ना किसी का भाई, ना किसी बाप ना भाई, रणवत नानक जीत खेले फतेह होए सिखाई। And no one has a friend, no one has any brother, no mother, no father. I am blessed with your name. कि मैं थोड़े नाम नाल मैंने सारा कुछ मिलता, वही मेरी सपोर्ट है, वही मेरा सब कुछ है। पर ਇਹਨੂੰ ਤੂੰ ਥੋੜਾ ਜਿਹਾ ਸਾਨੂੰ ਸਮਝਾਏਂਗੀ? ਤੂੰ ਕਹਿ ਰਹੀ ਹੈ ਨਾ ਕੋਈ ਕਿਸੇ ਦਾ, ਤੂੰ ਕੀ ਕਿਹਾ? ਮੈਂ ਤੇਰੇ ਵਰਡ ਨਹੀਂ ਬੋਲਦਾ, ਤੂੰ ਹੋਰ ਦੁਬਾਰਾ ਬੋਲ। No one has any friend. कि किसी का कोई फ्रेंड नहीं है। तेरा कोई फ्रेंड नहीं है? हैगा? फिर
गुरु साहब की कह रहे हैं, फिर आगे की है, तेरा कोई No friend one has any brother. No one has तेरे any मेरे का 2-4 father करता है। or mother. तो कोई दा मीनिंग समझा की कह रहे हैं गुरु साहब। I don't know. ਅੰਤੇ ਹੋਏ ਸਹਾਈ ਦਾ वेरी वेल सेड। ਅੰਤੇ ਹੋਏ ਸਹਾਈ ਇਹਦਾ कि ਜਿਹੜੇ ਰਿਲੇਸ਼ਨਸ਼ਿਪ ਕਹਿ ਰਹੇ ਨੇ ਸਾਰੇ ਟ੍ਰਾਂਜ਼ਿਟਰੀ, ਇਹ ਟੈਂਪਰੇਰੀ ਰਿਲੇਸ਼ਨ ਨੇ। ਭਰਾ ਤੇ ਸਾਡੇ ਸਾਰਿਆਂ ਦੇ, ਮਾਂ ਬਾਪ ਵੀ ਸਾਡੇ ਸਾਰਿਆਂ ਦੇ ਨੇ। ਇਹ ਤੇ ਗੁਰਬਾਣੀ ਜਗ੍ਹਾ ਜਗ੍ਹਾ ਹੁੰਦਾ ਕਿ ਕਿਸੇ ਨੇ ਨਾਲ ਨਹੀਂ ਜਾਣਾ, ਤੁਹਾਨੂੰ ਅਕਾਲ ਪੁਰਖ ਦੇ ਨਾਮ ਨਹੀਂ ਜਾਣਾ ਹੈ, ਮਾਂ ਵੀ ਹੈ ਤੁਮ। ਲੇਕਿਨ ਕੁਐਸਚਨ ਇਹ ਹੈ ਕਿ ਇਹ ਜਿਹੜੇ ਰਿਲੇਸ਼ਨਸ਼ਿਪ ਨੇ ਇਹ ਕੀ ਇੱਥੇ ਵੀ ਤੁਹਾਡੇ ਨਾਲ ਨੇ ਤੇ ਅੱਗੇ ਵੀ ਤੁਹਾਡੇ ਨਾਲ ਜਾਣਗੇ? ਨਹੀਂ ਨਹੀਂ। ਕਿ ਸਿਰਫ ਜਿਹੜਾ ਉਹਦਾ ਨਾਮ ਹੈ ਨਾ ਉਹੀ ਪਰਮਨੈਂਟ ਹੈ। ਥੈਂਕ ਯੂ। ਇਹਦਾ ਜਿਹੜਾ ਅੰਤੇ ਹੋਏ ਸਹਾਈ ਇਹ ਸੈਂਟਰਲ ਮੀਨਿੰਗ ਹੈ ਅੰਤ ਤੇ। ਬਿਲਕੁਲ ਅਖੀਰ ਜਿਹੜਾ ਤੈਨੂੰ ਕੋਈ ਤੇਰਾ ਜਿਹੜਾ ਸਾਥੀ ਹੈ ਜਿਹਨੂੰ ਤੈਨੂੰ ਸਪੋਰਟ ਕਰਨੀ ਹੈ, ਸਿਖਾਈ ਜਿਹੜਾ ਤੇਰਾ ਹੋਏਗਾ ਉਹ ਅਕਾਲ ਪੁਰਖ ਹੀ ਹੈ। ਅਕਾਲ ਪੁਰਖ। ਦਰਪਣਾ ਤੇਰੇ ਕੋਲ ਹੈ ਸ਼ਬਦ? ਕਿਹੜਾ ਪੇਜ ਡਾਕਟਰ ਜੀ? ਦਰਪਣਾ ਤੇਰਾ ਮਿਊਟ ਹੋਇਆ ਹੋਇਆ ਹੈ। प्रणवत नानक जेतु देवे अंते होए। नहीं हो चुक गया ना। नेक्स्ट शब्द पेज जिन्हें शब्द पेज 882। हाँ जी। एक ओंकार सदगुरु प्रसाद, एक ओंकार सदगुरु प्रसाद, कृपा करो दीन के दाते, मेरे गुण अवगुण न विचारो कोई। ते कहंदे कि हे रब्बा तू मेरे ते मेहर कर, मेरे गुण और अवगुण ना विचार। माटी का किया तोपे स्वामी, दीन के दाते, दीन के दाते, दीन के दाते, कृपा करो दीन के दाते। दीन मतलब जो दीन लाउली जिन कह सकते हो तुसी। दीन में बहुत हम्बल, बहुत नीवा। हाँ जी, नीवा। तू दाता है, मैं ते बहुत थल्ले हां, तू दाता देने वाला है। दाता मेरे अवगुण और गुण ना विचार। हाँ जी। हाँ, मेरे अवगुण गुण और अवगुण ਨੂੰ ਤੂੰ ਨਜ਼ਰ ਅੰਦਾਜ਼ ਕਰ ਦੇ ਜਿਸ ਤਰ੍ਹਾਂ। ਤੇ ਦੀਨ ਦਾਤਾ मतलब मेहर कर जिन कहते हैं न बेचारो कोई। माटी का किया धोपे स्वामी, मानस की गत ए हुई। वो कहते हैं कि मैं किस तरह मतलब माटी का क्या किस तरह धोती जाएगी मिट्टी। माटी का क्या धोपे स्वामी, मानस की गत ए ही। मानस की गत सिर्फ रब दे मेहर दे नाल ही है। दिस इज व्हाट आई अंडरस्टैंड। हाँ जी। दविंदर, मेरे मन सतगुर सेव सुख होई। मेरे मन सतगुर सेव सुख होई। ए मेरे मन तू परमात्मा सतगुरु ਨੂੰ ਆਪਣੇ ਪਰਮਾਤਮਾ ਨੂੰ ਸੇਵ ਉਹਨੂੰ ਧਿਆ ਤਾਂ ਫਿਰ ਤੈਨੂੰ ਸ਼ਾਂਤੀ ਸੁਖ ਹੋਏਗਾ। ਜੋ ਇੱਛਾ ਸੋਈ ਸਰ ਪਾਵੋ ਤੇ ਦੁੱਖ ਨਾ ਆਪੇ ਕੋਈ। ਜੋ ਵੀ ਫਿਰ ਜਦੋਂ ਅਸੀਂ ਪਰਮਾਤਮਾ ਦੇ ਨਾਲ ਮਿਲ ਜਾਂਦੇ ਆ ਉਹਨੂੰ ਧਿਆਉਂਦੇ ਆ ਤੇ ਉਹ ਸਾਰੀਆਂ ਇੱਛਾ ਸਾਡੀਆਂ ਪੂਰੀਆਂ ਕਰਦਾ ਆ ਤੇ ਉਹੀ ਫਿਰ ਕੋਈ ਦੁੱਖ ਨਹੀਂ ਆਉਂਦਾ ਸਾਨੂੰ। ਹਾਂਜੀ ਬਬਲੀ। ਹਾਂਜੀ ਰਹੋ ਅੱਗੇ। ਕਾਚੇ ਭਾਂਡੇ ਸਾਧ ਨਿਵਾਜੇ, ਅੰਦਰ ਜੋਤ ਸਮਾਈ। ਉਹ ਜਿਹੜਾ ਰੱਬ ਹੈ ਸਾਰੇ ਉਹ ਕ੍ਰੀਏਟ ਕਰਦਾ ਹੈ, ਸਾਰਾ ਕੁਝ ਉਹੀ ਬਣਾਉਂਦਾ ਹੈ ਤੇ ਉਹਦੇ ਵਿੱਚ ਹੀ ਲਾਈਟ ਪਾਉਂਦਾ ਹੈ। ਉਹ ਅੰਤਰ ਜੋਤ ਸਮਾਈ। जैसा लिखत लिखिया तुम करते, हम जैसी कृत कमाई। ਐਂਡ ਜੋ ਤੁਹਾਡਾ ਕੁਝ ਤੁਹਾਡੇ ਵਿੱਚ ਲਿਖਿਆ ਹੋਇਆ, ਜਿਸ ਤਰ੍ਹਾਂ ਤੁਹਾਡੀ ਡੈਸਟੀਨੀ ਵਿੱਚ ਲਿਖਿਆ ਹੋਇਆ ਉਹੀ ਕੁਝ ਹੁੰਦਾ ਹੈ। ਨਹੀਂ ਜੈਸਾ ਲਿਖਤ ਲਿਖਿਆ ਤੁਰ ਕਰਤੇ, ਹਮ ਤੈਸੀ ਕਿਰਤ ਕਮਾਈ। ਜਿਸ ਤਰ੍ਹਾਂ ਤੁਹਾਡੀ ਡੈਸਟੀਨੀ। ਥਾਪ ਕੀਆ ਸਭ ਆਪਣਾ, ਇਹੋ ਆਵਨ ਜਾਣਾ। ਮਨ ਤਨ ਥਾਪ, ਮਨ ਤਨ ਥਾਪ ਕੀਆ ਸਭ ਆਪਣਾ। ਤੁਹਾਡੀ ਮਾਈਂਡ ਤੇ ਬੋਡੀ ਜੋ ਨਹੀਂ ਮੈਂ ਮਿੰਦਰ ਨੂੰ ਕਿਹਾ ਮੈਂ। ਅੱਛਾ ਸੌਰੀ। ਮਨ ਤਨ ਥਾਪ ਕੀਆ ਬਲਪਾਇਓ ਸਭ ਆਪਣਾ, ਇਹੋ ਆਵਨ ਜਾਣਾ। ਇੱਥੇ ਉਹ ਕਹਿ ਰਹੇ ਕਿ ਜਿਹੜਾ ਜਨਮ ਤੇ ਮਰਨ ਦਾ ਗੇੜ ਹੈ ਨਾ, ਉਹ ਜਨਮ ਮਰਨਾ ਆਵਨ ਜਾਣਾ ਇਹ ਸਾਰਾ ਤੇਰੇ ਹੱਥ ਆ। ਮਨ ਤਨ ਥਾਪ ਕੀਆ ਮਤਲਬ ਤੂੰ ਹੀ ਸਾਨੂੰ ਬਣਾਇਆ, ਤੂੰ ਹੀ ਸਾਨੂੰ ਕ੍ਰੀਏਟ ਕੀਤਾ। ਔਰ ਆਣਾ ਜਾਣਾ ਜਿਹੜਾ ਗੇੜ ਹੈ ਉਹ ਸਭ ਕੁਝ ਤੇਰੇ ਹੱਥ ਹੈ। ਜਿਨ ਦਿਆ ਸੋਈ ਚਿਤ ਨਾ ਆਵੇ, ਮੋਹ ਅੰਧ ਲਪਟਾਨਾ।
निंदर जसवीर जिन दिया सो चित ना आवे जिसने सानू वाहिगुरु ने बनाया सानू ये याद भी नहीं रहता कि ओदी बख्शिश नाल असीं आए हैं। बिल्कुल ठीक है, ਅਸੀਂ मोह माया ਦੇ ਜਾਲ 'ਚ ਫਸੇ ਹਾਂ ਔਰ ਜਿਨਨੇ ਸਾਨੂੰ ਬਣਾਇਆ ਉਹਨੂੰ ਅਸੀਂ ਭੁੱਲ ਚੁੱਕੇ ਹਾਂ। ਗੁਰਦੀਪ जिन किया सोई प्रभ जाने हर का मैल अपारा भगत करी हर के गुण गावा नानक दास तुम्हारा। ਜਿਹੜਾ ਜਾਣਦਾ ਆ, ਜਿਹੜਾ ਮਾਲਕ ਦੀ ਕਿਰਪਾ ਕਰਕੇ ਉਹਦਾ ਨਾਮ ਜਪਦਾ ਹੈ, ਉਹ ਪਛਾਣ ਲੈਂਦਾ ਵੀ ਮਾਲਕ ਨੇ ਸਭ ਕੁਝ ਦਿੱਤਾ ਆ, ਸਭ ਬਣਾਉਣ ਵਾਲਾ ਉਹੀ ਆ। ਉਹ ਫਿਰ ਜਿੱਦਾਂ ਗੁਰੂ ਦੇ ਸ਼ਰਨ ਵਿੱਚ ਆ ਜਾਂਦਾ ਤੇ ਉਹਦੇ ਜਿੱਦਾਂ ਦਰਗਾਹ ਵਿੱਚ ਉਹਦੀ ਫਿਰ ਪੈਦਾਇਸ਼ ਹੋ ਜਾਂਦੀ ਆ। एक्सीलेंट वजीर जी। हाँ जी। कोई बोले राम राम कोई खुदाए कोई सेवे गुसाइयां कोई अलाहे। यही जिवें पहले शब्द चाहेगा ओदे ही तकरीबन सेम कॉन्सेप्ट कि कोई राम राम बोलता है, कोई खुदा बोलता है, कोई गुसाई 885 अल्लाह बोलता है 885 या करे करण कारण करीम सब कुछ करीम कृपा धार वाला भी करीम भी वही है, कृपा धार रहीम तू साडे ते कृपा कर। ये हुन सारे पर्शियन दे वर्ड ने जेडे आए ने अल्लाह करीम चल नवदीर लपया तनु नवतेज। हां जी। तो कोई नावे तीरथ कोई हज जाए कोई करे पूजा कोई सिर नवाए। तो इत्थे दसदे ने कि इंसान जेडे हैगे ने जिन्हां दी गलबात कर रहे ने ਉਹ ਕਿੰਨੇ ਡਿਫਰੈਂਟ ਤਰੀਕੇ ਕੋਸ਼ਿਸ਼ ਕਰਦੇ ਨੇ ਕਿ ਰੱਬ ਨੂੰ ਮਿਲਣ ਦੀ। ਸੋ ਇਤਾਂ ਦੇ ਕਈ ਜਾਂਦੇ ਨੇ ਉਹ ਤੀਰਥਾਂ ਤੇ ਨਹਾਉਣ ਜਾਂਦੇ ਨੇ, ਕਈ ਹਜ ਜਾਂਦੇ ਨੇ। ਮੈਕੇ ਦੀ ਗੱਲ ਹਜ ਜਿਹੜੀ ਜਾਣਗੇ ਉਹ ਫਿਰ ਜਿਹੜੇ ਆਪਣੇ ਮੁਸਲਮਾਨ ਹੁੰਦੇ ਮੁਗਲ ਹੁੰਦੇ ਉਹ ਹੀ ਹਜ ਜਾਂਦੇ ਹਜ ਤੇ। ਫਿਰ ਕਹਿੰਦੇ ਨੇ ਕਈ ਹੋਰ ਤਰੀਕਿਆਂ ਨਾਲ ਤੇਰੀ ਸੇਵਾ ਕਰਦੇ ਨੇ ਕਿ ਉਹ ਆਪਣੇ कोई पढ़े वेद कोई कतेब कोई ओडे नील कोई सुपेद। सो इत्थे कहंदे ने कि कोई वेद पढ़दा है, कोई कुरान पढ़दा है, कोई डिफरेंट कपड़े पांदा है। जिद्दां ਜਿਹੜੇ ਉਸ ਟਾਈਮ ਦੇ ਹੁੰਦੇ ਸੀਗੇ ਮੁਗਲ ਹੁੰਦੇ ਸੀਗੇ ਉਹ ਨੀਲੇ ਕੱਪੜੇ ਪਾਉਂਦੇ ਸੀਗੇ ਤੇ ਜਿੱਦਾਂ ਆਪਾਂ ਨੂੰ ਪਤਾ ਹੈਗਾ ਕਿ ਜਿਹੜੇ ਉਹ ਜੈਨ ਸੀਗੇ ਉਹ ਆਪਣੇ ਚਿੱਟੇ ਕੱਪੜੇ ਪਾਉਂਦੇ ਸੀਗੇ ਜਾਂ ਉਹ ਡਿਫਰੈਂਟ ਕੱਪੜੇ ਡਿਫਰੈਂਟ ਉਹਨਾਂ ਦਾ ਜਿਹੜਾ ਕੱਪੜੇ ਸੀਗੇ ਉਹ ਡਿਫਰੈਂਟ ਲਿਬਾਸ ਸੀ ਉਹਨਾਂ ਦਾ। कोई कहे हिंदू कोई बाचे भिस्त कोई सुरखंद। ਇੱਥੇ ਕਹਿੰਦੇ ਕੋਈ ਆਪਣੇ ਆਪ ਨੂੰ ਮੁਸਲਮਾਨ ਕਹਿੰਦਾ, ਆਪਣੇ ਆਪ ਨੂੰ ਕੋਈ ਹਿੰਦੂ ਕਹਾਉਂਦਾ, ਕੋਈ ਚਾਹੁੰਦਾ ਹੈ ਕਿ ਮੈਨੂੰ ਆਪਣੇ ਪੈਰਾਡਾਈਸ ਮਿਲ ਜੇ, ਹੈਵਨ ਦੀ ਗੱਲ ਕਰਦੇ ਇੱਥੇ। ਜਿਹੜੀ ਵਰਡ ਹੈ ਨਾ ਬਹਿਸ਼ਤ ਤੋਂ ਬਣਿਆ, ਬਹਿਸ਼ਤ ਪਰਸ਼ੀਅਨ ਵਰਡ ਹੈ ਸਵਰਗ ਵਾਸਤੇ। ਸਵਰਗ ਵਾਸਤੇ ਹਾਂਜੀ। ਸੁਰਗਿੰਦ ਵੀ ਸਵਰਗੀ ਹੈ ਹਾਂਜੀ। ਕਹੋ ਨਾਨਕ ਜੀ ਨੇ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਜ ਜਾਤਾ। ਸੋ ਇੱਥੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਉਹ ਇਨਸਾਨ ਜਿਸਨੇ ਵਾਹਿਗੁਰੂ ਦਾ ਹੁਕਮ ਪਛਾਣ ਲਿਆ, ਜੋ ਉਸ ਦੇ ਹੁਕਮ ਦੇ ਵਿੱਚ ਰਹੇਗਾ, ਉਹੀ ਉਸ ਵਾਹਿਗੁਰੂ ਦੇ ਨਾਲ ਲੀਨ ਹੋ ਜਾਏਗਾ, ਉਹੀ ਵਾਹਿਗੁਰੂ ਦੀ ਜੋ ਭੇਦ ਹੈ ਉਹ ਪਾਲੇਗਾ। ਐਕਸੀਲੈਂਟ। ਸਾਰਿਆਂ ਦੀ ਜਿਹੜੀ ਐਫਰਟ ਹੈ, ਸਾਰਿਆਂ ਨੇ ਜਿਹੜਾ ਦੇਖੋ ਇੱਕ ਗੁਰਮਤ ਦੀ ਕਲਾਸ ਹੈ, ਅਸੀਂ ਸਾਰੇ ਇਕੱਠੇ ਹੁੰਨੇ ਆ। ਮੇਨ ਆਬਜੈਕਟਿਵ ਸਾਡਾ ਇਹ ਹੈ ਕਿ ਅਸੀਂ ਜਿਹੜੇ ਵੀ ਸ਼ਬਦ ਨੇ ਰੈਲੇਵੈਂਟ ਉਸ ਵਕਤ ਦੇ, ਜਿਹਦੇ ਵਿੱਚ ਅਸੀਂ ਪਹਿਲਾ ਹੁਕਮਨਾਮਾ ਲੈਂਦੇ ਆ, ਫਿਰ ਅਸੀਂ ਜਿਹੜਾ ਰਾਗ ਹੈ ਉਸ ਰਾਗ ਦੇ ਕੋ ਸਿਲੈਕਟਡ ਸ਼ਬਦ ਦੇਖਦੇ ਆ। ਕੁਝ ਤੁਹਾਡੇ ਕੋਲ ਟੈਕਸਟ ਬੁੱਕਸ ਨੇ ਜਿਨ੍ਹਾਂ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ। ਅਸੀਂ ਉਹਦੀ ਸਹਾਇਤਾ ਦੇ ਨਾਲ ਫਿਰ ਜਿਹੜੇ ਸਿਲੈਕਟਡ ਉੱਥੇ ਸ਼ਬਦ ਨੇ ਉਹ ਸ਼ਬਦਾਂ ਨੂੰ ਚੁਣਦੇ ਆ। ਫਿਰ ਜਿਸ ਤਰ੍ਹਾਂ ਅਸੀਂ ਨਵੀਂ ਇੱਕ ਟ੍ਰੈਡੀਸ਼ਨ ਸ਼ੁਰੂ ਕੀਤੀ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਪਹਿਲਾ ਸਵੇਰੇ ਸ਼ਬਦ ਪੜ੍ਹਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪੀੜ ਆਉਂਦੀ ਆ, ਉਸ ਤੋਂ ਪਹਿਲਾਂ ਤੇ ਉਹ ਆਸਾ ਦੀ ਵਾਰ ਪੜ੍ਹ ਰਹੇ ਹੁੰਦੇ ਨੇ, ਪਰ ਉਹ ਸ਼ਬਦ ਜਿਹੜਾ ਵੈਲਕਮ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ, ਉਹ ਅਸੀਂ ਇਕੱਠੇ ਕਰਦੇ ਹਾਂ ਇੱਥੇ ਸਾਰੇ ਮਿਲ ਕੇ। ਫਿਰ ਅਸੀਂ ਉਸ ਸ਼ਬਦ ਦੇ ਅਰਥ ਕਰਦੇ ਹਾਂ, ਨਾਲੇ ਇਹ ਦੇਖਦੇ ਹਾਂ ਜਿਸ ਤਰ੍ਹਾਂ ਬਬਲੀ ਨੇ ਕਿੰਨੀ ਵਾਰੀ ਸਵਾਲ ਪੁੱਛਿਆ ਵੀ ਇਹ ਸ਼ਬਦ ਦੇ ਵਿੱਚ ਦਰਸ਼ਨ ਕਿਉਂ ਆਉਂਦਾ ਵਾਰ-ਵਾਰ ਵਰਡ। ਸੋ ਇਹ ਕਿਉਂਕਿ ਅਸੀਂ ਹੱਥ ਜੋੜ ਕੇ ਅਕਾਲ ਪੁਰਖ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਨੂੰ ਤੇਰੇ ਦਰਸ਼ਨ ਚਾਹੀਦੇ ਨੇ, ਤੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਪੀੜ ਆ ਰਹੀ ਹੈ, ਅਸੀਂ ਉਹਨਾਂ ਨੂੰ ਵੈਲਕਮ ਕਰ ਰਹੇ ਹਾਂ, ਅਸੀਂ ਉਹਨਾਂ ਦੇ ਦਰਸ਼ਨ ਵਾਸਤੇ ਤਰਸ ਰਹੇ ਸੀ ਤੇ ਹੁਣ ਉਹ ਦਰਸ਼ਨ ਸਾਨੂੰ ਹੋਣਗੇ। ਉਸ ਰੈਲੇਵੈਂਸ ਤੇ ਸ਼ਬਦ ਰਾਗੀ ਸਾਹਿਬਾਨ ਚੁਣ ਕੇ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਦੇ ਨੇ ਤੇ ਅਸੀਂ ਸਾਰੇ ਉਸ ਸ਼ਬਦ ਦੇ ਇਕੱਠੇ ਉਹਨਾਂ ਸ਼ਬਦਾਂ ਦੇ ਅਰਥ ਕਰਦੇ ਹਾਂ, ਉਹਨਾਂ ਸ਼ਬਦਾਂ ਨੂੰ ਸਮਝਦੇ ਹਾਂ। ਕੁਝ ਵਰਕ ਜਾਂ ਪੇਜਿਸ ਅਸੀਂ ਇਤਿਹਾਸ ਦੇ ਵੀ ਖੋਲ੍ਹਦੇ ਹਾਂ।
एक्चुअली जो असी सारे सब कुछ करते हैं, मेन साडा एको ही है मकसद कि हे अकाल पुरख तू साडे कोल रह, तू साडे नाल हमेशा रह, ते सानू अपने चरनां नाल जोड़ी रख, सानू शब्द गुरु नाल जोड़ी रख, ताकि असी जिहड़ा शब्द है, जिहड़ा जो भी कुछ गुरु ग्रंथ साहब दे विच इस वेले अंकित है, उस शब्द नू पढ़ के ਉਹਦਾ मीनिंग समझ के अपने जीवन विच असी ਉਹਨੂੰ उतार सकीए, असी ਉਹਦੇ पूर्णिया ते चल सकीए। कोई क्वेश्चन है किसी ਦਾ? ਅਸੀਂ ਇੱਕ ਪੁੱਛਣਾ ਕਿ ਇਹਦੇ ਵਿੱਚ ਰਾਮਕਲੀ ਦੇ ਵਿੱਚ ਆਪਣੇ ਰਾਗ ਦੇ ਵਿੱਚ ਸਿੱਧ ਗੋਸ਼ਟ ਆਉਂਦਾ ਹੈਗਾ,